अपने मुल्क की सरकार उस वलों दरबार साहब ते फौज चढ़ाई गई, मानवता का कान किया गया। एक अजिही चीज़ है पंजाबी का की शायद जिहड़े मानवता का एहसास करने वाले है उन्होंने इस चीज़ का एहसास हमेशा ही रहेगा। ये भी एक वजह है कि आखिर क्यों अजिहा वापरिया। जिस कौम ने, जिस भाईचारे ने इस देश की आज़ादी की खातर, इस देश के मान सन्मान की खातर अपना बहुत कुछ वारिया, गुरु साहबान ने कुर्बानियां दित्तियां। आखिर अजिहा किहड़ा मौका या अजिहा किहड़ा वरतारा सी कि सब तो पवित्र स्थान दुनिया जिसके अगे नतमस्तक होंदी है, जिस बारे कहा जाता पूरी मानवता का स्नेहा देने वाला वो स्थान, उसनूं फौजी बूटां टैंकां हेठां रुंधिया गया। मैं बड़ी जिम्मेदारी नाल कहना चाहुंदा कि ओह जिहड़ी टीस आ अज 2023 है, वो सीगा जी 1999। इन्ने सालां बाद भी ओह टीस ज्यों दी त्यों खड़ी है। बेशक उसका एक्सप्रैशन बदल गया होवे, लोग शायद उस तरह उसनूं गमगीन होकर शायद ना देखते हो, पर दिन च जदों तुसीं अपने रैगूलर काम काज वास्ते जाते हो, किते ना किते गाहे बगाहे एहसास हाँ ये जी कला नहीं उस टीस का जी हैगी है, चुभन भी महसूस होंदी है। अफसोस की गल तो यह आ कि ना तो यदा कोई लेखा जोखा होया कि यह स्थिति पैदा क्यों हुई, इनू बचाया जा सकता सी, या ये तो असी सबक की सीखे, साडा कितना नुकसान हो गया, असी किन्ने पिछड़ गए। पंजाब जिहड़ा हैगा उस तो बाद उभर ही नहीं सकिया, जिसनूं कह सकते हैं। ਜਦੋਂ ਹੁਣ ਵੀ ਕਈ ਵਾਰੀ ਇਹੋ ਜਿਹੇ ਵਰਤਾਰੇ ਵਾਪਰਦੇ ਵਿਗਿਆਨਿਕ ਦੇ ਅਹਿਸਾਸ ਦੀ ਗੱਲ ਕਰਦੇ ਹਾਂ ਤੇ ਜਿਹੜੀਆਂ ਸਮਿਆਂ ਦੀਆਂ ਹਕੂਮਤਾਂ ਆ ਉਹ ਹਕੂਮਤਾਂ ਕਦੇ ਜੋੜਦੀਆਂ ਇਹਨਾਂ ਗੱਲਾਂ ਨੂੰ ਖਾਲਿਸਤਾਨ ਨਾਲ, ਕਦੇ ਟੁਕੜੇ ਟੁਕੜੇ ਗੈਂਗ ਨਾਲ, ਕਦੇ ਕਿਸੇ ਮੁਲਕ ਨਾਲ। ਸ਼ਾਇਦ ਇਹ ਵੀ ਇੱਕ ਬਹੁਤ ਵੱਡੀ ਵਜ੍ਹਾ ਜਿਹਦਾ ਤੁਸੀਂ ਜ਼ਿਕਰ ਕੀਤਾ, ਉਹ ਜਿਹੜਾ ਅਹਿਸਾਸ ਹੈ ਨਾ, ਉਹ ਅਹਿਸਾਸ ਦੀ ਜਿਹੜੀ ਚੀਜ਼ ਹੈ, ਟੀਸ ਹੈ, ਉਹ ਸ਼ਾਇਦ ਸਮੇਂ ਦੀਆਂ ਹਕੂਮਤਾਂ ਨੂੰ ਉਹਦਾ ਅਹਿਸਾਸ ਕਿਧਰੇ ਹੈ ਹੀ ਨਹੀਂ, ਜਿਸ ਦੀ ਵਜ੍ਹਾ ਕਰਕੇ ਜਿਹੜਾ ਉਹਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਕਿੱਡਾ ਵੱਡਾ ਇਹ ਵਰਤਾਰਾ ਹੈ ਜਿਹਦੀ ਅਹਿਸਾਸ ਤੇ ਚੀਜ਼ ਹਮੇਸ਼ਾ ਰਹੇਗੀ, ਜਿਸ ਦਾ ਸਮੇਂ ਦੀਆਂ ਹਕੂਮਤਾਂ ਨੂੰ ਅਹਿਸਾਸ ਕਦੇ ਵੀ ਨਹੀਂ ਹੋਣਾ। 47 ਦੇ ਵਿੱਚ ਪੰਜਾਬ ਦਾ ਤੇ ਬੰਗਾਲ ਦਾ ਬਹੁਤ ਨੁਕਸਾਨ ਹੋਇਆ। ਪੰਜਾਬ ਦਾ ਇੱਕ ਇਹ ਜਿਹੜਾ ਐਸਟੀਮੇਟ ਹੈ ਕਿ 10 ਲੱਖ ਤੋਂ ਵੱਧ ਲੋਕ 1947 ਚ ਮਾਰੇ ਗਏ, ਔਰ ਉਸ ਤੋਂ ਕਿਤੇ ਜ਼ਿਆਦਾ ਲੋਕ ਜਿਹੜੇ ਸੀ ਉਹ ਘਰੋਂ ਬੇਘਰ ਹੋਏ। ਔਰ ਲੇਕਿਨ ਪੰਜਾਬੀ ਉਸ 'ਚੋਂ ਉੱਭਰ ਆਏ ਸੀ। ਜੇ ਤੁਸੀਂ 78 ਤੱਕ ਦੇਖੀਏ ਨਾ, 1947 ਤੋਂ ਲੈ ਕੇ 78 ਤੱਕ ਪੰਜਾਬੀ ਸਿਰਫ ਉੱਭਰੇ ਨਹੀਂ, ਪੰਜਾਬੀਆਂ ਨੇ ਸਾਰੇ ਦੇਸ਼ ਦਾ ਜਿਹੜਾ ਹੈਗਾ ਜੀ ਪੇਟ ਵੀ ਭਰਿਆ, ਔਰ ਜਿਹੜੀਆਂ 2 ਜਾਂ 3 ਜੰਗਾਂ ਹੋਈਆਂ ਉਹਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਵੀ ਲਿਆ। ਪੰਜਾਬੀ ਫੋਰਫਰੰਟ 'ਤੇ ਸੀ, ਪਰ 84 ਤੋਂ ਬਾਅਦ ਜਿਹੜਾ ਹੈਗਾ ਉਹ ਪਿੱਛੇ ਚਲੇ ਗਏ, ਔਰ ਪਿੱਛੇ ਨੂੰ ਜਾਈ ਤੁਰੀ ਜਾ ਰਿਹਾ, ਨਿਗਾਰ ਵਾਲੇ ਪਾਸੇ ਜਾਈ ਤੁਰੀ ਜਾ ਰਿਹਾ, ਔਰ ਇਹ ਟੁੱਟ ਨਹੀਂ ਰਿਹਾ। ਜਿਹੜਾ ਗੱਲ ਜਿਹੜੀ ਤੁਸੀਂ ਕਹਿੰਦੇ ਹੋ ਵੀ ਕਿ ਇਹ ਲੀਡਰਸ਼ਿਪ ਇਸ ਨੂੰ ਟਾਲ ਸਕਦੀ ਸੀ, ਗੱਲ ਸਿੱਧੂ ਸਾਹਿਬ ਇਹ ਮੈਂ ਇਸੇ ਲਈ ਕਿਹਾ ਸੀ, ਉਸ ਵੇਲੇ ਦੀ ਸਿਆਸਤ ਦਾ ਐਨਾਲਿਸਿਸ ਕਰਨਾ ਬਹੁਤ ਜ਼ਰੂਰੀ ਕਿ ਕਿਉਂ ਵਾਪਰਿਆ। ਹਾਂਜੀ, ਔਰ ਉਹਦੇ ਵਿੱਚ ਕਿਹੜੇ ਮੁੱਦੇ ਸਨ ਔਰ ਕੀ ਫੈਕਟਰ ਸੀਗੇ ਜਿਹੜੇ ਪ੍ਰਭਾਵਿਤ ਕਰ ਰਹੇ ਸੀ। ਕਿਉਂਕਿ ਕਈ ਵਾਰੀ ਗੱਲ ਇਹ ਹੁੰਦੀ ਹੈ ਕਿ ਜਿਹੜਾ ਮਾਹੌਲ ਹੁੰਦਾ ਜਾਂ ਫੈਕਟਰਸ ਹੁੰਦੇ ਨੇ ਉਹ ਇੰਨੇ ਭਾਰੂ ਹੋ ਚੁੱਕੇ ਹੁੰਦੇ ਨੇ, ਜਿਹੜਾ ਇੰਡੀਵਿਜੂਅਲ ਐਕਟਰ ਆ ਉਸ ਸਿਚੁਏਸ਼ਨ 'ਚ ਉਹਦੇ ਹੱਥ ਵੱਸ ਦੀ ਗੱਲ ਰਹਿੰਦੀ ਨਹੀਂ। ਪਿਛਲੇ ਲੰਮੇ ਦਿਨਾਂ ਤੋਂ ਆਪਣੇ ਅਣਖਰੀ ਜਿਹੜੇ ਸੰਘਰਸ਼ ਕਰ ਰਹੀਆਂ। ਮੁੱਦਾ ਕੀ ਹੈ? ਜਿਨਸੀ ਸ਼ੋਸ਼ਣ ਦਾ। ਉਹ ਵੀ ਕਿਸ ਦੇ ਖਿਲਾਫ? ਕੁਸ਼ਤੀ ਫੈਡਰੇਸ਼ਨ ਦਾ ਜਿਹੜਾ ਪ੍ਰਧਾਨ ਹੈ ਬ੍ਰਿਜ ਭੂਸ਼ਣ, ਪਾਰਲੀਮੈਂਟ ਮੈਂਬਰ ਹੈ, ਪਾਰਲੀਮੈਂਟ ਮੈਂਬਰ ਵੀ ਉਹ ਧਿਰ ਹੈ ਜਿਹੜੀ ਇਸ ਵੇਲੇ ਦੇਸ਼ ਦੀ ਸਭ ਤੋਂ ਸ਼ਕਤੀਸ਼ਾਲੀ ਹਾਕਮ ਧਿਰ ਤਾਂ ਹਾਈ ਹੈ। ਉਹ ਤਾਂ ਇਹ ਵੀ ਦਾਅਵਾ ਕਰਦੇ ਹੈ ਕਿ ਇੱਕ ਮੰਤਰੀ ਪੱਧਰ 'ਤੇ ਵੀ ਸਭ ਤੋਂ ਸ਼ਕਤੀਸ਼ਾਲੀ ਪਾਰਟੀ ਹੈ। ਉਸ ਸ਼ਕਤੀਸ਼ਾਲੀ ਪਾਰਟੀ ਦਾ ਜਿਹੜਾ MP ਹੈ, ਫੈਡਰੇਸ਼ਨ ਦਾ ਪ੍ਰਧਾਨ ਹੈ, ਉਸ ਦੇ ਖਿਲਾਫ ਲੱਗੇ ਹੈ ਜਿਨਸੀ ਸ਼ੋਸ਼ਣ ਦੇ ਦੋਸ਼। ਦੋ ਕੁੜੀਆਂ ਲੜਾਈ ਲੜ ਰਹੀਆਂ ਜਿਨ੍ਹਾਂ ਨੇ ਦੇਸ਼ ਦਾ ਨਾਂ ਚਮਕਾਇਆ, ਸੋਨ ਤਗਮੇ ਦਿੱਤੇ,
ਤੇ ਹੁਣ ਜਿਹੜਾ ਹੈਗਾ ਦਿੱਲੀ ਦੀਆਂ ਸੜਕਾਂ ਤੇ ਬੈਠ ਕੇ ਉਹਨਾਂ ਵੱਲੋਂ ਸੰਘਰਸ਼ ਕੀਤਾ ਜਾ ਰਿਹਾ। ਬੜੀ ਅਫਸੋਸ ਦੀ ਗੱਲ ਹੈ ਜਿਹੜੀ ਪਾਰਟੀ ਬੇਟੀ ਪੜ੍ਹਾਓ ਬੇਟੀ ਬਚਾਓ ਦੀ ਗੱਲ ਕਰ ਰਹੀ ਹੈ ਔਰ ਉਹ ਸਰਕਾਰੀ ਤੰਤਰ ਦੀ ਇਸ ਵੇਲੇ ਸ਼ਿਕਾਰ ਹੋਈਆਂ ਨੇ ਜਿਹੜੀਆਂ ਗੋਲਡ ਮੈਡਲਿਸਟ ਨੇ, ਜਿਨ੍ਹਾਂ ਨੂੰ ਗੋਲਡ ਮੈਡਲ ਮਿਲੇ ਹੋਏ। ਆਮ ਕੁੜੀਆਂ ਦਾ ਸੜਕਾਂ ਦੇ ਉੱਤੇ ਕੀ ਹਾਲ ਹੋਊਗਾ। ਹੁਣ ਜਿਹੜੀ ਇਨਸਾਫ ਦੀ ਗੱਲ ਕਰ ਰਹੇ ਆ, ਜਿਹੜੇ ਖੇਡ ਮੰਤਰੀ ਅਨੁਰਾਗ ਠਾਕਰ ਗੱਲ ਕਰ ਰਹੇ ਕਿ ਜੀ ਅਸੀਂ ਨਿਰਪੱਖ ਜਾਂਚ ਕਰਾਉਣੀ ਆ, ਜਿਹੜਾ ਕਾਨੂੰਨ ਦੀਆਂ ਧਾਰਾਵਾਂ ਦੇ ਵਿੱਚ ਜਿਨ੍ਹਾਂ 'ਚ FIR ਰਜਿਸਟਰ ਹੋਈ ਆ ਉਹਦੇ ਵਿੱਚ ਇਹ ਜੇ ਕੋਈ ਔਰਤ ਜਿਹੜੀ ਹੈ ਆਪਣੇ ਉੱਤੇ ਇਸ ਤਰ੍ਹਾਂ ਦੇ ਇਲਜ਼ਾਮ ਇਹ ਲਾਉਂਦੀ ਹੈ ਕਿ ਜੀ ਕਿਸੇ ਮਰਦ ਨੇ ਮੇਰੇ ਖਿਲਾਫ ਆਹ ਐਕਸ਼ਨ ਕੀਤੇ ਨੇ, ਜਿਨਸੀ ਸ਼ੋਸ਼ਣ ਦੀ ਕੋਸ਼ਿਸ਼ ਕੀਤੀ ਆ ਜਾਂ ਕਿ ਉਹਦੇ ਐਡਵਾਂਸਿਸ ਹੋਏ ਨੇ, ਉਹਨੇ ਜਿਹੜਾ ਹੈਗਾ ਅੱਗੇ ਕੋਈ ਇਹੋ ਜਿਹੀ ਐਕਟੀਵਿਟੀ ਕੀਤੀ ਆ, ਉਹਦੀ ਅਰੈਸਟ ਹੈ ਪਹਿਲਾਂ, ਜਿਹੜੀ ਹੈਗੀ ਆ ਜਾਂਚ ਬਾਅਦ ਚੋਂ। ਹੁਣ ਇਹ ਜਿਹੜਾ ਬ੍ਰਿਜ ਭੂਸ਼ਣ ਸ਼ਰਨ ਸਿੰਘ ਆ, ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦਾ ਜਿਹੜਾ ਪ੍ਰਧਾਨ ਆ, BJP ਦਾ ਲੋਕ ਸਭਾ ਦਾ ਮੈਂਬਰ ਆ, ਔਰ ਪਿੱਛੇ ਜੇ ਤੁਸੀਂ ਇਹ ਦੇਖੋ ਕਮਾਲ ਦੀ ਗੱਲ ਤਾਂ ਇਹ BJP ਦੀ ਤਾਂ ਸਪੋਰਟ ਡਾਇਰੈਕਟ ਨਾ ਹੋਵੇ, ਇੰਡਾਇਰੈਕਟ ਤਾਂ ਹੈਗੀ ਹੈ ਕਿਉਂਕਿ ਉਹਦੇ ਖਿਲਾਫ ਐਕਸ਼ਨ ਨਹੀਂ ਹੋਇਆ। ਜਿਹੜੀ ਸਭ ਤੋਂ ਸ਼ਰਮਸ਼ਾਰ ਕਰਨ ਵਾਲੀ ਗੱਲ ਹੈ ਕਿ ਸਾਧੂ ਸੰਤ ਉਹਦੇ ਜਿਹੜੇ ਆਪਣੇ ਆਪ ਨੂੰ ਧਰਮ ਦੇ ਰਾਖੇ ਕਹਿੰਦੇ, ਔਰ ਜਿਹੜੇ ਦੇਸ਼ ਦੇ ਵਿੱਚ ਜਿਹੜੀ ਹੈਗੀ ਆ ਰਮਾਇਣ ਜਾਂ ਮਹਾਭਾਰਤ ਦੀ ਗੱਲ ਕੀਤੀ ਜਾਂਦੀ ਹੈ ਕਿ ਇੱਕ ਔਰਤ ਦੀ ਬੇਇੱਜ਼ਤੀ ਪਿੱਛੇ ਜੰਗਾਂ ਲੜੀਆਂ ਗਈਆਂ ਹੋਣ ਔਰ ਐਡੇ ਵੱਡੇ ਗ੍ਰੰਥ ਲਿਖੇ ਗਏ ਹੁਣ, ਉਸ ਦੀ ਰਾਖੀ ਕਰਨ ਵਾਲੇ ਸਾਧੂ ਸੰਤ ਇਹ ਆ ਕੇ ਕਹਿਣ ਜੀ ਉਹ ਬੰਦਾ ਠੀਕ ਆ। ਵਾਰ ਸਤਿਵਾਰ ਪ੍ਰੋਗਰਾਮ ਜਗਤਾਰ ਸਿੰਘ ਸਿੱਧੂ ਨੂੰ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਅੱਜ ਸਾਡੇ ਨਾਲ ਹਨ ਸੀਨੀਅਰ ਜਰਨਲਿਸਟ ਸਰਬਜੀਤ ਪੰਧੇਰ। ਪੰਜਾਬ ਤੇ ਕੌਮੀ ਪੱਧਰ ਦੇ ਅਹਿਮ ਮੁੱਦਿਆਂ ਤੇ ਹਮੇਸ਼ਾ ਦੀ ਤਰ੍ਹਾਂ ਪਿਛਲੇ ਹਫ਼ਤੇ 'ਚ ਕੀ ਵੱਡੀਆਂ ਘਟਨਾਵਾਂ ਰਹੀਆਂ ਉਹ ਸਾਰਾ ਕੁਝ ਲੈ ਕੇ ਤੁਹਾਡੀ ਕਚਹਿਰੀ 'ਚ ਹਾਜ਼ਰ ਹਾਂ। ਇਹਨਾਂ ਮੁੱਦਿਆਂ ਤੇ ਕਰਾਂਗੇ ਚਰਚਾ। ਪੰਧੇਰ ਸਾਹਿਬ, ਦਰਸ਼ਕਾਂ ਦੇ ਨਾਲ ਨਾਲ ਤੁਹਾਨੂੰ ਵੀ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ। ਬਹੁਤ ਸਿੱਧੂ ਸਾਹਿਬ, ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ। ਤੇ ਦਰਸ਼ਕਾਂ ਦੇ ਨਾਲ ਬੜੀ ਦੇਰ ਬਾਅਦ ਸਾਂਝ ਪੈ ਰਹੀ ਹੈ, ਅੱਛਾ ਲੱਗਦਾ। ਅਸੀਂ ਉਮੀਦ ਕਰਦੇ ਹਾਂ ਸਾਂਝ ਪੈਂਦੀ ਰਿਹਾ ਕਰੇਗੀ। ਪੰਧੇਰ ਸਾਹਿਬ, ਜਿਸ ਮਾਮਲੇ ਤੇ ਆਪਾਂ ਗੱਲ ਕਰ ਰਹੇ ਹਾਂ ਪੰਜਾਬ 'ਚ ਜੋ ਕੁਝ ਇਸ ਵੇਲੇ ਵੱਡੀਆਂ ਗੱਲਾਂ ਜਾਂ ਵੱਡੇ ਵਰਤਾਰੇ ਦੀ, ਵੱਡੇ ਤੱਥਾਂ ਦੀ ਆਪਾਂ ਗੱਲ ਕਰੀਏ ਤਾਂ ਸਾਡੇ ਲਈ ਸਭ ਤੋਂ ਆਪਾਂ ਕਹੀਏ ਵੱਡੀ ਚੀਜ਼ ਵਾਲਾ ਇਸ ਵੇਲੇ ਜਿਹੜਾ ਮੌਕਾ ਉਹ ਹੈ ਸਾਕਾ ਨੀਲਾ ਤਾਰਾ ਜੂਨ 1984। ਕਿਸ ਕਦਰ ਜਿਹੜਾ ਹੈਗਾ ਆਪਣੇ ਮੁਲਕ ਦੀ ਸਰਕਾਰ ਉਸ ਵੱਲੋਂ ਦਰਬਾਰ ਸਾਹਿਬ ਤੇ ਫੌਜ ਚੜਾਈ ਗਈ, ਮਾਨਵਤਾ ਦਾ ਕਾਣ ਕੀਤਾ ਗਿਆ। ਇੱਕ ਅਜਿਹੀ ਚੀਜ਼ ਹੈ ਪੰਜਾਬੀ ਦਾ ਕੀ ਸ਼ਾਇਦ ਜਿਹੜੇ ਮਾਨਵਤਾ ਦਾ ਅਹਿਸਾਸ ਕਰਨ ਵਾਲੇ ਹੈ ਉਹਨਾਂ ਨੂੰ ਇਸ ਚੀਜ਼ ਦਾ ਅਹਿਸਾਸ ਹਮੇਸ਼ਾ ਹੀ ਰਹੇਗਾ। ਔਰ ਇਹ ਵੀ ਇੱਕ ਵਜ੍ਹਾ ਹੈ ਕਿ ਆਖਰ ਕਿਉਂ ਅਜਿਹਾ ਵਾਪਰਿਆ। ਜਿਸ ਕੌਮ ਨੇ, ਜਿਸ ਭਾਈਚਾਰੇ ਨੇ ਇਸ ਦੇਸ਼ ਦੀ ਆਜ਼ਾਦੀ ਦੀ ਖਾਤਰ, ਇਸ ਦੇਸ਼ ਦੇ ਮਾਨ ਸਨਮਾਨ ਦੀ ਖਾਤਰ ਆਪਣਾ ਬਹੁਤ ਕੁਝ ਵਾਰਿਆ, ਗੁਰੂ ਸਾਹਿਬਾਨ ਨੇ ਕੁਰਬਾਨੀਆਂ ਦਿੱਤੀਆਂ, ਆਖਰ ਅਜਿਹਾ ਕਿਹੜਾ ਮੌਕਾ ਜਾਂ ਅਜਿਹਾ ਕਿਹੜਾ ਵਰਤਾਰਾ ਸੀ ਕਿ ਸਭ ਤੋਂ ਪਵਿੱਤਰ ਸਥਾਨ ਦੁਨੀਆ ਜਿਸ ਦੇ ਅੱਗੇ ਨਤਮਸਤਕ ਹੁੰਦੀ ਹੈ ਤੇ ਜਿਸ ਬਾਰੇ ਕਿਹਾ ਜਾਂਦਾ ਪੂਰੀ ਮਾਨਵਤਾ ਦਾ ਸੁਨੇਹਾ ਦੇਣ ਵਾਲਾ ਉਹ ਸਥਾਨ, ਉਸ ਨੂੰ ਫੌਜੀ ਬੂਟਾਂ ਟੈਂਕਾਂ ਹੇਠਾਂ ਰੁੰਦਿਆ ਗਿਆ। ਇਸ ਤੋਂ ਵੱਡੀ ਚੀਜ਼ ਵਾਲੀ ਗੱਲ ਕੀ ਹੋ ਸਕਦੀ ਹੈ। ਪੰਧੇਰ ਸਾਹਿਬ, ਉਸ ਮੁਕਾਮ ਦੇ ਵਿੱਚ ਜਦੋਂ ਅਜਿਹਾ ਸਾਰਾ ਕੁਝ ਵਾਪਰਿਆ, ਤੁਸੀਂ ਵੀ ਸਾਰਾ ਕੁਝ ਨਜ਼ਦੀਕ ਤੋਂ ਦੇਖਿਆ ਇਹਨਾਂ ਮਾਮਲਿਆਂ ਨੂੰ, ਕਿੱਦਾਂ ਮਹਿਸੂਸ ਕਰਦੇ ਹੋ ਕਿ ਜੋ ਕੁਝ ਐਡਾ ਵੱਡਾ ਘੱਲੂਘਾਰਾ ਆਪਾਂ ਗੱਲ ਕਰਦੇ ਹਾਂ ਜਦੋਂ ਗੁਲਾਮ ਸੀ, ਮੁਗਲਾਂ ਦੀ ਗੱਲ ਕਰਦੇ ਹਾਂ, ਮੁਗਲਾਂ ਦੇ ਸਮੇਂ 'ਚ ਵੱਡਾ ਘੱਲੂਘਾਰਾ, ਛੋਟਾ ਘੱਲੂਘਾਰਾ, ਪਰ ਜਿਸ ਸਰਕਾਰ ਨੂੰ, ਜਿਸ ਦੇਸ਼ ਨੂੰ ਆਪ ਹੀ ਆਜ਼ਾਦ ਕਰਾ ਕੇ ਸਰਕਾਰ ਬਣਾਈ ਹੋਵੇ, ਉਹ ਸਰਕਾਰ ਵੱਲੋਂ ਹੀ ਫੌਜੀ ਹੁਕਮ ਚਾੜ ਦਿੱਤੇ ਜਾਣ ਉਸ ਪਵਿੱਤਰ ਸਥਾਨ ਦੇ ਉੱਤੇ, ਇਸ ਵੱਡੀ ਇਕਾਇਤ ਤੇ ਸਹਿ ਚੀਜ਼ ਤੇ ਪੀੜਾ ਨੂੰ ਤੁਸੀਂ ਕਿਵੇਂ ਦੇਖਦੇ ਹੋ ਪੰਧੇਰ ਸਾਹਿਬ? ਸਿੱਧੂ ਸਾਹਿਬ, ਬਿਲਕੁਲ ਠੀਕ ਜਿਹੜਾ ਤੁਸੀਂ ਇਸ ਜੂਨ 84 ਦਾ ਜਿਹੜਾ ਫੌਜੀ ਕਾਰਵਾਈ ਕੀਤੀ ਗਈ, ਫੌਜੀ ਹਮਲਾ ਕੀਤਾ ਗਿਆ ਦਰਬਾਰ ਸਾਹਿਬ ਦੇ ਉੱਪਰ, ਇਹ ਹਰ ਜੂਨ ਜਿਹੜਾ ਮਹੀਨਾ ਜਦੋਂ ਚੜ੍ਹਦਾ ਪੰਜਾਬੀਆਂ ਨੂੰ ਆਮ ਕਰਕੇ ਕਹਿ ਸਕਦੇ ਹੋ ਤੇ ਸਿੱਖਾਂ ਨੂੰ ਖਾਸ ਕਰ
ਇਹਦੀ ਜਿਹੜੀ ਟੀਸ ਆ ਇਹਦੀ ਬਹੁਤ ਮਹਿਸੂਸ ਹੁੰਦੀ ਆ। ਔਰ ਜੂਨ ਦਾ ਮਹੀਨਾ ਲੰਘਾਉਣਾ ਬੜਾ ਮੁਸ਼ਕਿਲ ਹੋ ਜਾਂਦਾ। ਜੂਨ ਦੇ ਮਹੀਨੇ ਉਹ ਸਾਰੀਆਂ ਯਾਦਾਂ ਸਾਹਮਣੇ ਆ ਜਾਂਦੀਆਂ ਨੇ। ਬਿਲਕੁਲ ਤੁਸੀਂ ਠੀਕ ਫਰਮਾਇਆ। ਮੈਨੂੰ ਇਹ ਯਾਦ ਹੈ ਕਿ ਜੀ 1999 ਦੀ ਗੱਲ ਹੈ ਕਿ ਮੈਂ ਉਦੋਂ ਗੁਰਦਾਸਪੁਰ ਤੋਂ ਬਦਲ ਕੇ ਮੈਨੂੰ ਅੰਮ੍ਰਿਤਸਰ ਮੈਂ ਆਇਆ ਐਜ਼ ਅ ਰਿਪੋਰਟਰ। ਅਤੇ ਉਹਨਾਂ ਦਿਨਾਂ 'ਚ ਜਾ ਕੇ ਮੈਂ ਪਹਿਲੀ ਵਾਰੀ ਉੱਥੇ ਜਾ ਕੇ ਜਿਹੜੇ ਸ਼ਰਧਾਲੂਆਂ ਦਾ ਉੱਥੇ ਆਏ ਹੋਏ ਸੀ ਔਰ ਉਹਨਾਂ ਦੇ ਜਜ਼ਬਾਤ ਸੀ ਉਹਨਾਂ ਨੂੰ ਰਿਕਾਰਡ ਕੀਤਾ। ਮੈਂ PTI ਪ੍ਰੈਸ ਟਰਸਟ ਆਫ ਇੰਡੀਆ ਦਾ ਰਿਪੋਰਟਰ ਹੁੰਦਾ ਸੀ ਉਸ ਵੇਲੇ, ਅਤੇ ਉਹਦਾ ਮੈਂ ਇੱਕ ਲੇਖ ਲਿਖਿਆ। ਉਹ ਬਹੁਤ ਸਾਰੇ ਅਖਬਾਰਾਂ 'ਚ ਉਸ ਵੇਲੇ ਛਪਿਆ, ਅੰਗਰੇਜ਼ੀ ਦੇ ਅਖਬਾਰਾਂ 'ਚ ਵੀ ਛਪਿਆ ਅਤੇ ਜਿਹੜੇ ਹੈਗੇ ਆ ਹਿੰਦੀ ਪੰਜਾਬੀ ਦੇ ਅਖਬਾਰਾਂ 'ਚ ਵੀ ਛਪਿਆ। ਮੈਂ ਬੜੀ ਜ਼ਿੰਮੇਦਾਰੀ ਨਾਲ ਕਹਿਣਾ ਚਾਹੁੰਦਾ ਕਿ ਉਹ ਜਿਹੜੀ ਟੀਸ ਆ ਅੱਜ 2023 ਆ, ਉਹ ਸੀਗਾ ਜੀ 1999। ਇੰਨੇ ਸਾਲਾਂ ਬਾਅਦ ਵੀ ਉਹ ਟੀਸ ਜਿਉਂ ਦੀ ਤਿਉਂ ਖੜੀ ਹੈ। ਬੇਸ਼ੱਕ ਉਸ ਦਾ ਐਕਸਪ੍ਰੈਸ਼ਨ ਬਦਲ ਗਿਆ ਹੋਵੇ, ਲੋਕੀ ਸ਼ਾਇਦ ਉਸ ਤਰ੍ਹਾਂ ਉਸ ਨੂੰ ਗਮਗੀਨ ਹੋ ਕੇ ਸ਼ਾਇਦ ਨਾ ਦੇਖਦੇ ਹੋਣ, ਪਰ ਦਿਨ 'ਚ ਜਦੋਂ ਤੁਸੀਂ ਆਪਣੇ ਰੈਗੂਲਰ ਕੰਮ ਕਾਜ ਵਾਸਤੇ ਜਾਂਦੇ ਹੋ, ਕਿਤੇ ਨਾ ਕਿਤੇ ਗਾਹੇ ਬਗਾਹੇ ਅਹਿਸਾਸ ਜਿਹੜਾ ਹਾਂ ਇਹ ਜਿਹੜੀ ਇਕੱਲਾ ਨਹੀਂ ਉਹ ਟੀਸ ਦਾ ਜਿਹੜੀ ਹੈਗੀ ਆ ਉਹ ਚੁਭਣ ਵੀ ਮਹਿਸੂਸ ਹੁੰਦੀ ਆ। ਅਤੇ ਜਿਹੜਾ ਸਿੱਖ ਭਾਈਚਾਰੇ ਦੇ ਵਿੱਚ ਜਿਹੜੀ ਬੇਗਾਨਗੀ ਦੀ ਜਿਹੜੀ ਇੱਕ ਇਮੋਸ਼ਨ ਆ ਉਹ ਜਾਗਰੂਕ ਹੁੰਦਾ। ਅਤੇ ਮੈਂ ਉਹਦੇ ਵਿੱਚ ਉਹਨੂੰ ਜਸਟੀਫਾਈ ਤਾਂ ਨਹੀਂ ਕਰਦਾ, ਪਰ ਮੈਂ ਉਹਨੂੰ ਫੀਲ ਕਰ ਸਕਦਾ ਕਿ ਉਹ ਇਸ ਮੁਲਕ ਦੇ ਵਿੱਚ ਆਪਣੇ ਆਪ ਨੂੰ ਦੂਸਰੇ ਦਰਜੇ ਦੇ ਸ਼ਹਿਰੀ ਮਹਿਸੂਸ ਕਰਦੇ ਆ। ਖਾਸ ਕਰਕੇ ਜੂਨ ਔਰ ਫਿਰ ਬਾਅਦ 'ਚ ਨਵੰਬਰ ਦੇ ਵਿੱਚ ਵੀ ਆ ਕੇ ਇਹ ਜਿਹੜੇ ਹੈਗੇ 2 ਮਹੀਨੇ ਸ਼ਾਇਦ ਸਿੱਖ ਭਾਈਚਾਰੇ ਨੂੰ ਇਹ ਲੰਘਾਉਣੇ ਬੜੇ ਮੁਸ਼ਕਿਲ ਹੁੰਦੇ ਆ। ਪਰ ਅਫਸੋਸ ਦੀ ਗੱਲ ਤਾਂ ਇਹ ਆ ਕਿ ਨਾ ਤਾਂ ਇਹਦਾ ਕੋਈ ਲੇਖਾ ਜੋਖਾ ਹੋਇਆ ਕਿ ਇਹ ਸਥਿਤੀ ਪੈਦਾ ਕਿਉਂ ਹੋਈ, ਇਹਨੂੰ ਬਚਾਇਆ ਜਾ ਸਕਦਾ ਸੀ, ਜਾਂ ਇਹਦੇ ਤੋਂ ਅਸੀਂ ਸਬਕ ਕੀ ਸਿੱਖੇ, ਸਾਡਾ ਕਿੰਨਾ ਨੁਕਸਾਨ ਹੋ ਗਿਆ, ਅਸੀਂ ਕਿੰਨੇ ਪਿਛੜ ਗਏ। ਪੰਜਾਬ ਜਿਹੜਾ ਹੈਗਾ ਉਸ ਤੋਂ ਬਾਅਦ ਉੱਭਰ ਹੀ ਨਹੀਂ ਸਕਿਆ, ਜਿਸ ਨੂੰ ਕਹਿ ਸਕਦੇ ਹਾਂ। ਪੰਜਾਬ ਉਦੋਂ ਦਾ ਜਿਹੜਾ ਹੈਗਾ ਇੱਕ ਖੜੋਤ ਦੇ ਵਿੱਚ ਆ। ਸਾਡੀਆਂ ਚਾਹੇ ਤੁਸੀਂ ਆਰਥਿਕਤਾ ਦੇਖ ਲਓ, ਚਾਹੇ ਖੇਤੀਬਾੜੀ ਦੇਖ ਲਓ, ਸਮਾਜਿਕ ਤੌਰ 'ਤੇ ਦੇਖ ਲਓ, ਉਹ ਇਕੱਲਾ ਖੜੋਤ 'ਤੇ ਹੈਗਾ। ਅਤੇ ਜਿਹੜਾ ਇਮੋਸ਼ਨਲੀ ਜਾਂ ਸਾਈਕੋਲੋਜੀਕਲੀ ਆ ਜਿਹੜੀ ਸਿੱਖ ਕਮਿਊਨਿਟੀ ਆ ਉਹ ਇੱਕ ਡਿਪਰੈਸ਼ਨ 'ਚ ਆ। ਬਿਲਕੁਲ ਪੰਦੇਸਾ, ਜਿੱਦਾਂ ਮੈਂ ਤੁਹਾਨੂੰ ਸੋਰੀ ਵਿੱਚੋਂ ਟੋਕਣ ਲੱਗਾ, ਜਿੱਦਾਂ ਗੱਲ ਕਰਦੇ ਹਾਂ ਸਿੱਖਾਂ ਦੀ ਭਾਵਨਾ ਦੀ, ਮਾਨਸਿਕਤਾ ਦੀ, ਉਸ ਮਾਨਸਿਕਤਾ ਦਾ ਜਦੋਂ ਜ਼ਿਕਰ ਕਰਦੇ ਤੁਸੀਂ ਚੇਚਾ ਇੱਕ ਸ਼ਬਦ ਜਿਹੜਾ ਇਸਤੇਮਾਲ ਕੀਤਾ ਕਿ ਘੱਟ ਗਿਣਤੀਆਂ ਦੇ ਅੰਦਰ ਕਿਸ ਤਰ੍ਹਾਂ ਬੇਗਾਨਗੀ ਦਾ ਅਹਿਸਾਸ, ਜਿਸ ਬੇਗਾਨਗੀ ਦੇ ਅਹਿਸਾਸ ਦਾ ਤੁਸੀਂ ਪੰਦੇਸਾ ਜ਼ਿਕਰ ਕਰ ਰਹੇ ਹੋ, ਉਹ ਦੇਖੋ ਘਟਨਾਵਾਂ ਦੇ ਮੱਦੇ ਨਜ਼ਰ ਉਹ ਅਹਿਸਾਸ ਹੁੰਦਾ ਹੈ। ਸਹਿ ਤਾਂ ਵਾਪਰਦਾ ਨਹੀਂ ਹੈ, ਜੋ ਕੁਝ ਵਾਪਰਿਆ ਆਲਾ ਦੁਆਲਾ ਤੁਹਾਡਾ ਉਹਦੇ 'ਚ ਇੱਕ ਅਹਿਸਾਸ ਬਣਦਾ ਹੈ ਕਿ ਬੇਗਾਨਗੀ ਦਾ ਅਹਿਸਾਸ ਕਿਉਂ ਹੈ। ਇਸ ਕਰਕੇ ਕਿਉਂਕਿ ਜਿੱਦਾਂ ਮੈਂ ਸ਼ੁਰੂ 'ਚ ਜ਼ਿਕਰ ਕੀਤਾ ਹੈ ਕਿ ਇਸ ਮੁਲਕ ਦੇ ਲਈ ਸਿੱਖ ਭਾਈਚਾਰੇ ਵੱਲੋਂ, ਪੰਜਾਬੀਆਂ ਵੱਲੋਂ ਜਿੱਦਾਂ ਕੁਰਬਾਨੀਆਂ ਦਿੱਤੀਆਂ ਗਈਆਂ ਮੁਲਕ ਦੀ ਆਜ਼ਾਦੀ ਲਈ, ਜ਼ਿਲ੍ਹਾ ਜਾਣ ਲਈ ਆਪਾਂ ਜ਼ਿਲ੍ਹਿਆਂ ਵਾਲੇ ਬਾਗ ਦੀ ਗੱਲ ਕਰਦੇ ਹਾਂ, ਅੰਮ੍ਰਿਤਸਰ ਦੀ ਗੱਲ ਕਰਦੇ ਹਾਂ, ਦੇਖੋ ਹਜ਼ਾਰਾਂ ਅਜਿਹੇ ਲੋਕ ਹੋਣਗੇ ਜਿਨ੍ਹਾਂ ਨੇ ਸ਼ਹਾਦਤਾਂ ਦਿੱਤੀਆਂ ਹੋਣਗੀਆਂ, ਕੁਰਬਾਨੀਆਂ ਦਿੱਤੀਆਂ ਹੋਣਗੀਆਂ, ਕਦੇ ਕਈ ਤਰ੍ਹਾਂ ਦੀਆਂ ਪੀੜਾਂ ਚੀਸਾਂ ਚੱਲੀਆਂ ਹੋਣਗੀਆਂ, ਜਿਨ੍ਹਾਂ ਦਾ ਸ਼ਾਇਦ ਕਿਧਰੇ ਹਿਸਟਰੀ 'ਚ ਇਤਿਹਾਸ 'ਚ ਉਸ ਤਰ੍ਹਾਂ ਜ਼ਿਕਰ ਵੀ ਨਹੀਂ ਆਏਗਾ। ਜ਼ਿਕਰ ਤਾਂ ਬਹੁਤ ਥੋੜ੍ਹੇ ਲੋਕਾਂ ਦਾ ਆਉਂਦਾ ਹੈ, ਪਰ ਇਸ ਲੜਾਈ 'ਚ ਪਤਾ ਨਹੀਂ ਕਿੱਡੀ ਵੱਡੀ ਜਦੋਜਹਿਦ, ਉਹ ਜਦੋਜਹਿਦ ਵਾਲਿਆਂ ਨੂੰ ਜਦੋਂ ਫਿਰ ਇਸ ਤਰ੍ਹਾਂ ਦੇ ਵਰਤਾਰੇ ਦਾ ਸਾਹਮਣਾ ਕਰਨਾ ਪਵੇ ਕਿ ਤੁਹਾਡੇ ਪਵਿੱਤਰ ਸਥਾਨ 'ਤੇ ਫੌਜਾਂ ਚੜਾਈਆਂ ਜਾਣ, ਇਸ ਤੋਂ ਵੱਡਾ ਹੋਰ ਕੀ ਬੇਗਾਨਗੀ ਦਾ ਅਹਿਸਾਸ। ਹੁਣ ਦੇਖੋ ਬੰਦੇ ਸਾਹਿਬ, ਜਦੋਂ ਮੌਜੂਦਾ ਸਮੇਂ 'ਚ ਵੀ ਜਿੱਦਾਂ ਤੁਸੀਂ ਜ਼ਿਕਰ ਕੀਤਾ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਦੋਂ ਹੁਣ ਵੀ ਕਈ ਵਾਰੀ ਇਹੋ ਜਿਹੇ ਵਰਤਾਰੇ ਵਾਪਰਦੇ ਆ, ਬੇਗਾਨਗੀ ਦੇ ਅਹਿਸਾਸ ਦੀ ਗੱਲ ਕਰਦੇ ਹਾਂ, ਅਤੇ ਜਿਹੜੀਆਂ ਸਮਿਆਂ ਦੀਆਂ ਹਕੂਮਤਾਂ ਆ ਉਹ ਹਕੂਮਤਾਂ ਕਦੇ ਜੋੜਦੀਆਂ ਇਹਨਾਂ ਗੱਲਾਂ ਨੂੰ ਖਾਲਿਸਤਾਨ ਨਾਲ, ਕਦੇ ਟੁਕੜੇ ਗੈਂਗ ਨਾਲ, ਕਦੇ ਕਿਸੇ ਮੁਲਕ ਨਾਲ। ਸ਼ਾਇਦ ਇਹ ਵੀ ਇੱਕ ਬਹੁਤ ਵੱਡੀ ਵਜ੍ਹਾ ਜਿਹਦਾ ਤੁਸੀਂ ਜ਼ਿਕਰ ਕੀਤਾ ਕਿ ਉਹ ਜਿਹੜਾ ਅਹਿਸਾਸ ਹੈ ਨਾ, ਉਹ ਅਹਿਸਾਸ ਦੀ ਜਿਹੜੀ ਚੀਜ਼ ਹੈ, ਟੀਸ ਹੈ, ਉਹ ਸ਼ਾਇਦ ਸਮਿਆਂ ਦੀਆਂ ਹਕੂਮਤਾਂ ਨੂੰ ਉਹਦਾ ਅਹਿਸਾਸ ਕਿਧਰੇ ਹੈ ਹੀ ਨਹੀਂ, ਜਿਸ ਦੀ ਵਜ੍ਹਾ ਕਰਕੇ ਜਿਹੜਾ ਉਹਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਕਿੱਡਾ ਵੱਡਾ ਇਹ ਵਰਤਾਰਾ ਹੈ ਜਿਹਦੀ ਅਹਿਸਾਸ ਤੇ ਚੀਜ਼ ਹਮੇਸ਼ਾ ਰਹੇਗੀ, ਜਿਸ ਦਾ ਸਮੇਂ ਦੀਆਂ ਹਕੂਮਤਾਂ ਨੂੰ ਅਹਿਸਾਸ ਕਦੇ ਵੀ ਨਹੀਂ ਹੋਣਾ। ਪਰ ਜਦੋਂ ਆਪਾਂ ਇਸ ਮਾਮਲੇ ਦਾ ਜ਼ਿਕਰ ਕਰਦੇ ਹਾਂ ਪੰਦੇਸਾ ਸਾਹਿਬ, ਇੱਕ ਬਹੁਤ ਵੱਡਾ ਵਰਤਾਰਾ, ਇੱਕ ਇਹ ਵੀ ਹਮੇਸ਼ਾ ਇੱਕ ਸਵਾਲ ਬਣਿਆ ਰਹਿੰਦਾ। ਦੇਖੋ ਜਿੱਦਾਂ ਆਪਾਂ ਕਹਿੰਦੇ ਹਾਂ ਕਈ ਦਹਾਕੇ ਬੀਤਣ ਬਾਅਦ ਵੀ ਇਹ ਸਵਾਲ ਇਸ ਤਰ੍ਹਾਂ ਹੀ ਬਣੇ ਰਹਿਣਗੇ, ਜਿੱਦਾਂ ਤੁਸੀਂ ਕਿਹਾ ਕਿ ਇਹਨਾਂ ਸਵਾਲਾਂ ਦਾ ਹੱਲ ਜਾਂ ਜਵਾਬ ਸ਼ਾਇਦ
ਸਮੇਂ ਦੇ ਨਾਲ ਕਦੇ ਲੱਭਿਆ ਜਾ ਸਕੇ ਜਾਂ ਨਹੀਂ ਲੱਭਿਆ ਜਾ ਸਕੇ। ਵੱਡਾ ਸਵਾਲ ਇੱਕ ਇਹ ਵੀ ਹੈ ਕਿ ਕੀ ਲੱਗਦਾ ਪੰਦੇਰ ਸਾਹਿਬ ਇਹ ਗਿਣੀ ਮਥੀ ਯੋਜਨਾਬੰਦ ਢੰਗ ਨਾਲ ਸਾਰੀ ਕਾਰਵਾਈ ਕੀਤੀ ਗਈ, ਹਮਲਾ ਕੀਤਾ ਗਿਆ? ਕਿਉਂਕਿ ਰਾਤੋਂ ਰਾਤ ਤਾਂ ਟੈਂਕ ਚੜ੍ਹ ਕੇ ਨਹੀਂ ਆ ਸਕਦੇ, ਨਾ ਹੀ ਰਾਤੋਂ ਰਾਤ ਫੌਜਾਂ ਆਉਂਦੀਆਂ, ਨਾ ਹੀ ਅਜਿਹਾ ਕੁਝ ਵਾਪਰਦਾ। ਇਸ ਮਾਮਲੇ ਨੂੰ ਕਿਵੇਂ ਦੇਖਦੇ ਨੇ? ਵੱਡਾ ਸਵਾਲ ਹੈ ਪੰਦੇਰ ਸਾਹਿਬ ਇਹ ਵੀ। ਬਿਲਕੁਲ ਸਿੱਧੂ ਸਾਹਿਬ, ਮੈਂ ਉਹੀ ਗੱਲ ਕਰ ਰਿਹਾ ਸੀ ਕਿ ਜਿਹੜੀ ਨੁਕਸਾਨ ਜਿਹੜਾ ਹੋਇਆ, ਇੱਕ ਉਸ ਤੋਂ ਬਾਅਦ ਜਿਹੜਾ 19 ਜੂਨ 84 ਤੋਂ ਬਾਅਦ ਜੋ ਕੁਝ ਹੋਇਆ ਪੰਜਾਬ ਦੇ ਵਿੱਚ, ਉਹਦੇ ਵਿੱਚ ਇੱਕ ਬਹੁਤ ਵੱਡੀ ਸਾਡੀ ਨੌਜਵਾਨ ਪੀੜ੍ਹੀ ਦਾ ਹਿੱਸਾ ਉਹਦੇ 'ਚ ਖਪ ਗਿਆ, ਉਹਦੇ 'ਚ ਅਲੋਪ ਹੋ ਗਿਆ। ਹੁਣ ਸਰਕਾਰੀ ਅੰਕੜਿਆਂ ਦੇ ਵਿੱਚ 30,000 ਹੈ ਅਤੇ ਕਈ ਹੋਰਾਂ ਦਾ ਜਿਹੜਾ ਐਸਟੀਮੇਟ ਨੇ ਉਹ 2 ਲੱਖ ਤੋਂ ਉੱਪਰ ਹੈ ਕਿ ਨੌਜਵਾਨ ਉਹਦੇ ਵਿੱਚ ਖਪਤ ਹੋ ਗਏ, ਖਤਮ ਹੋ ਗਏ। ਉਸ ਤੋਂ ਬਾਅਦ ਜਿਹੜੀ ਹੈਗੀ ਆ ਜਿਹੜੀ ਅੱਜ ਕੱਲ੍ਹ ਨਸ਼ਿਆਂ ਦੀ ਹੈਗੀ ਆ, ਇੱਕ ਪੀੜ੍ਹੀ ਸਾਡੀ ਇਹਦੇ ਚਲੀ ਗਈ, ਭਰੂਣ ਹੱਤਿਆ ਔਰ ਇਹੋ ਜਿਹੀਆਂ ਹੋਰ ਜਿਹੜੀਆਂ ਨੈਗੇਟਿਵ ਇੰਪੈਕਟ ਹੈ ਸਾਡੀ ਕਮਿਊਨਿਟੀ ਦੇ ਉੱਤੇ, ਉਹ ਦੇਖਣ ਨੂੰ ਨਜ਼ਰ ਆ ਰਹੇ ਆ। ਕਿਸਾਨਾਂ ਦੀਆਂ ਖੁਦਕੁਸ਼ੀਆਂ ਵੀ ਉਸ ਤੋਂ ਬਾਅਦ ਸ਼ੁਰੂ ਹੋਈਆਂ। ਇਹ ਪੰਜਾਬ ਦੇ ਉੱਤੇ ਵਰਤਾਰੇ ਇਹ ਰੈਗੂਲਰ ਹੋ ਰਹੇ ਆ। 1900 ਜੂਨ 1984 ਤੋਂ ਲੈ ਕੇ ਜੇ ਹੁਣ ਤੱਕ ਆਪਾਂ ਦੇਖੀਏ ਜੀ, ਕਿਸਾਨ ਅੰਦੋਲਨ ਹੀ ਇੱਕ ਸ਼ਾਇਦ ਵਾਹਦ ਇੱਕ ਮੌਕਾ ਵਾ ਜਿੱਥੇ ਪੰਜਾਬੀਆਂ ਦੀ ਜਿਹੜੀ ਤੁਸੀਂ ਕਹਿੰਦੇ ਹੋ ਅਗਰੈਸਿਵ ਪੋਸਚਰਿੰਗ ਜਾਂ ਇੱਕ ਬਈ ਅਸੀਂ ਹਾਲੇ ਵੀ ਜੁਝਾਰੂ ਹੈਗੇ ਆ, ਉਹ ਸਾਹਮਣੇ ਆਇਆ। ਨਹੀਂ, ਪੰਜਾਬੀ ਇੱਕ ਬੈਕਫੁੱਟ ਤੇ ਹੀ ਨਜ਼ਰ ਆਏ ਆ। ਪੰਜਾਬੀ ਜਿਹੜੇ ਭਾਰਤ ਦੀ ਜਦੋਂ ਆਜ਼ਾਦੀ ਹੋਈ, ਜਿਸ ਨੂੰ ਤੁਸੀਂ ਗੱਲ ਕਰਦੇ ਹੋ, ਬਹੁਤ ਕੰਟਰੀਬਿਊਸ਼ਨ ਕੀਤੀ। 1947 ਦੇ ਵਿੱਚ ਪੰਜਾਬ ਦਾ ਤੇ ਬੰਗਾਲ ਦਾ ਬਹੁਤ ਨੁਕਸਾਨ ਹੋਇਆ। ਪੰਜਾਬ ਦਾ ਇੱਕ ਇਹ ਜਿਹੜਾ ਐਸਟੀਮੇਟ ਹੈ ਕਿ 10 ਲੱਖ ਤੋਂ ਵੱਧ ਲੋਕ 1947 'ਚ ਮਾਰੇ ਗਏ ਔਰ ਉਸ ਤੋਂ ਕਿਤੇ ਜ਼ਿਆਦਾ ਲੋਕ ਜਿਹੜੇ ਸੀ ਉਹ ਘਰੋਂ ਬੇਘਰ ਹੋਏ। ਔਰ ਲੇਕਿਨ ਪੰਜਾਬੀ ਉਸ 'ਚੋਂ ਉੱਭਰੇ ਆਏ ਸੀ। ਜੇ ਤੁਸੀਂ 78 ਤੱਕ ਦੇਖੀਏ ਨਾ, 1947 ਤੋਂ ਲੈ ਕੇ 78 ਤੱਕ ਪੰਜਾਬੀ ਸਿਰਫ ਉੱਭਰੇ ਨਹੀਂ, ਪੰਜਾਬੀਆਂ ਨੇ ਸਾਰੇ ਦੇਸ਼ ਦਾ ਜਿਹੜਾ ਹੈਗਾ ਜੀ ਪੇਟ ਵੀ ਭਰਿਆ ਔਰ ਜਿਹੜੀਆਂ 2 ਜਾਂ 3 ਜੰਗਾਂ ਹੋਈਆਂ ਉਹਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਵੀ ਲਿਆ। ਪੰਜਾਬੀ ਫੋਰਫਰੰਟ ਤੇ ਸੀ। ਪਰ 84 ਤੋਂ ਬਾਅਦ ਜਿਹੜਾ ਹੈਗਾ ਉਹ ਪਿੱਛੇ ਚਲੇ ਗਏ ਔਰ ਪਿੱਛੇ ਨੂੰ ਜਾਈ ਤੁਰੀ ਜਾ ਰਿਹਾ, ਨਿਗਾਰ ਵਾਲੇ ਪਾਸੇ ਜਾਈ ਤੁਰੀ ਜਾ ਰਿਹਾ ਔਰ ਇਹ ਟੁੱਟ ਨਹੀਂ ਰਿਹਾ ਜਿਹੜਾ ਇਹ ਟ੍ਰੈਂਡ ਹੈ। ਜਿਹੜੀ ਤੁਸੀਂ ਗੱਲ ਕੀਤੀ ਕਿ ਇਹ ਗਿਣੀ ਮਿਥੀ ਹੈ, ਹੁਣ ਤਾਂ ਬਹੁਤ ਸਾਰੀਆਂ ਕਿਤਾਬਾਂ ਆ ਗਈਆਂ ਨੇ, ਉਹਦੇ ਵਿੱਚ ਸੀਨੀਅਰ IPS IAS ਆਫਿਸਰ, ਕਈ IB ਦੇ ਜਿਹੜੀ ਜਿਨ੍ਹਾਂ ਨੂੰ ਆਪਾਂ ਇੰਟੈਲੀਜੈਂਸ ਏਜੰਸੀਆਂ ਕਹਿੰਦੇ ਹਾਂ, ਸਰਕਾਰੀ ਏਜੰਸੀਆਂ ਕਹਿੰਦੇ ਹਾਂ, ਉਹਨਾਂ ਦੇ ਅਫਸਰਾਂ ਨੇ ਵੀ ਕਿਤਾਬਾਂ ਲਿਖੀਆਂ ਨੇ ਜਿਨ੍ਹਾਂ ਦੇ ਵਿੱਚ ਇਹ ਬਹੁਤ ਜ਼ਿਆਦਾ ਉਹਨਾਂ ਨੇ ਖੁਲਾਸੇ ਕੀਤੇ ਆ ਕਿ ਇਹ ਸਾਰੇ ਦਾ ਸਾਰਾ ਵਰਤਾਰਾ ਜਿਹੜਾ ਸੀ ਇਹ ਗਿਣਿਆ ਮਿਥਿਆ ਸੀ। ਪਰ ਕੀ ਉਹ ਜਿਹੜੀ ਗਿਣੇ ਮਿਥੇ ਸੀ ਜਿਨ੍ਹਾਂ ਨੇ ਇਹ ਫੈਸਲੇ ਲਏ, ਫੋਰ ਐਗਜ਼ਾਮਪਲ ਆਪਾਂ ਸਿੱਧੀ ਉਹ ਗੱਲ ਕਰ ਦਿੰਦੇ, ਉਸ ਵੇਲੇ ਦੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਗੱਲ ਕਰਦੇ। ਇੰਦਰਾ ਗਾਂਧੀ ਨੇ ਕੀ ਆਪਣੀ ਜਿਹੜਾ ਹੈਗਾ ਜਾਨ ਦਾ ਬਿਆਨਾ ਫੜ ਲਿਆ ਸੀ ਕਿ ਜੀ ਮੈਂ ਇਹੋ ਜਿਹਾ ਵੱਡਾ ਫੈਸਲਾ ਲਵਾਂ ਤੇ ਕੱਲ੍ਹ ਨੂੰ ਆਪਣੀ ਜਾਨ ਵੀ ਗਵਾ ਦੂੰ। ਕਾਂਗਰਸ ਨੂੰ ਕੀ ਹਾਸਲ ਹੋਇਆ ਜੇ ਆਪਾਂ ਇਹ ਦੇਖੀਏ? ਉਦੋਂ ਤੋਂ 1984 ਤੋਂ ਦੇਖੀਏ, ਕਾਂਗਰਸ ਇੱਕ ਜਿਹੜੀ ਹੈਗੀ ਆ, ਉਸ ਤੋਂ ਬਾਅਦ ਤਾਂ ਰਾਜੀਵ ਗਾਂਧੀ ਇੱਕ ਇਲੈਕਸ਼ਨ ਜਿੱਤ ਗਿਆ, ਪਰ ਉਸ ਤੋਂ ਬਾਅਦ ਜਿਹੜੀ ਹੈਗੀ ਆ ਕਾਂਗਰਸ ਦਾ ਡਾਊਨ ਸਲਾਈਡ ਸ਼ੁਰੂ ਹੋ ਗਿਆ। ਤੇ ਦੂਸਰੇ ਪਾਸੇ ਜਦ ਤੱਕ BJP ਇਮਰਜ ਨਹੀਂ ਹੋਈ, ਜਿਹੜਾ ਇੱਕ ਸਟਰੋਂਗ ਸੈਂਟਰ ਤੁਹਾਨੂੰ ਨਜ਼ਰ ਨਹੀਂ ਸੀ ਆ ਰਿਹਾ। ਤੇ ਮੈਂ ਇਹ ਇਸ ਵੇਲੇ ਇਸ ਸਰਕਾਰ ਦੀ ਇਹ ਕੋਈ ਪ੍ਰਸ਼ੰਸਾ ਨਹੀਂ ਕਰ ਰਿਹਾ ਕਿ ਕੋਈ ਸਟਰੋਂਗ ਸੈਂਟਰ ਹੈ। ਸਟਰੋਂਗ ਸੈਂਟਰ ਤਾਂ ਸ਼ਾਇਦ ਸਾਡੇ ਜਿਹੜੇ ਜਿਨ੍ਹਾਂ ਨੇ ਜਿਹੜਾ ਕੌਨਸਟੀਟਿਊਸ਼ਨ ਹੈ ਉਹਨੂੰ ਬਣਾਇਆ, ਉਹਨਾਂ ਨੇ ਸਟਰੋਂਗ ਸੈਂਟਰ ਦੀ ਤਾਂ ਸ਼ਾਇਦ ਕੋਈ ਪਲੈਨਿੰਗ ਹੀ ਨਹੀਂ ਸੀਗੀ, ਉਹ ਤਾਂ ਅਸੀਂ ਫੈਡਰਲ ਸਟਰਕਚਰ ਸੀ। ਬਟ ਮੈਂ ਇੱਕ ਗੱਲ ਕਰ ਰਿਹਾ, ਇੱਕ ਲੀਡਰਸ਼ਿਪ ਦੀ ਇੱਕ ਆਪਾਂ ਗੱਲ ਕਰ ਰਹੇ, ਉਦੋਂ ਤੱਕ ਜਿਹੜੀ ਕਾਂਗਰਸ ਆ ਹੁਣ ਇਸ ਵੇਲੇ ਹਾਸ਼ੀਏ 'ਤੇ ਚਲੀ ਗਈ। ਕੀ ਇਹ ਬਿਲਕੁਲ ਰਿਸਰਚ ਦਾ ਇਸ਼ੂ ਆ ਕਿ ਕੀ ਜਿਹੜੀ ਉਸ ਵੇਲੇ ਦੀ ਲੀਡਰਸ਼ਿਪ ਸੀ, ਕਿਉਂਕਿ ਮੋਸਟਲੀ ਲੀਡਰਸ਼ਿਪ ਹੁਣ ਉਹ ਵੀ ਸਾਡੇ ਇੱਥੋਂ ਸਿਨੈਰੀਓ ਤੋਂ ਜਾ ਚੁੱਕੀ ਹੈ। ਜਿਹੜੇ ਇੰਦਰਾ ਗਾਂਧੀ ਦੇ ਨਾਲ ਦੇ ਜਿਹੜੇ ਐਡਵਾਈਜ਼ਰ ਸੀ ਜਾਂ ਮੰਤਰੀ ਲਾਂਬੇ ਹੋ ਚੁੱਕੇ, ਲਾਂਬੇ ਵੀ ਹੋ ਚੁੱਕੇ ਔਰ ਉਹ ਚੜ੍ਹਾਈ ਵੀ ਕਰ ਚੁੱਕੇ, ਅੱਗੇ ਅਗਲੀ ਦੁਨੀਆ 'ਚ ਜਾ ਚੁੱਕੇ ਨੇ ਔਰ ਉਹ ਦੱਸ ਨਹੀਂ ਸਕਦੇ। ਉਹਨਾਂ ਨੇ ਤਾਂ ਕੁਝ ਨਹੀਂ ਦੱਸਿਆ, ਪਰ ਜਿਹੜੀਆਂ ਸਰਕਾਰੀ ਏਜੰਸੀਆਂ ਦੇ ਜਿਹੜੇ ਲੋਕੀ ਸੀ, ਉਹਨਾਂ ਦੇ ਜਿਹੜੇ ਅਕਾਊਂਟ ਤੁਸੀਂ ਪੜ੍ਹਦੇ ਹੋ, ਉਹ ਵੀ ਮੈਨੂੰ ਲੱਗਦਾ ਪੂਰੀ ਸਟੋਰੀ ਨਹੀਂ ਦੱਸ ਸਕਦੇ। ਉਹਦੇ ਵਿੱਚੋਂ ਇਹ ਬਿਲਕੁਲ ਸਾਫ਼ ਜ਼ਾਹਿਰ ਹੈ ਕਿ ਇਹਦੀ ਤਿਆਰੀ ਬਹੁਤ ਦੇਰ ਪਹਿਲਾਂ 1982 ਦੇ ਆਸ-ਪਾਸ ਹੋਣੀ ਸ਼ੁਰੂ ਹੋ ਚੁੱਕੀ ਸੀ। ਇੱਕ ਜਿੱਦਾਂ ਆਪਾਂ ਤਿਆਰੀ ਦੀ ਗੱਲ ਕਰਦੇ ਹਾਂ ਕਿ ਪਹਿਲਾਂ ਤਿਆਰੀ ਸ਼ੁਰੂ ਹੋ ਚੁੱਕੀ ਸੀ, ਕਿ ਇਹਦੇ ਨਾਲ ਪੰਦੇਰ ਸਾਹਿਬ ਇੱਕ ਹੋਰ ਬੜਾ ਭਾਵਨਾਤਮਕ ਤੌਰ 'ਤੇ ਵੀ, ਜੇ ਆਪਾਂ ਕਹੀਏ ਧਾਰਮਿਕ ਆਸਥਾ ਦੇ ਤੌਰ 'ਤੇ ਵੀ, ਉਹ ਦਿਨ ਜੁੜਿਆ ਹੈਗਾ ਜਿਹੜਾ ਗੁਰੂ ਅਰਜਨ ਦੇਵ ਜੀ ਦਾ ਸ਼ਹਾਦਤ ਵਾਲਾ ਦਿਨ ਸੀ। ਵੱਧ ਤੋਂ ਵੱਧ ਗਿਣਤੀ 'ਚ ਸਿੱਖ ਭਾਈਚਾਰਾ, ਬਲਕਿ ਸਿੱਖ ਭਾਈਚਾਰਾ ਨਹੀਂ, ਹੋਰ ਵੀ ਜਿਹੜੇ ਹੈਗੇ ਸ਼ਰਧਾਲੂ ਵੱਡੀ ਗਿਣਤੀ 'ਚ ਉਸ ਦਿਨ ਆਉਂਦੇ ਆ, ਨਤਮਸਤਕ ਹੁੰਦੇ ਆ। ਔਰ ਸਧਾਰਨ ਜਿਹੜੇ ਲੋਕ ਹੈ, ਸ਼ਰਧਾਲੂ ਆ, ਉਹ ਆਉਂਦੇ ਆ। ਇੱਕ ਤਾਂ
ਇਹ ਹੈ ਨਾ, ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਸਮੇਂ ਦੀਆਂ ਸਰਕਾਰਾਂ ਵੱਲੋਂ ਇਹ ਪੇਸ਼ ਕੀਤਾ ਗਿਆ ਸੀ ਵੀ ਸ਼ਾਇਦ ਪਤਾ ਨਹੀਂ ਕਿੱਡਾ ਕੁ ਵੱਡਾ ਉੱਥੇ ਇੱਕ ਦੇਸ਼ ਦੇ ਖਿਲਾਫ ਬਗਾਵਤ ਦਾ ਜਿਹੜਾ ਹੈਗਾ ਤਾਣਾ ਬਾਣਾ ਬੁਣਿਆ ਜਾ ਰਿਹਾ। ਪਰ ਜਿਹੜੇ ਲੋਕ ਉੱਥੇ ਆਏ, ਹਜ਼ਾਰਾਂ ਦੀ ਲੱਖਾਂ ਦੀ ਗਿਣਤੀ 'ਚ ਜਿਹੜੇ ਨਤਮਸਤਕ ਹੋਣ ਲਈ ਆਏ, ਉਹ ਸਧਾਰਨ ਲੋਕ ਸੀ, ਜਿਨ੍ਹਾਂ ਦੇ ਬੱਚੇ ਨਾਲ ਸੀ, ਜਿਨ੍ਹਾਂ ਦੇ ਲੜਕੀਆਂ ਨਾਲ ਸੀ, ਛੋਟੇ ਛੋਟੇ ਬੱਚਿਆਂ ਦੇ ਇਲਾਵਾ ਬਜ਼ੁਰਗ ਨਾਲ ਸੀ, ਪਰਿਵਾਰਾਂ ਦੇ ਪਰਿਵਾਰ ਸੀ। ਮਤਲਬ ਕਈ ਅਜੇ ਵੀ ਜਦੋਂ ਜ਼ਿਕਰ ਹੁੰਦਾ ਸੰਗਰੂਰ ਦਾ ਹੋਰ ਹੈ, ਕਈ ਪਿੰਡ ਇਹੋ ਜਿਹੇ ਜਿੱਥੇ ਵੱਡੀ ਗਿਣਤੀ 'ਚੋਂ ਆਏ ਅਤੇ ਉਹਨਾਂ 'ਚੋਂ ਕਾਫੀ ਲੋਕ ਉਹ ਆ ਜਿਹੜੇ ਮੁੜ ਕੇ ਫਿਰ ਕਦੇ ਵਾਪਸ ਜਾ ਹੀ ਨਹੀਂ ਸਕੇ ਨੇ ਪਿੰਡ ਨੂੰ, ਕਿਉਂਕਿ ਜੋ ਕੁਝ ਉੱਥੇ ਵਰਤਾਰਾ ਵਾਪਰਿਆ ਉਹ ਉੱਥੇ ਹੀ ਖਪਤ ਹੋ ਗਏ ਜਾਂ ਉੱਥੇ ਉਹਨਾਂ ਦੀਆਂ ਸ਼ਹਾਦਤਾਂ ਹੋ ਗਈਆਂ। ਜਿਸ ਨੇ ਵੀ ਇਹ ਪਲੈਨਿੰਗ ਕੀਤੀ ਜਾਂ ਜਿੱਦਾਂ ਦਾ ਵੀ ਹੋਇਆ, ਇਹ ਠੀਕ ਹੈ ਕਿ ਵੀ ਸਾਰਾ ਕੁਝ ਸੱਚ ਸਾਹਮਣੇ ਨਹੀਂ ਆ ਰਿਹਾ, ਪਰ ਜੋ ਸਾਡੇ ਸਾਹਮਣੇ ਤੱਥ ਹੈਗੇ ਹੈ ਉਹਦਾ ਸੰਦੇਸ਼ ਤਾਂ ਹੈ ਹੀ ਹੈ ਨਾ ਕਿ ਸਭ ਨੂੰ ਪਤਾ ਇਸ ਗੱਲ ਦਾ ਕਿ ਗੁਰੂ ਅਰਜਨ ਦੇਵ ਜੀ ਦਾ ਸ਼ਹਾਦਤ ਦਾ ਦਿਹਾੜਾ ਹੋਵੇ, ਉਸ ਦਿਨ ਨੂੰ ਚੁਣਿਆ ਜਾਵੇ। ਫਿਰ ਕਬਲ ਇੰਨਾ ਨਹੀਂ, ਉਸ ਤੋਂ ਪਹਿਲਾਂ ਕਰਫਿਊ ਵਗੈਰਾ ਲਾਇਆ ਗਿਆ ਸੀ ਉਸ ਸ਼ਹਿਰ ਦੇ ਅੰਦਰ, ਫਿਰ ਕਰਫਿਊ ਦੇ ਦੌਰਾਨ ਢਿੱਲ ਦਿੱਤੀ ਗਈ। ਜਦੋਂ ਕਰਫਿਊ ਦੇ ਦੌਰਾਨ ਢਿੱਲ ਦਿੱਤੀ ਗਈ ਤਾਂ ਹੋਰ ਵੱਡੀ ਗਿਣਤੀ 'ਚ ਲੋਕ ਜਿਹੜੇ ਬਾਹਰ ਵੀ ਰੁਕੇ ਸੀ, ਸਰਾਵਾਂ 'ਚ, ਠਹਿਰਾਂ 'ਚ, ਥਾਵਾਂ 'ਤੇ, ਉਹ ਵੀ ਸਾਰੇ ਆ ਗਏ। ਸੋ ਜਿਸ ਤਰ੍ਹਾਂ ਹੁੰਦਾ ਨਾ ਕਿ ਸਾਰਿਆਂ ਨੂੰ ਇੱਕ ਜਗ੍ਹਾ 'ਤੇ ਇਕੱਠੇ ਕਰਕੇ ਮੁੜ ਕੇ ਉਹਦੇ 'ਤੇ ਹਮਲਾ ਕੀਤਾ ਗਿਆ, ਇੱਕ ਆਜ਼ਾਦ ਸਰਕਾਰ ਉਸ ਦੀ ਫੌਜ ਵੱਲੋਂ ਇਸ ਤਰ੍ਹਾਂ ਦਾ ਵਰਤਾਰਾ ਕਰਨਾ ਔਰ ਉਹ ਦਿਨ ਚੁਣਨਾ ਜਿਹੜੇ ਗੁਰੂਆਂ ਨੇ ਇਹ ਦੇਸ਼ ਦੀ ਖਾਤਰ, ਇਸ ਧਰਮ ਦੀ ਖਾਤਰ, ਸਵੈਮਾਨ ਦੀ ਖਾਤਰ ਕੁਰਬਾਨੀਆਂ ਦਿੱਤੀਆਂ ਹੋਣ, ਉਹਨਾਂ 'ਚੋਂ ਇੱਕ ਗੁਰੂ ਦਾ ਉਹ ਦਿਨ ਸ਼ਹਾਦਤ ਵਾਲਾ ਜਿਹਨੂੰ ਚੁਣਿਆ ਗਿਆ। ਕਿਧਰੇ ਇਹ ਵੀ ਲੱਗਦਾ ਹੈ ਕਿ ਜਾਂ ਇਹ ਸਬਕ ਦੇਣ ਲਈ ਜਾਂ ਸੁਨੇਹਾ ਦੇਣ ਲਈ ਸੀ ਕਿ ਜਾਂ ਅਜਿਹਾ ਸੀ ਕਿ ਵੱਧ ਤੋਂ ਵੱਧ ਇਕੱਠੇ ਹੋ ਕੇ ਉਸ ਦਿਨ ਇਹਨਾਂ ਨੂੰ ਸਬਕ ਸਿਖਾਇਆ ਜਾਵੇ। ਇਹ ਸਵਾਲ ਵੀ ਬਹੁਤ ਵੱਡਾ ਭਦੇਸਾ ਉੱਠਦਾ ਕਿ ਗੁਰੂ ਅਰਜਨ ਦੇਵ ਦਾ ਸ਼ਹਾਦਤ ਵਾਲਾ ਦਿਹਾੜਾ ਹੀ ਕਿਉਂ ਚੁਣਿਆ ਗਿਆ। ਸਿੱਧੂ ਸਾਹਿਬ, ਮੈਂ ਇਹਨੂੰ ਇਕੱਲਾ ਸਿਰਫ ਜਿਹੜਾ ਫੌਜੀ ਹਮਲਾ ਉਹਦੇ 'ਤੇ ਸੀਮਿਤ ਨਹੀਂ ਰੱਖੂੰਗਾ। ਜਿਹੜੀ ਉਸ ਵੇਲੇ ਦੀ ਜਿਹੜੀ ਮੁਕੰਮਲ ਸਿਆਸਤ ਸੀ, ਔਰ ਗੱਲ ਤਾਂ ਇਹ ਨਹੀਂ ਹੋ ਸਕਦਾ ਵੀ ਸਿਰਫ ਇਹ ਤਾਂ ਬਿਲਕੁਲ ਆਪਾਂ ਗੱਲ ਹੁਣ ਜੱਗ ਜ਼ਾਹਿਰ ਆ ਕਿ ਜਿਹੜੇ ਸ਼ਰਧਾਲੂਆਂ ਦਾ ਨੁਕਸਾਨ ਉੱਥੇ ਸਭ ਤੋਂ ਜ਼ਿਆਦਾ ਉਹਨਾਂ ਦਾ ਹੋਇਆ। ਫੌਜ ਔਰ ਜਿਹੜੇ ਉੱਧਰ ਸੰਤ ਭਿੰਡਰਾਂ ਵਾਲੇ ਅਤੇ ਉਹਨਾਂ ਦੇ ਜਿਹੜੇ ਫਾਈਟਰ ਸੀਗੇ ਉਹਨਾਂ ਦਾ ਤਾਂ ਬਾਅਦ 'ਚੋਂ ਨੁਕਸਾਨ ਹੈ, ਸਭ ਤੋਂ ਜ਼ਿਆਦਾ ਸ਼ਰਧਾਲੂਆਂ ਦਾ ਨੁਕਸਾਨ ਹੋਇਆ। ਔਰ ਮੈਨੂੰ ਹਾਲੇ ਵੀ ਯਾਦ ਹੈ ਕਿ ਉਹਨਾਂ ਦਿਨਾਂ ਦੇ ਵਿੱਚ, ਕਿਉਂਕਿ ਮੈਂ 1979 ਤੋਂ ਲੈ ਕੇ 90-92 ਤੱਕ ਉੱਥੇ ਹੀ ਸੀਗਾ ਅੰਮ੍ਰਿਤਸਰ, ਅਤੇ ਉਹਦੇ ਵਿੱਚ ਮੈਨੂੰ ਇੱਕ ਖਬਰ ਯਾਦ ਹੈ ਕਿ ਉਦੋਂ ਜਿਹੜਾ ਇਹ ਫੌਜੀ ਕਾਰਵਾਈ ਹੋਈ, ਉਸ ਤੋਂ ਬਾਅਦ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਕੋਈ 400-450 ਰਿਕਸ਼ੇ ਸੀਗੇ ਜਿਨ੍ਹਾਂ ਨੂੰ ਬਾਅਦ 'ਚੋਂ ਉਹ ਰੋਜ਼ ਉੱਥੋਂ ਚਲੇ ਜਾਂਦੇ ਸੀ। ਸ਼ਾਇਦ ਜਿਹੜੇ ਇਹ ਮਜ਼ਦੂਰ ਸੀ ਜੋ ਰਿਕਸ਼ਾ ਚਲਾਉਂਦੇ ਸੀ, ਉਹ ਉੱਥੇ ਰਾਤ ਨੂੰ ਸ਼ਾਇਦ ਉਹਨਾਂ ਦੀ ਠਹਿਰ ਸੀ ਦਰਬਾਰ ਸਾਹਿਬ ਦੇ ਵਿੱਚ, ਉੱਥੇ ਹੀ ਰਹਿੰਦੇ ਸੀ ਅਤੇ ਲੰਗਰ ਛਕ ਕੇ ਸ਼ਾਇਦ ਉਹਨਾਂ ਦੇ ਵਾਸਤੇ ਉਹ ਜਗ੍ਹਾ ਸੀਗੀ ਜਾਂ ਉੱਥੇ ਆਸ-ਪਾਸ। ਉਹ ਫਿਰ ਰਿਕਸ਼ੇ ਲੈਣ ਕੋਈ ਨਹੀਂ ਜੇ ਆਇਆ, ਔਰ ਉਹਨਾਂ ਦਾ ਵੀ ਤੁਸੀਂ ਇਹ ਦੇਖਦੇ ਹੋ ਵੀ ਸਾਨੂੰ ਪਤਾ ਹੀ ਨਹੀਂ ਵੀ ਕਿੰਨੇ ਖੱਪ ਗਏ। ਔਰ ਮੈਂ ਇਸੇ ਲਈ ਪਹਿਲਾਂ ਕਿਹਾ ਕਿ ਸਾਨੂੰ ਪਤਾ ਹੀ ਨਹੀਂ ਲੱਗਦਾ ਸਾਡਾ ਨੁਕਸਾਨ ਕਿੰਨਾ ਹੋਇਆ। ਕਿ ਕਿਤੇ ਵੀ ਜਾਂਦੇ ਆ ਬੰਦੇ, ਲੋਕੀ ਉਹਦਾ ਐਨਾਲਿਸਿਸ ਜ਼ਰੂਰ ਹੁੰਦਾ ਵੀ ਸਾਨੂੰ ਨੁਕਸਾਨ ਕੀ ਹੋਇਆ ਅਤੇ ਸਾਨੂੰ ਫਾਇਦੇ ਕੀ ਹੋਏ। ਟੋਟਲ ਜਿਹੜੀ ਮੂਵਮੈਂਟ ਸੀ, ਉਹਦਾ ਸਟਰਗਲ ਸੀ, ਉਹਦਾ ਵੀ ਇੱਕ ਜਿਹੜਾ ਹੈਗਾ ਇੱਕ ਐਨਾਲਿਸਿਸ ਹੋਣਾ ਚਾਹੀਦਾ। ਉਹਦੇ 'ਤੇ ਬੈਠ ਕੇ ਜਿਹੜੇ ਸਿੱਖ ਕੌਮ ਦੇ ਜਿਹੜੇ ਰੌਸ਼ਨ ਦਿਮਾਗ ਨੇ, ਭਾਰਤ ਸਰਕਾਰ ਦੀ ਜਿਹੜੀ ਆਪਣੀਆਂ ਹੈਗੇ ਆ ਸਿਸਟਮ ਨੇ, ਜਿਹੜੇ ਬੁੱਧੀਜੀਵੀ ਵਰਗਾ, ਉਹਨਾਂ ਨੂੰ ਇਸ ਦੇ ਉੱਤੇ ਜ਼ਰੂਰ ਇਹਦੇ 'ਤੇ ਰਿਸਰਚ ਦਾ ਟੌਪਿਕ ਬਣਾਉਣਾ ਚਾਹੀਦਾ, ਕਿਉਂਕਿ ਇਹ ਉਸ ਵੇਲੇ ਦੀ ਸਿਆਸਤ ਦੇ ਉੱਤੇ ਕਿੰਤੂ ਪ੍ਰੰਤੂ ਆ। ਜਿਹੜੇ ਤੁਸੀਂ ਗੱਲ ਕਰ ਰਹੇ ਹੋ ਵੀ ਦਿਨ ਕਿਹੋ ਜਿਹੇ ਚੁਣੇ ਗਏ, ਨੁਕਸਾਨ ਵੱਧ ਤੋਂ ਵੱਧ ਕਿਉਂ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਾਂ ਇੰਨੀ ਫੋਰਸ ਲਾਉਣ ਦੀ ਲੋੜ ਸੀ ਕਿ ਤੁਸੀਂ ਇੱਕ ਰਿਲੀਜੀਅਸ ਪਲੇਸ ਦੇ ਉੱਤੇ ਆਪਣੀ ਹੀ ਫੌਜ ਜਿਹੜੀ ਹੈ ਦੇਸ਼ ਦੀ, ਕਿਉਂਕਿ ਫੌਜ ਨੂੰ ਵੀ ਉਸ ਤੋਂ ਪਹਿਲਾਂ ਕਦੇ ਇਹੋ ਜਿਹਾ ਆਪਰੇਸ਼ਨ ਕਰਨ ਦੀ ਕੋਈ ਲੋੜ ਮਹਿਸੂਸ ਨਹੀਂ ਸੀ ਹੋਈ। ਔਰ ਫੌਜ ਦੇ ਅੰਦਰ ਬਗਾਵਤ ਹੋਈ ਉਹਦੇ ਵਿੱਚ। ਸ਼ਾਇਦ 1947 ਤੋਂ ਬਾਅਦ ਇਹ ਪਹਿਲੀ ਵਾਰੀ ਇੰਸੀਡੈਂਟ ਸੀ ਕਿ ਫੌਜ ਦੇ ਵਿੱਚ, ਭਾਰਤ ਦੀ ਫੌਜ ਦੇ ਵਿੱਚ ਬਗਾਵਤ ਹੋਈ। ਜਿਹੜੀਆਂ ਉਸ ਤੋਂ ਪਹਿਲਾਂ ਸੀਗੀਆਂ ਉਹ ਮਿਊਟਨੀ ਜਿਹੜੀਆਂ ਸੀ, ਉਹ ਜਿਹੜਾ ਬ੍ਰਿਟਿਸ਼ ਇੰਡੀਆ ਸੀ ਉਹਦੀਆਂ ਫੌਜਾਂ ਦੇ ਵਿੱਚ ਕੋਈ ਬਗਾਵਤ ਹੁੰਦੀ ਸੀ। ਆਪਣੇ ਮੁਲਕ ਦੀ ਪਹਿਲੀ ਬਗਾਵਤ ਸੀ। ਹਾਂਜੀ, ਉਹਦੇ ਵਿੱਚ ਜਿਹੜੀ, ਔਰ ਇਹ ਸਾਰੇ ਦਾ ਸਾਰਾ ਐਨਾਲਿਸਿਸ ਕਰਨ ਦੀ ਲੋੜ ਆ। ਇਹ ਰਿਸਰਚ ਦਾ ਇਸ਼ੂ ਬਹੁਤ ਵੱਡਾ ਬਣਦਾ ਵਾ। ਔਰ ਜਿੰਨੀ ਦੇਰ ਉਹ ਗੱਲ ਕਰਦੇ ਆ ਨਾ ਕਿ ਜੇ ਤੁਸੀਂ ਉਹਨੂੰ ਢਕੀ ਰੱਖੋਗੇ, ਅਸੀਂ ਤਾਂ ਨਾਰਮਲੀ ਗੱਲ ਕਰਦੇ ਹਾਂ ਪੋਲੀਟੀਸ਼ੀਅਨ ਦੇ ਨਾਲ, ਉਹ ਕਹਿੰਦੇ ਪੁਰਾਣੀਆਂ ਗੱਲਾਂ ਕੁਰੇਦਣ ਨਾਲ ਕੋਈ ਫਾਇਦਾ ਨਹੀਂ। ਪਰ ਗੱਲ ਇਹ ਆ ਵੀ ਜਿਹੜਾ ਫੋੜੇ ਦਾ ਤੁਸੀਂ ਇਲਾਜ ਨਹੀਂ ਕਰਦੇ ਉਹ ਨਾਸੂਰ ਬਣੇਗਾ। ਕੱਲ੍ਹ ਨੂੰ ਤੁਹਾਡੇ ਜਿਸਮ ਦੇ ਵਿੱਚ ਉਹਦਾ ਜ਼ਹਿਰ ਵਧੇਗਾ ਹੀ ਵਧੇਗਾ। ਜਿਸ ਤੁਸੀਂ ਨਸੂਰ ਦੀ ਗੱਲ ਕਰ ਰਹੇ ਹੋ ਕਿ ਉਹਦਾ ਜਦ ਤੱਕ ਆਪਰੇਸ਼ਨ ਨਹੀਂ ਹੋਏਗਾ ਤਾਂ ਵਧੇਗਾ ਹੀ ਵਧੇਗਾ।
ਉਸ ਨਸੂਰ ਦੇ ਮਾਮਲੇ ਨਾਲ ਹੀ ਜੁੜਿਆ ਵਾ ਇਸ਼ੂ ਬਹੁਤ ਵੱਡਾ ਹੋ ਗਈ ਕਿ ਕੀ ਆ ਜਿਹੜਾ ਸਾਕਾ ਨੀਲਾ ਤਾਰਾ ਹੈ ਉਸ ਨੂੰ ਟਾਲਿਆ ਜਾ ਸਕਦਾ ਸੀ। ਉਹਦੇ ਨਾਲ ਇੱਕ ਵੱਡਾ ਸਵਾਲ ਜਿਹੜੀ ਉਸ ਵੇਲੇ ਦੀ ਪੰਡਿਤ ਸਾਹਿਬ ਜਿਹੜੀ ਰਵਾਇਤੀ ਲੀਡਰਸ਼ਿਪ ਹੈ ਜਿਨ੍ਹਾਂ 'ਚ ਪ੍ਰਕਾਸ਼ ਸਿੰਘ ਬਾਦਲ, ਜਥੇਦਾਰ ਗੁਰਚਰਨ ਸਿੰਘ ਟੌੜਾ, ਸੰਤ ਲੌਂਗੋਵਾਲ, ਰਾਮੂ ਵਾਲਾ, ਦੂਜੇ ਕਈ ਇੱਦਾਂ ਦੇ ਆਗੂ ਜਿਹੜੇ ਹੈਗੇ ਆ, ਉਹ ਜਿਹੜੇ ਰਵਾਇਤੀ ਲੀਡਰਸ਼ਿਪ 'ਚ ਬਲਵਾਨ ਸਿੰਘ, ਹੋਰ ਬਹੁਤ ਸਾਰੇ ਆਗੂਆਂ ਦੇ ਆਪਾਂ ਨਾਂ ਲੈ ਸਕਦੇ ਹਾਂ, ਜ਼ਿਕਰ ਕਰ ਸਕਦੇ ਹਾਂ। ਉਸ ਸਮੇਂ ਦੀ ਜਿਹੜੀ ਲੀਡਰਸ਼ਿਪ ਵੱਲੋਂ ਜਿਹੜੀ ਭੂਮਿਕਾ ਨਿਭਾਈ ਜਾਣੀ ਚਾਹੀਦੀ ਸੀ ਉਸ ਨੂੰ ਟਾਲੇ ਜਾਣ ਲਈ ਜਾਂ ਰੋਕੇ ਜਾਣ ਲਈ, ਕਿਤੇ ਉਹਦੇ 'ਚ ਵੀ ਬਹੁਤ ਵੱਡੀ ਅਸਫਲਤਾ ਰਹੀ। ਦੇਖੋ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਦਾ ਤਾਂ ਇੱਕ ਆਪਣਾ ਸੁਭਾਅ ਸੀ, ਆਪਣਾ ਗੱਲ ਕਰਨ ਦਾ ਢੰਗ ਤਰੀਕਾ ਸੀ। ਆਪਾਂ ਇਹ ਨਹੀਂ ਕਹਿ ਸਕਦੇ ਕਿ ਉਹ ਉਸ ਤਰ੍ਹਾਂ ਦਾ ਪੋਲੀਟੀਸ਼ੀਅਨ ਸੀ ਜਾਂ ਉਸ ਤਰ੍ਹਾਂ ਦੀ ਲੀਡਰਸ਼ਿਪ, ਪੋਲੀਟੀਕਲ ਲੀਡਰਸ਼ਿਪ ਸੀ ਕਿ ਵੀ ਉਹ ਡਾਇਲਾਗ ਕਰਨਾ, ਕਿੱਥੇ ਛੱਡਣਾ, ਕਿੱਥੇ ਗੱਲ ਅੱਗੇ ਤੋਰਨੀ ਹੈ। ਜਿਹੜੀ ਇਹ ਲੀਡਰਸ਼ਿਪ ਸੀ, ਜਿਹੜੀ ਆਪਣੇ ਆਪ ਨੂੰ ਪੰਥਕ ਲੀਡਰਸ਼ਿਪ ਕਹਾਉਂਦੀ ਸੀ, ਉਹਦੀ ਵੀ ਕਿਤੇ ਬਹੁਤ ਵੱਡੀ ਫੇਲਰ। ਦੇਖੋ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਅਤੇ ਉਹਨਾਂ ਦੇ ਸਾਥੀ ਤਾਂ ਉਸ ਵਚਨ ਦੇ ਉੱਤੇ ਆਪਣੇ 'ਤੇ ਜੋ ਉਹਨਾਂ ਨੇ ਕੀਤਾ ਸੀ ਖਰੇ ਉਤਰੇ ਸ਼ਹਾਦਤ ਦੇ ਗਏ। ਇਸ ਲੀਡਰਸ਼ਿਪ 'ਚੋਂ ਕਈਆਂ ਨੇ ਬਾਅਦ 'ਚ ਰਾਜ ਭਾਗ ਵੀ ਭੋਗੇ ਹੈ। ਕੀ ਲੱਗਦਾ ਕਿ ਇਹਨਾਂ ਦਾ ਵੀ ਬਹੁਤ ਵੱਡਾ ਉਸ ਵੇਲੇ ਦਾ ਫੇਲਰ ਕਹਿ ਲਓ ਜਾਂ ਇੱਕ ਗਿਣੀ ਮਿਥੀ ਸਾਜ਼ਿਸ਼ ਕਹਿ ਲਓ ਕਿ ਇਹਨਾਂ ਵੱਲੋਂ ਉਸ ਮੌਕੇ ਨੂੰ ਸੰਭਾਲਿਆ ਨਹੀਂ ਜਾ ਸਕਿਆ ਜਾਂ ਜਾਣਬੁੱਝ ਕੇ ਸੰਭਾਲਿਆ ਹੀ ਨਹੀਂ ਗਿਆ। ਜਾਣਬੁੱਝ ਕੇ ਤਾਂ ਨਹੀਂ ਮੈਂ ਇੰਨੀ ਗੱਲ ਮੰਨਣ ਨੂੰ ਤਿਆਰ ਹੋਊਂਗਾ ਸਿੱਧੂ ਸਾਹਿਬ, ਪਰ ਮੈਂ ਇਹ ਜ਼ਰੂਰ ਗੱਲ ਕਰਦਾ ਕਿ ਪੋਲੀਟੀਕਲ ਇਮੈਚਿਓਰਿਟੀ ਜਾਂ ਜਿਹੜਾ ਟੈਲੈਂਟ ਆ ਸਾਡਾ, ਤੁਸੀਂ ਕਾਫੀ ਦੇਰ ਤੋਂ ਜੇ ਤੁਸੀਂ ਇਹ ਦੇਖਿਆ ਜਾਵੇ ਕਿ ਪੰਜਾਬ ਦੇ ਵਿੱਚ ਜਿਹੜਾ ਪੋਲੀਟੀਕਲ ਟੈਲੈਂਟ ਆ ਉਹਨੂੰ ਵਾਂਝਿਆ ਸਾਈਡ 'ਤੇ ਹਾਸ਼ੀਏ 'ਤੇ ਧੱਕਿਆ ਜਾ ਰਿਹਾ। ਸੋ ਔਰ ਇਹ ਜਿਹੜਾ ਵਰਤਾਰਾ ਸੀ ਇਹ 1970 ਦੇ ਦਹਾਕੇ ਦੇ ਵਿੱਚ ਸ਼ੁਰੂ ਹੋ ਗਿਆ ਸੀ ਅਤੇ ਜਿਹੜੀ ਡਾਇਨੈਸਟਿਕ ਪੋਲੀਟਿਕਸ ਜਿਹਨੂੰ ਕਹਿਣਾ ਸ਼ੁਰੂ ਕਰਦੇ ਉਦੋਂ ਉਹਦੀ ਨੀਂਹ ਪੱਥਰ ਰੱਖਿਆ ਜਾ ਚੁੱਕਿਆ ਸੀ। ਕੇਂਦਰ ਦੇ ਵਿੱਚ ਵੀ ਇੰਦਰਾ ਗਾਂਧੀ ਨੇ ਆਪਣੇ ਬੇਟੇ ਸੰਜੇ ਗਾਂਧੀ ਨੂੰ ਅੱਗੇ ਕਰਨਾ ਸ਼ੁਰੂ ਕਰਤਾ ਸੀ। ਇੱਥੇ ਵੀ ਚਲੋ ਬੇਸ਼ੱਕ ਉਸ ਵੇਲੇ ਅਕਾਲੀ ਲੀਡਰਾਂ ਦੇ ਤਾਂ ਬੱਚੇ ਹਾਲੇ ਛੋਟੇ ਸੀ, ਪਰ ਬਿਲਕੁਲ ਜਿਹੜੇ ਬਾਅਦ 'ਚੋਂ ਚੀਫ ਮਿਨਿਸਟਰ ਬਣੇ ਸੁਰਜੀਤ ਸਿੰਘ ਬਰਨਾਲਾ, ਉਹਨਾਂ ਦੇ ਬੇਟਿਆਂ ਨੇ ਵੀ ਜਾ ਕੇ ਉੱਥੇ ਕਾਫੀ ਆਪਣੀਆਂ ਕਾਰਵਾਈਆਂ ਕੀਤੀਆਂ। ਦਰਬਾਰ ਸਾਹਿਬ ਦੇ ਵਿੱਚ ਜਾ ਕੇ ਗੋਲੀ ਗਾਲੀ ਵੀ ਚਲਾਈ ਉਹਨਾਂ ਨੇ, ਉਹ ਵੀ ਲੋਕਾਂ ਨੂੰ ਬਾਅਦ 'ਚੋਂ ਯਾਦ ਆ। ਪਰ ਗੱਲ ਜਿਹੜੀ ਤੁਸੀਂ ਕਹਿੰਦੇ ਹੋ ਵੀ ਕਿ ਇਹ ਲੀਡਰਸ਼ਿਪ ਇਸ ਨੂੰ ਟਾਲ ਸਕਦੀ ਸੀ, ਗੱਲ ਸਿੱਧੂ ਸਾਹਿਬ ਇਹ ਮੈਂ ਇਸੇ ਲਈ ਕਿਹਾ ਸੀ ਉਸ ਵੇਲੇ ਦੀ ਸਿਆਸਤ ਦਾ ਐਨਾਲਿਸਿਸ ਕਰਨਾ ਬਹੁਤ ਜ਼ਰੂਰੀ ਹੈ ਕਿ ਕਿਉਂ ਵਾਪਰਿਆ ਹੈ। ਹਾਂਜੀ, ਔਰ ਉਹਦੇ ਵਿੱਚ ਕਿਹੜੇ ਮੁੱਦੇ ਸਨ ਔਰ ਕੀ ਫੈਕਟਰ ਸੀਗੇ ਜਿਹੜੇ ਪ੍ਰਭਾਵਿਤ ਕਰ ਰਹੇ ਸੀ। ਕਿਉਂਕਿ ਕਈ ਵਾਰੀ ਗੱਲ ਇਹ ਹੁੰਦੀ ਹੈ ਕਿ ਜਿਹੜਾ ਮਾਹੌਲ ਹੁੰਦਾ ਜਾਂ ਫੈਕਟਰਸ ਹੁੰਦੇ ਨੇ ਉਹ ਇੰਨੇ ਭਾਰੂ ਹੋ ਚੁੱਕੇ ਹੁੰਦੇ ਨੇ, ਜਿਹੜਾ ਇੰਡੀਵਿਜੂਅਲ ਐਕਟਰ ਆ ਉਸ ਸਿਚੁਏਸ਼ਨ 'ਚ ਉਹਦੇ ਹੱਥ ਵੱਸ ਦੀ ਗੱਲ ਰਹਿੰਦੀ ਨਹੀਂ। ਮੈਂ ਉਹਦੀ ਛੋਟੀ ਜਿਹੀ ਉਦਾਹਰਨ ਅੱਜ ਕੱਲ੍ਹ ਦੇ ਮਾਹੌਲ ਦੇ ਨਾਲ ਜੋੜ ਕੇ ਤੁਹਾਨੂੰ ਦਿਖਾਉਣਾ ਚਾਹੁੰਦਾ ਕਿ ਅੱਜ ਕੱਲ੍ਹ ਵੀ ਜੇ ਤੁਸੀਂ ਇੱਕ ਲੀਕ ਤੋਂ ਹਟ ਕੇ ਕੋਈ ਗੱਲ ਕਰਨੀ ਚਾਹੋ, ਅੱਜ ਕੱਲ੍ਹ ਫੇਸਬੁੱਕ, ਵਟਸਐਪ ਦਾ ਜ਼ਮਾਨਾ, ਇੰਸਟਾਗ੍ਰਾਮ ਦਾ, ਲੋਕੀ ਤੁਹਾਨੂੰ ਗਾਲਾਂ ਕੱਢ ਕੇ ਭਜਾ ਦਿੰਦੇ ਨੇ। ਉਸ ਵੇਲੇ ਵੀ ਇਹ ਸੀਗਾ ਕਿ ਜਿਹੜਾ ਕੇਂਦਰ ਸਰਕਾਰ ਦੇ ਨਾਲ ਕੋਈ ਵੀ ਸਮਝੌਤੇ ਦੀ ਗੱਲ ਕਰਨ ਦੀ ਕੋਸ਼ਿਸ਼ ਕਰਦਾ ਸੀ ਉਹਨੂੰ ਗੱਦਾਰ ਕਹਿ ਦੇਣਾ, ਜਾਂ ਇਹ ਕਾਂਗਰਸ ਦਾ ਏਜੰਟ ਆ ਜਾਂ ਕੇਂਦਰ ਸਰਕਾਰ ਦਾ ਏਜੰਟ ਆ ਕਹਿ ਕੇ ਬਦਨਾਮ ਕਰਕੇ ਜਾਂ ਰਿਜੈਕਟ ਕਰ ਦਿੱਤਾ ਜਾਂਦਾ ਸੀ। ਸੋ ਕੀ ਜਿਹੜਾ ਹੈਗਾ ਪੰਜਾਬ ਦੀਆਂ ਜਾਂ ਜਿਹੜੀਆਂ ਸੰਘਰਸ਼ ਕਰ ਰਹੀਆਂ ਜਥੇਬੰਦੀਆਂ ਸੀ, ਸੰਤ ਭਿੰਡਰਾਂਵਾਲੇ ਦੀ ਗੱਲ ਕਰ ਰਹੇ ਹੋ, ਅਕਾਲੀ ਦਲ ਦੀ ਗੱਲ ਕਰ ਰਹੇ ਹੋ, ਜਾਂ ਹੋਰ ਜਿਹੜੇ ਉਸ ਵੇਲੇ ਇਨਫਲੂਐਂਸ ਕਰ ਰਹੀਆਂ ਸੀ ਆਰਗੇਨਾਈਜੇਸ਼ਨਸ, ਕਿ ਉਹ ਵੀ ਕੋਈ ਸਮਝੌਤਾ ਭਾਲਦੇ ਸੀ। ਇਸੇ ਲਈ ਮੈਂ ਕਿਹਾ ਕਿ ਇਹ ਜਿਹੜਾ ਵਿਸ਼ਾ ਹੈ ਇਹ ਡੂੰਘੇ ਅਧਿਐਨ ਇਹਦੇ 'ਤੇ ਹੋਣਾ ਚਾਹੀਦਾ। ਇਹਦੇ 'ਤੇ ਇਹਨੂੰ ਪਰਤ ਦਰ ਪਰਤ ਖੋਲ ਕੇ ਔਰ ਇਹਨੂੰ ਜਿਹੜੇ ਹੈਗੇ ਆ ਕਮਿਊਨਿਟੀ ਦੇ ਸਾਹਮਣੇ ਰੱਖਣਾ ਚਾਹੀਦਾ, ਔਰ ਇਹ ਜਿਹੜੀ ਵਟਸਐਪ ਵਾਲੀ ਜਿਹੜੀ ਜਨਤਾ ਇਸ ਤੋਂ ਦੂਰ ਰੱਖਣਾ ਚਾਹੀਦਾ, ਔਰ ਇਹਦੇ 'ਤੇ ਸੀਰੀਅਸ ਬਹਿਸ ਦੀ ਬਹੁਤ ਲੋੜ ਹੈ। ਬਿਲਕੁਲ ਪੰਡਿਤ ਸਾਹਿਬ, ਸੀਰੀਅਸ ਬਹਿਸ ਦੀ ਇਸ ਕਰਕੇ ਵੀ ਲੋੜ ਹੈ ਕਿ ਸਾਕਾ ਨੀਲਾ ਤਾਰਾ ਉਸ ਦੌਰਾਨ ਤਾਂ ਜੋ ਕੁਝ ਵਾਪਰਿਆ ਉਸ ਤੋਂ ਮੰਦਭਾਗਾ ਹੋ ਹੀ ਨਹੀਂ ਸਕਦਾ, ਪਰ ਉਸ ਦਾ ਸੇਕ ਦਹਾਕਿਆਂ ਤੱਕ ਬਾਅਦ ਜਿੱਦਾਂ ਤੁਸੀਂ ਜ਼ਿਕਰ ਕੀਤਾ ਹੁਣ ਵੀ ਜਿਹੜੀ ਉਹਦੀ ਚੀਜ਼ ਦਾ ਅਹਿਸਾਸ ਤਾਂ ਹੈ ਹੀ ਹੈ, ਪਰ ਜਿਸਮਾਨੀ ਤੌਰ 'ਤੇ ਵੀ ਪੰਜਾਬ ਨੇ ਭੂਗੋਲਿਕ ਤੌਰ 'ਤੇ ਵੀ ਜਿਹੜਾ ਹੈਗਾ ਉਹ ਜਿਹੜਾ ਵਰਤਾਰਾ ਹੋਇਆ ਉਸ ਨੂੰ ਬਾਅਦ 'ਚ ਵੀ ਲੰਬਾ ਸਮਾਂ ਭੁਗਤਿਆ। ਚਾਹੇ ਸਾਡੀ ਇਕੋਨਮੀ ਦੀ ਗੱਲ ਕਰ ਲਈਏ, ਚਾਹੇ ਸਾਡੀ ਜਵਾਨੀ ਦੀ ਗੱਲ ਕਰ ਲਈਏ, ਚਾਹੇ ਸਾਡੇ ਰਿਲੀਜਨ ਦੀ, ਸੱਭਿਆਚਾਰ ਦੀ, ਐਡਾ ਵੱਡਾ ਨੁਕਸਾਨ ਜਿਹੜਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਪੰਜਾਬ ਜਿਹੜਾ, ਜਦੋਂ ਆਪਾਂ ਗੱਲ ਕਰਦੇ ਹਾਂ ਕਿ ਪੰਜਾਬ ਅੱਜ ਵੀ ਆਪਣੇ ਪੈਰਾਂ 'ਤੇ ਖੜਾ ਕਿਉਂ ਨਹੀਂ, ਜਿੱਦਾਂ ਪੰਡਿਤ ਸਾਹਿਬ ਨੇ ਜ਼ਿਕਰ ਕੀਤਾ ਕਿ ਇਸ ਦਾ ਅਧਿਐਨ ਜਿਹੜਾ ਗੰਭੀਰਤਾ ਨਾਲ ਕਰਨ ਦੀ ਲੋੜ ਹੈ। ਇਹਦੀਆਂ ਜੜ੍ਹਾਂ ਕਿਤੇ ਉਸ ਵਰਤਾਰੇ 'ਚ ਵੀ ਪਈਆਂ ਜੋ ਕੁਝ ਪੰਜਾਬ ਨੂੰ ਕੋਹਿਆ ਗਿਆ, ਲੁੱਟਿਆ ਗਿਆ,
ਕੁੱਟਿਆ ਗਿਆ, ਬਰਬਾਦ ਕੀਤਾ ਗਿਆ। ਸ਼ਾਇਦ ਕਿਤੇ ਤੰਦਾਂ ਉੱਥੇ ਵੀ ਜਾ ਕੇ ਜੁੜਦੀਆਂ। ਕਈ ਵਾਰ ਇੱਕ ਵਾਰੀ ਕੌਮ ਜਿਹੜੀ ਹੈਗੀ ਹੈ ਰੋਲੀ ਜਾਂਦੀ ਹੈ, ਫਰੋਲੀ ਜਾਂਦੀ ਹੈ, ਤਾਂ ਕਈ ਦਹਾਕਿਆਂ ਤੱਕ ਮੁੜ ਕੇ ਸੰਭਲ ਨਹੀਂ ਸਕਦੀ। ਸ਼ਾਇਦ ਪੰਜਾਬ ਨਾਲ ਵੀ ਕਦੇ ਨਾ ਕਦੇ ਇਹੋ ਜਿਹੇ ਵਰਤਾਰੇ ਵਾਪਰਦੇ ਰਹੇ ਆ, ਪਰ ਫਿਰ ਵੀ ਪੰਜਾਬ ਆਪਣੇ ਜਿਹੜੇ ਹੈਗੇ ਆ ਬਲਬੂਤੇ ਨਾਲ, ਆਪਣੇ ਗੁਰੂਆਂ ਦੇ ਆਸ਼ੀਰਵਾਦ ਨਾਲ, ਆਪਣੀ ਜਿਹੜੀ ਹੈਗੀ ਹੈ ਸੂਝ-ਬੂਝ ਦੇ ਨਾਲ ਉੱਠਦਾ ਰਿਹਾ। ਇਹਨਾਂ ਮੁੱਦਿਆਂ ਤੇ ਆਪਾਂ ਹੋਰ ਕਿਸੇ ਅਹਿਮ ਇਹਦੇ 'ਚ ਮਾੜਾ ਜਿਹਾ ਮੈਂ ਐਡ ਇਹੀ ਕਰਨਾ ਚਾਹੁੰਦਾ ਕਿ ਜੂਨ 84 ਜਾਂ 1978 ਤੋਂ ਲੈ ਲਓ, ਉਸ ਇੰਸੀਡੈਂਟ ਤੋਂ ਲੈ ਕੇ ਪੰਜਾਬ ਦੀ ਜਿਹੜੀ ਜਨਤਾ ਬੇਸ਼ੱਕ ਜੁਝਾਰੂ ਆ, ਪਰ ਉਹਨਾਂ ਨੂੰ ਇੱਕ ਪਾਏਦਾਰ ਲੀਡਰਸ਼ਿਪ ਤੋਂ ਵਾਂਝਿਆ ਕੀਤਾ ਗਿਆ। ਹਾਂ, ਔਰ ਵੈਕਿਊਮ ਹੈ ਇਸ ਵੇਲੇ ਜਿਹੜਾ, ਉਹ ਸਭ ਤੋਂ ਵੱਡਾ ਜਿਹੜਾ ਖਲਾਅ ਇਸ ਵੇਲੇ ਮਹਿਸੂਸ ਕੀਤਾ ਜਾ ਰਿਹਾ ਕਿ ਕੋਈ ਇੱਕ ਲੀਡਰ ਹੋਵੇ ਜਾਂ ਇੱਕ ਲੀਡਰਸ਼ਿਪ ਹੋਵੇ ਜਿਹੜੀ ਪੰਜਾਬ ਨੂੰ ਇੱਕ ਡਾਇਰੈਕਸ਼ਨ ਦੇ ਸਕੇ, ਉਹਦੀ ਕਮੀ ਬਹੁਤ ਵੱਡੀ ਮਹਿਸੂਸ ਹੋ ਰਹੀ ਹੈ। ਕਿਉਂਕਿ ਅਸੀਂ ਬਿਲਕੁਲ ਜਿਹੜੀ ਪਨੀਰੀ ਸੀ ਲੀਡਰਸ਼ਿਪ ਵਾਲੀ, ਉਹਨੂੰ ਬੁਰੀ ਤਰ੍ਹਾਂ ਗਵਾਇਆ। ਦੇਸ਼ ਦਾ ਇੱਕ ਹੋਰ ਵੱਡਾ ਮੁੱਦਾ, ਜਿਸ ਮੁੱਦੇ ਨੂੰ ਆਪਾਂ ਇਸ ਪ੍ਰੋਗਰਾਮ 'ਚ ਲਵਾਂਗੇ, ਬਣਦਾ ਵੀ ਹੈ, ਉਹ ਹੈ ਮਹਿਲਾ ਪਹਿਲਵਾਨ ਪਿਛਲੇ ਲੰਮੇ ਦਿਨਾਂ ਤੋਂ ਆਪਣੇ ਅਣਖ ਲਈ ਜਿਹੜਾ ਸੰਘਰਸ਼ ਕਰ ਰਹੀਆਂ। ਮੁੱਦਾ ਕੀ ਹੈ? ਜਿਨਸੀ ਸ਼ੋਸ਼ਣ ਦਾ। ਉਹ ਵੀ ਕਿਸ ਦੇ ਖਿਲਾਫ? ਕੁਸ਼ਤੀ ਫੈਡਰੇਸ਼ਨ ਦਾ ਜਿਹੜਾ ਪ੍ਰਧਾਨ ਹੈ ਬ੍ਰਿਜ ਭੂਸ਼ਣ, ਪਾਰਲੀਮੈਂਟ ਮੈਂਬਰ ਹੈ। ਪਾਰਲੀਮੈਂਟ ਮੈਂਬਰ ਵੀ ਉਹ ਧਿਰਦਾ ਹੈ ਜਿਹੜੀ ਇਸ ਵੇਲੇ ਦੇਸ਼ ਦੀ ਸਭ ਤੋਂ ਸ਼ਕਤੀਸ਼ਾਲੀ ਹਾਕਮ ਧਿਰਤਾ ਹਾਈ ਹੈ। ਉਹ ਤਾਂ ਇਹ ਵੀ ਦਾਅਵਾ ਕਰਦੇ ਆ ਕਿ ਅਸੀਂ ਕੌਮਾਂਤਰੀ ਪੱਧਰ 'ਤੇ ਵੀ ਸਭ ਤੋਂ ਸ਼ਕਤੀਸ਼ਾਲੀ ਪਾਰਟੀ ਹੈ। ਉਸ ਸ਼ਕਤੀਸ਼ਾਲੀ ਪਾਰਟੀ ਦਾ ਜਿਹੜਾ MP ਹੈ, ਫੈਡਰੇਸ਼ਨ ਦਾ ਪ੍ਰਧਾਨ ਹੈ, ਉਸ ਦੇ ਖਿਲਾਫ ਲੱਗੇ ਆ ਜਿਨਸੀ ਸ਼ੋਸ਼ਣ ਦੇ ਦੋਸ਼। ਤੇ ਉਹ ਕੁੜੀਆਂ ਲੜਾਈ ਲੜ ਰਹੀਆਂ ਜਿਨ੍ਹਾਂ ਨੇ ਦੇਸ਼ ਦਾ ਨਾਂ ਚਮਕਾਇਆ, ਸੋਨ ਤਗਮੇ ਜਿੱਤੇ, ਤੇ ਹੁਣ ਜਿਹੜਾ ਹੈਗਾ ਦਿੱਲੀ ਦੀਆਂ ਸੜਕਾਂ 'ਤੇ ਬੈਠ ਕੇ ਉਹਨਾਂ ਵੱਲੋਂ ਸੰਘਰਸ਼ ਕੀਤਾ ਜਾ ਰਿਹਾ। ਇਹ ਠੀਕ ਹੈ ਕਿ ਕੌਮੀ ਤੇ ਕੌਮਾਂਤਰੀ ਪੱਧਰ ਦੇ ਵੱਖ-ਵੱਖ ਖੇਤਰਾਂ ਦੇ ਖਿਡਾਰੀ ਉਹਨਾਂ ਦੀ ਹਮਾਇਤ ਕਰ ਰਿਹਾ ਹੈ। ਕਿਸਾਨ ਵੱਡੀ ਪੱਧਰ 'ਤੇ ਇਸ ਅੰਦੋਲਨ 'ਚ ਉੱਠ ਕੇ ਉਹਨਾਂ ਦੇ ਨਾਲ ਖੜੇ ਹੋਏ ਆ। ਕਿਸਾਨਾਂ ਦਾ ਕਹਿਣਾ ਹੈ ਕਿ ਸਾਡੀਆਂ ਪੇਂਡੂ ਧੀਆਂ ਤੇ ਭੈਣਾਂ, ਇਸ ਕਰਕੇ ਅਸੀਂ ਇਸ ਅੰਦੋਲਨ ਤੋਂ ਪਿੱਛੇ ਨਹੀਂ ਹਟ ਸਕਦੇ। ਨਿਆਂ ਤੇ ਇਨਸਾਫ ਲਈ ਜਿੱਥੋਂ ਤੱਕ ਵੀ ਲੜਨਾ ਪਿਆ ਕਹਿੰਦੇ ਲੜਾਂਗੇ। ਉਹ ਗੱਲ ਤਾਂ ਉਹਨਾਂ ਦੀ ਠੀਕ ਹੈ, ਪਰ ਦੂਜੇ ਪਾਸੇ ਜਿਹੜੀ ਹਾਕਮ ਧਿਰ ਹੈ, ਹਾਕਮ ਧਿਰ ਦੀ ਜਾਣੀ ਬੇਸ਼ਰਮੀ ਦੇਖੋ ਇਸ ਕਦਰ ਕਿ ਇੰਨੇ ਦਿਨਾਂ ਦੇ ਸੰਘਰਸ਼ਾਂ ਅੰਦੋਲਨ ਦੇ ਬਾਅਦ ਵੀ ਇੱਕ ਵੀ ਕਿਸੇ ਜਿਹੜੇ ਇਸ ਤਰ੍ਹਾਂ ਦੇ ਅਹੁਦੇਦਾਰ ਨੇ ਜਿਹੜੇ ਕੌਮੀ ਪੱਧਰ ਦਾ ਨੇਤਾ ਹੋਵੇ, ਉਹਦੇ ਵੱਲੋਂ ਇਸ ਦੇ ਉੱਤੇ ਕੋਈ ਅਹਿਸਾਸ ਨਹੀਂ ਕੀਤਾ ਗਿਆ ਜਾਂ ਆਪਣੀਆਂ ਧੀਆਂ ਭੈਣਾਂ ਕੁੜੀਆਂ ਨੂੰ ਇਹ ਕਿਹਾ ਨਹੀਂ ਗਿਆ ਕਿ ਇਸ ਮੌਕੇ 'ਤੇ ਅਸੀਂ ਤੁਹਾਡੇ ਨਾਲ ਖੜੇ ਹਾਂ, ਨਿਆਂ ਤੇ ਇਨਸਾਫ ਮਿਲੇਗਾ। ਇਹ ਜ਼ਰੂਰ ਹੈ ਕਿ ਰਵਾਇਤੀ ਤੌਰ 'ਤੇ ਜਿੱਦਾਂ ਹੁੰਦਾ ਮੀਡੀਆ 'ਚ ਇੱਕ ਬਿਆਨ ਦੇਣਾ ਹੁੰਦਾ ਹੈ। ਜਿਹੜਾ ਖੇਡ ਮੰਤਰੀ ਹੈ ਠਾਕਰ, ਉਹ ਬਾਰ-ਬਾਰ ਇਹ ਕਹਿੰਦਾ ਹੈ ਕਿ ਜੀ ਅਸੀਂ ਇਸ ਮੁੱਦੇ 'ਤੇ ਜ਼ਰੂਰ ਜਾਂਚ ਚੱਲ ਰਹੀ ਹੈ, ਨਿਆਂ ਮਿਲੇਗਾ। ਅਸੀਂ ਚਾਹੁੰਦੇ ਹਾਂ ਕਿ ਕਦੇ ਨਿਰਪੱਖ ਜਾਂਚ ਹੋਵੇ। ਨਿਰਪੱਖ ਜਾਂਚ ਦੇ ਪਤਾ ਨਹੀਂ ਸਰਕਾਰਾਂ ਜਾਣਦੀਆਂ ਕੀ ਮੈਨੇ ਹੁੰਦੇ ਹੈ, ਨਿਰਪੱਖ ਜਾਂਚ ਕਿਸ ਤਰ੍ਹਾਂ ਦੀ ਹੋਏਗੀ? ਕਿਉਂਕਿ ਜਿਨ੍ਹਾਂ ਕੁੜੀਆਂ ਨੇ FIR ਦਰਜ ਕਰਾਈ ਹੈ, ਇਹ ਤੋਂ ਵੱਡੀ ਗੱਲ ਕੀ ਹੋ ਸਕਦੀ ਹੈ? ਜਿਹੜਾ ਮੀਡੀਆ 'ਚ ਲੇਟੈਸਟ ਇਹ ਮਾਮਲਾ ਹੈ ਕਿ ਇੱਕ ਜਿਹੜੇ ਫੈਡਰੇਸ਼ਨ ਦੇ ਆਗੂ ਹੈਗੇ ਆ, ਪਹਿਲਵਾਨ ਹੈਗੇ ਆ, ਉਹਨਾਂ ਵੱਲੋਂ ਕਿਸੇ ਮੌਕੇ 'ਤੇ ਪ੍ਰਧਾਨ ਮੰਤਰੀ ਦੇ ਧਿਆਨ ਵਿੱਚ ਵੀ ਇਹ ਗੱਲ ਲਿਆਂਦੀ ਗਈ ਕਿ ਮਹਿਲਾ ਪਹਿਲਵਾਨ ਕੁੜੀਆਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਕਿਸ ਕਦਰ ਜਿਹੜਾ ਫੈਡਰੇਸ਼ਨ ਦਾ ਪ੍ਰਧਾਨ ਹੈ ਬ੍ਰਿਜ ਭੂਸ਼ਣ, ਉਸ ਦੇ ਵੱਲੋਂ ਪਰੇਸ਼ਾਨ ਕੀਤਾ ਜਾ ਰਿਹਾ ਹੈ, ਗਲਤ ਕਿਸਮ ਦੀਆਂ ਹਰਕਤਾਂ ਕੀਤੀਆਂ ਜਾ ਰਹੀਆਂ। ਇਹ ਵੀ ਹੈ ਕਿ ਪ੍ਰਧਾਨ ਮੰਤਰੀ ਵੱਲੋਂ ਭਰੋਸਾ ਦਿੱਤਾ ਗਿਆ ਕਿ ਨਹੀਂ, ਇਸ ਮਾਮਲੇ 'ਚ ਖੇਡ ਮੰਤਰਾਲਾ ਤੁਹਾਡੇ ਨਾਲ ਸੰਪਰਕ ਕਰੇਗਾ, ਨਿਆਂ ਤੇ ਇਨਸਾਫ ਮਿਲੇਗਾ। ਨਿਆਂ ਤੇ ਇਨਸਾਫ ਇਹ ਹੈ ਕਿ ਹੁਣ ਜਿਹੜਾ 5 ਤਰੀਕ ਨੂੰ ਇੱਕ ਦਿਨ ਬਾਅਦ ਦੇ ਵਿੱਚ ਜੋ ਅਯੁੱਧਿਆ ਦੇ ਵਿੱਚ ਰੈਲੀ ਰੱਖੀ ਗਈ ਸੀ, ਬ੍ਰਿਜ ਭੂਸ਼ਣ ਵੱਲੋਂ ਜਿਸ ਤਰੀਕੇ ਨਾਲ ਦਹਾੜ ਕੇ ਆਖਦਾ ਸੀ ਕਿ ਲੱਖਾਂ ਦਾ ਇਕੱਠ ਹੋਏਗਾ, ਮੈਂ ਸਾਧੂ ਸੰਤ ਬੁਲਾਵਾਂਗਾ, ਮੈਂ ਦੱਸਾਂਗਾ ਕਿ ਸੱਚ ਕੀ ਹੈ ਤੇ ਝੂਠ ਕੀ ਹੈ, ਜਾਣੀ ਜਿਸ ਦੇ ਖਿਲਾਫ ਜਿਨਸੀ ਸ਼ੋਸ਼ਣ ਦੇ ਦੋਸ਼ ਲੱਗੇ ਹੋਣ, ਉਹੀ ਇਸ ਮੁਲਕ ਦੇ ਵਿੱਚ ਦਹਾੜ ਰਿਹਾ ਹੋਏ। ਸ਼ਾਇਦ ਇਸ ਤੋਂ ਵੱਡਾ ਨਿਆਂ ਤੇ ਇਨਸਾਫ ਬਾਰੇ ਕੋਈ ਹੋਰ ਸਵਾਲ ਪੁੱਛਿਆ ਨਹੀਂ ਜਾ ਸਕਦਾ। ਭਿੰਦਰ ਸਾਹਿਬ ਕਿਵੇਂ ਦੇਖਦੇ ਹੋ ਇਸ ਵਰਤਾਰੇ ਨੂੰ? ਸਿੱਧੂ ਸਾਹਿਬ, ਮੈਨੂੰ ਸਰਕਾਰ ਦਾ ਇੱਕ ਨਾਅਰਾ ਵਾ, ਬੇਟੀ ਪੜ੍ਹਾਓ ਬੇਟੀ ਬਚਾਓ ਜੀ। ਤੇ ਜੇ ਬੇਟੀ ਜਦੋਂ ਪੜ੍ਹਦੀ ਆ, ਸਕੂਲ ਜਾਂਦੀ ਹੈ, ਤਾਂ ਬੇਟੀ ਫਿਰ ਸਕੂਲਾਂ ਦੇ ਵਿੱਚ ਅੱਜ ਕੱਲ੍ਹ ਆਪਣੇ ਤਰਜੀਹ ਦਿੱਤੀ ਜਾਂਦੀ ਹੈ ਕਿ ਜਿਹੜਾ ਜਿਸਮ ਦੀ ਸਵਾਸਥ ਵਾਸਤੇ ਖੇਡਾਂ 'ਚ ਵੀ ਲੜਕੀਆਂ ਨੂੰ ਆਉਣਾ ਚਾਹੀਦਾ। ਔਰ ਇਹ ਲੜਕੀਆਂ ਜਿਹੜੀਆਂ ਪਹਿਲਵਾਨ ਆਈਆਂ ਨੇ, ਇਹ ਕੋਈ ਓਲੰਪਿਕਸ ਦੇ ਵਿੱਚ, ਕਾਮਨਵੈਲਥ, ਏਸ਼ੀਅਨ ਗੇਮਸ, ਉੱਥੇ ਜਿੱਥੇ ਕਦੇ ਵੀ ਭਾਰਤ ਦੀ ਸ਼ਮੂਲੀਅਤ ਨਹੀਂ ਸੀ ਹੁੰਦੀ, ਉੱਥੋਂ ਮੈਡਲ ਜਿੱਤ ਕੇ ਲੈ ਕੇ ਆਈ। ਔਰ ਜਿੱਦਣ ਇਹਨਾਂ ਨੇ ਮੈਡਲ ਜਿੱਤੇ ਸੀ, ਇਹਨਾਂ ਵਾਸਤੇ ਜਿਹੜਾ ਸੀਗਾ ਜੀ ਤਿਰੰਗਾ ਝੰਡਾ ਲਹਿਰਾਇਆ ਗਿਆ ਤੇ ਜਿਹੜਾ ਰਾਸ਼ਟਰ ਗਾਨ ਆ ਉਹ ਗਾਇਆ ਗਿਆ। ਦੇਸ਼ ਦੇ ਜਿਹੜੇ ਨੌਜਵਾਨ ਨੇ, ਖਾਸ ਕਰ ਜਿਹੜੀਆਂ ਲੜਕੀਆਂ ਨੇ, ਉਹ ਉਤਸ਼ਾਹਿਤ ਹੋ ਰਹੀਆਂ ਸੀ। ਉਹਨਾਂ ਦੇ ਜਿਹੜੇ
ਘਰ ਦੇ ਨੇ, ਉਹਨਾਂ ਦੇ ਪਰਿਵਾਰ ਨੇ, ਉਹ ਵੀ ਆਪਣੀਆਂ ਬੱਚੀਆਂ ਵੱਲ ਦੇਖਦੇ ਸੀ ਕਿ ਸ਼ਾਇਦ ਕੱਲ੍ਹ ਨੂੰ ਸਾਡੀ ਬੱਚੀ ਵੀ ਇਸ ਤਰ੍ਹਾਂ ਮੈਡਲ ਜਿੱਤ ਕੇ ਲਿਆ ਸਕਦੀ ਆ। ਸੋ ਸਿੱਧੂ ਸਾਹਿਬ, ਤੁਹਾਨੂੰ ਯਾਦ ਹੋਣਾ ਜਦੋਂ ਆਪਣੇ ਜਿਹੜੇ ਸੀਗੇ ਸਟੂਡੈਂਟ ਡੇ ਸੀਗੇ, ਉਦੋਂ ਮਾਂ ਪਿਓ ਖੇਡਾਂ ਵਾਲੇ ਪਾਸੇ ਜਾਣ ਨਹੀਂ ਸੀ ਦਿੰਦੇ, ਅਤੇ ਔਰ ਕਹਿੰਦੇ ਸੀਗੇ ਜੀ ਕਿ ਖੇਡਾਂ ਦਾ ਕੋਈ ਫਿਊਚਰ ਨਹੀਂ ਹੈ। ਪਰ ਹੁਣ ਪਿੱਛੇ ਜੇ ਜਿਸ ਤਰ੍ਹਾਂ ਖੇਡਾਂ ਹੋ ਰਹੀਆਂ ਨੇ, ਉਹਦੇ ਵਿੱਚ ਬੱਚਿਆਂ ਨੂੰ ਜਿਹੜਾ ਫਿਊਚਰ ਮਿਲ ਰਿਹਾ, ਜਿਹੜੀ ਖੇਡਾਂ ਨੇ ਇੱਕ ਪ੍ਰੋਫੈਸ਼ਨ ਬਣ ਗਿਆ। ਪਰ ਤੁਸੀਂ ਇਹ ਦੇਖੋ ਕਿੰਨੀ ਅਫਸੋਸ ਦੀ ਗੱਲ ਹੈ, ਜਿਹੜੀ ਪਾਰਟੀ ਬੇਟੀ ਪੜ੍ਹਾਓ ਬੇਟੀ ਬਚਾਓ ਦੀ ਗੱਲ ਕਰ ਰਹੀ ਆ, ਔਰ ਉਹ ਸਰਕਾਰੀ ਤੰਤਰ ਦੀ ਇਸ ਵੇਲੇ ਸ਼ਿਕਾਰ ਹੋਈਆਂ ਨੇ ਜਿਹੜੀਆਂ ਗੋਲਡ ਮੈਡਲਿਸਟ ਨੇ, ਜਿਨ੍ਹਾਂ ਨੂੰ ਗੋਲਡ ਮੈਡਲ ਮਿਲੇ ਹੋਏ। ਆਮ ਕੁੜੀਆਂ ਦਾ ਸੜਕਾਂ ਦੇ ਉੱਤੇ ਕੀ ਹਾਲ ਹੋਊਗਾ। ਹੁਣ ਜਿਹੜੀ ਇਨਸਾਫ ਦੀ ਗੱਲ ਕਰ ਰਹੇ ਆ, ਜਿਹੜੇ ਖੇਡ ਮੰਤਰੀ ਅਨੁਰਾਗ ਠਾਕਰ ਗੱਲ ਕਰ ਰਹੇ ਕਿ ਜੀ ਅਸੀਂ ਨਿਰਪੱਖ ਜਾਂਚ ਕਰਾਉਣੀ ਆ, ਜਿਹੜਾ ਕਾਨੂੰਨ ਦੀਆਂ ਧਾਰਾਵਾਂ ਦੇ ਵਿੱਚ ਜਿਨ੍ਹਾਂ 'ਚ FIR ਰਜਿਸਟਰ ਹੋਈ ਆ, ਉਹਦੇ ਵਿੱਚ ਇਹ ਜੇ ਕੋਈ ਔਰਤ ਜਿਹੜੀ ਹੈ ਆਪਣੇ ਉੱਤੇ ਇਸ ਤਰ੍ਹਾਂ ਦੇ ਇਲਜ਼ਾਮ ਇਹ ਲਾਉਂਦੀ ਹੈ ਕਿ ਜੀ ਕਿਸੇ ਮਰਦ ਨੇ ਮੇਰੇ ਖਿਲਾਫ ਆਹ ਐਕਸ਼ਨ ਕੀਤੇ ਨੇ, ਜਿਨਸੀ ਸ਼ੋਸ਼ਣ ਦੀ ਕੋਸ਼ਿਸ਼ ਕੀਤੀ ਆ, ਜਾਂ ਕਿ ਉਹਦੇ ਐਡਵਾਂਸਿਸ ਹੋਏ ਨੇ, ਉਹਨੇ ਜਿਹੜਾ ਹੈਗਾ ਅੱਗੇ ਕੋਈ ਇਹੋ ਜਿਹੀ ਐਕਟੀਵਿਟੀ ਕੀਤੀ ਆ, ਉਹਦੀ ਅਰੈਸਟ ਹੈ ਪਹਿਲਾਂ, ਜਿਹੜੀ ਹੈਗੀ ਆ ਜਾਂਚ ਬਾਅਦ 'ਚੋਂ ਆ। ਹੁਣ ਇਹ ਜਿਹੜਾ ਬ੍ਰਿਜ ਭੂਸ਼ਣ ਸ਼ਰਨ ਸਿੰਘ ਆ, ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦਾ ਜਿਹੜਾ ਪ੍ਰਧਾਨ ਆ, BJP ਦਾ ਲੋਕ ਸਭਾ ਦਾ ਮੈਂਬਰ ਆ, ਔਰ ਪਿੱਛੇ ਜੇ ਤੁਸੀਂ ਇਹ ਦੇਖੋ, ਕਮਾਲ ਦੀ ਗੱਲ ਤਾਂ ਇਹ BJP ਦੀ ਤਾਂ ਸਪੋਰਟ ਡਾਇਰੈਕਟ ਨਾ ਹੋਵੇ, ਇੰਡਾਇਰੈਕਟ ਤਾਂ ਹੈਗੀ ਹੈ ਕਿਉਂਕਿ ਉਹਦੇ ਖਿਲਾਫ ਐਕਸ਼ਨ ਨਹੀਂ ਹੋਇਆ। ਜਿਹੜੀ ਸਭ ਤੋਂ ਸ਼ਰਮਸ਼ਾਰ ਕਰਨ ਵਾਲੀ ਗੱਲ ਹੈ ਕਿ ਸਾਧੂ ਸੰਤ ਉਹਦੇ ਜਿਹੜੇ ਆਪਣੇ ਆਪ ਨੂੰ ਧਰਮ ਦੇ ਰਾਖੇ ਕਹਿੰਦੇ ਆ, ਔਰ ਜਿਹੜੇ ਦੇਸ਼ ਦੇ ਵਿੱਚ ਜਿਹੜੀ ਹੈਗੀ ਆ ਰਮਾਇਣ ਜਾਂ ਮਹਾਭਾਰਤ ਦੀ ਗੱਲ ਕੀਤੀ ਜਾਂਦੀ ਹੈ ਕਿ ਇੱਕ ਔਰਤ ਦੀ ਬੇਇੱਜ਼ਤੀ ਪਿੱਛੇ ਜੰਗਾਂ ਲੜੀਆਂ ਗਈਆਂ ਹੋਣ ਔਰ ਐਡੇ ਵੱਡੇ ਗ੍ਰੰਥ ਲਿਖੇ ਗਏ ਹੁਣ, ਉਸ ਦੀ ਰਾਖੀ ਕਰਨ ਵਾਲੇ ਸਾਧੂ ਸੰਤ ਇਹ ਆ ਕੇ ਕਹਿਣ ਜੀ ਉਹ ਬੰਦਾ ਠੀਕ ਆ। ਆਮ ਘਰਾਂ ਦੇ ਵਿੱਚ ਤਾਂ ਜੀ ਜਿਹੜਾ ਇਹ ਜਿਹੜਾ ਹੈਗਾ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦਾ ਜਿਹੜਾ ਇਹ ਬੰਦਾ ਵਾ, ਇਹਨੂੰ ਆਮ ਘਰਾਂ 'ਚ ਜਾ ਕੇ ਦੇਖੋ, ਇਹਨੂੰ ਤਾਂ ਰਾਖਸ਼ ਦੇ ਬਰਾਬਰ ਮੰਨਿਆ ਜਾਂਦਾ ਵੀ ਇਹ ਤਾਂ ਦੈਂਤ ਹੈ। ਇਹ ਤਾਂ ਜੀ ਇਹ ਕੱਲ੍ਹ ਨੂੰ ਇਹਨੂੰ ਖੁੱਲ੍ਹਿਆ ਛੱਡੇ ਜਾਣ ਤਾਂ ਇਕੱਲਾ ਵੀ ਇੱਕ ਅੱਧੇ ਇੰਸੀਡੈਂਟ ਤਾਂ ਜਿਹੜੀ ਗੱਲ ਹੈ ਨਹੀਂ ਕਿ ਇਹ ਕਈ ਜਿਹੜੀਆਂ ਰੈਸਲਰਸ ਨੇ, ਕਿਸੇ ਨੂੰ ਉਹ ਕਹਿ ਰਿਹਾ ਸਪਲੀਮੈਂਟ, ਹੁਣ ਤੁਸੀਂ ਇਹ ਦੇਖੋ ਵੀ ਇਹ ਸਪਲੀਮੈਂਟ ਦੇਣੇ ਆ, ਅਤੇ ਜੀ ਉਹਦੇ ਵਾਸਤੇ ਲੜਕੀ ਨੂੰ ਕਹਿ ਰਿਹਾ ਵੀ ਤੂੰ ਆਪਣੇ ਜਿਹੜੇ ਹੈਗੇ ਆ ਮੇਰੇ ਨਾਲ ਕੰਪਰੋਮਾਈਜ਼ ਕਰ ਜਿਸਮਾਨੀ ਤੌਰ 'ਤੇ, ਤਾਂ ਤੈਨੂੰ ਕੋਈ ਸਪਲੀਮੈਂਟ ਦੇ, ਜੇ ਤੂੰ ਮੈਨੂੰ ਖੁਸ਼ ਕਰੇਂਗੀ ਤਾਂ ਤੈਨੂੰ ਸਪਲੀਮੈਂਟ ਕਰਾਉਂ। ਸੋ ਇਹੋ ਜਿਹੀਆਂ ਖਬਰਾਂ ਆ ਰਹੀਆਂ ਨੇ। ਅਤੇ ਹੁਣ ਤਾਂ ਤੁਸੀਂ ਇਹ ਦੇਖੋ ਸਿੱਧੂ ਸਾਹਿਬ, ਅੱਜ ਦੀ ਇਹ ਖਬਰ ਆ ਪਿੱਛੇ ਥੋੜ੍ਹੀ ਦੇਰ ਪਹਿਲਾਂ ਦੀ ਕਿ ਇੱਕ ਓਲੰਪੀਅਨ, ਇੱਕ ਇੰਟਰਨੈਸ਼ਨਲ ਰੈਫਰੀ ਔਰ ਇੱਕ ਕੋਚ, ਉਹਨਾਂ ਨੇ ਦਿੱਲੀ ਪੁਲਿਸ ਦੇ ਸਾਹਮਣੇ ਇਹ ਬਿਆਨ ਦੇ ਦਿੱਤੇ ਨੇ, ਔਰ ਕੋਈ ਇਹ ਕਿਹਾ ਜਾਂਦਾ ਕਿ 125 ਦੇ ਆਸ-ਪਾਸ ਇਸ ਦੀਆਂ ਗਵਾਹੀਆਂ ਦੇਣ ਨੂੰ ਲੋਕੀ ਤਿਆਰ ਨੇ। ਸੋ ਉਹਨਾਂ ਨੇ ਇਹ ਕਿਹਾ ਕਿ ਜੀ ਇਹ ਜਿਹੜੀਆਂ ਪੀੜਤ ਲੜਕੀਆਂ ਨੇ, ਜਿਨ੍ਹਾਂ ਦੇ ਵਿੱਚੋਂ ਇੱਕ ਰੈਸਲਰ ਨਾਬਾਲਗ ਸੀ ਉਸ ਵੇਲੇ, ਔਰ ਉਹਦੇ ਉੱਪਰ ਜਿਹੜੇ ਨਾਬਾਲਗ ਪੋਸਕੋ ਜਿਹੜਾ ਹੈਗਾ ਲਾਅ ਜਿਹੜਾ ਹੈਗਾ, ਔਰ ਉਹਦੇ ਵਿੱਚ ਤਾਂ ਜਿਹੜਾ ਹੈਗਾ ਕਾਨੂੰਨ ਹੋਰ ਵੀ ਸਖਤ ਹੈ। ਜੇ ਨਾਬਾਲਗ ਦੇ ਖਿਲਾਫ ਕੋਈ ਇਹੋ ਜਿਹੀ ਐਕਟੀਵਿਟੀ ਹੁੰਦੀ ਆ, ਜਿਹੜੀ ਹੈਗੀ ਆ ਸੈਕਸ਼ੂਅਲ ਓਫੈਂਸ ਹੈਗਾ ਹੁੰਦਾ ਵਾ, ਤਾਂ ਫਿਰ ਤਾਂ ਉਹ ਕਾਨੂੰਨ ਉਦੋਂ ਵੀ ਸਖਤ ਹੈ। ਸੋ ਉਹਨਾਂ ਨੇ ਇਹ ਕਿਹਾ ਕਿ ਜੀ 6 ਘੰਟਿਆਂ ਦੇ ਅੰਦਰ ਅੰਦਰ ਇਹਨਾਂ ਨੇ ਸਾਨੂੰ ਇਸ ਇੰਸੀਡੈਂਟ ਦੇ ਬਾਰੇ ਦੱਸਿਆ ਸੀ, ਅਤੇ ਅਸੀਂ ਆਪਣੀ ਹਾਇਰ ਅਥਾਰਟੀਜ਼ ਨੂੰ ਅੱਗੇ ਵੀ ਦੱਸਿਆ। ਸੋ ਜਿਹੜਾ ਇਹ ਸਰਕਾਰ ਦਾ ਇਹ ਕਹਿਣਾ ਕਿ ਅਸੀਂ ਜਾਂਚ ਕਰਨੀ ਆ, ਜਾਂਚ ਤਾਂ ਬਾਅਦ 'ਚ ਹੋਊਗੀ, ਪਹਿਲਾਂ ਤਾਂ ਜੀ ਉਸ ਨੂੰ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਜਿਹੜੇ ਅਹੁਦਾ ਵਾ ਉਸ ਤੋਂ ਹਟਾਇਆ ਜਾਵੇ, ਫਿਰ ਉਹਨੂੰ ਮੈਂਬਰ ਪਾਰਲੀਮੈਂਟ ਤੋਂ ਹਟਾਇਆ ਜਾਵੇ। ਹੁਣ ਇਹ ਸਾਡੇ ਜਿਹੜੇ ਬਹੁਤ ਸਾਰੇ ਜਿਹੜੇ ਦਰਸ਼ਕ ਨੇ ਉਹ ਵਿਦੇਸ਼ਾਂ 'ਚ ਨੇ, ਉੱਥੇ ਵੀ ਤੁਸੀਂ ਇਹ ਦੇਖੋ, ਇਹ ਤਾਂ ਨਹੀਂ ਹੈ ਕਿ ਭਾਰਤ ਦੇ ਵਿੱਚ ਇਹ ਹੁੰਦਾ, ਉੱਥੇ ਵੀ ਜਿਨਸੀ ਸ਼ੋਸ਼ਣ ਦੇ ਇੰਸੀਡੈਂਟਸ ਹੁੰਦੇ ਆ, ਪਰ ਜਦੋਂ ਐਲੀਗੇਸ਼ਨ ਲੱਗਦਾ ਮੰਤਰੀ ਆਪਣੇ ਅਹੁਦੇ ਛੱਡ ਕੇ ਪਰੇ ਹੋ ਜਾਂਦੇ ਨੇ। ਸਕੂਲਾਂ ਦੇ ਵਿੱਚ ਟੀਚਰਸ ਦੇ ਉੱਤੇ ਐਲੀਗੇਸ਼ਨ ਲੱਗਦੇ ਨੇ, ਉਹ ਰਿਜ਼ਾਈਨ ਕਰਕੇ ਚਲੇ ਜਾਂਦੇ ਨੇ, ਫਿਰ ਬਾਅਦ 'ਚੋਂ ਉਹਨਾਂ ਦੀ ਜਿਹੜੀ ਹੈਗੀ ਹੈ ਜਾਂਚ ਹੁੰਦੀ ਰਹਿੰਦੀ ਹੈ ਅਤੇ ਬਾਅਦ 'ਚ ਸਜ਼ਾਵਾਂ ਹੁੰਦੀਆਂ। ਪਰ ਇੱਥੇ ਤਾਂ ਇਹ ਮੰਨਣ ਨੂੰ ਹੀ ਤਿਆਰ ਨਹੀਂ। ਇੱਥੇ ਤਾਂ ਜਿਹੜੀ ਸਾਧੂ ਸੰਤ ਉੱਠ ਕੇ ਇਹ ਕਹਿੰਦੇ ਨਹੀਂ ਇਹ ਠੀਕ ਹੈ ਜੀ ਇਹ ਬੰਦਾ। ਬੰਦੇ ਸਾਹਿਬ ਦੇਖੋ ਸਥਿਤੀ ਹੈ ਜਿੱਦਾਂ ਤੁਸੀਂ ਕਹਿ ਰਹੇ ਕੋਈ ਮੰਨਣ ਲਈ ਤਿਆਰ ਨਹੀਂ। ਮੈਂ ਅੱਜ ਇੱਕ ਸੀਨੀਅਰ ਜਰਨਲਿਸਟ ਦਾ ਆਰਟੀਕਲ ਦੇਖ ਰਿਹਾ ਸੀ, ਉਹਦੇ ਵੱਲੋਂ ਕਿਹਾ ਜਾ ਰਿਹਾ ਕਿ ਜਿੱਦਾਂ ਜਾਂਚ ਦੀ ਗੱਲ, ਉਹ ਕਹਿੰਦੇ ਸਿਰਫ ਸਰਕਾਰ ਹੈ ਜਿਹੜੀ ਉਹਨੂੰ ਸਮਝ ਨਹੀਂ ਲੱਗ ਰਹੀ ਵੀ ਇਹ ਕੁਝ ਵਾਪਰਿਆ ਜਾਂ ਨਹੀਂ ਵਾਪਰਿਆ, ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ। ਕਹਿੰਦੇ ਬਾਕੀ ਸਾਰੇ ਮੁਲਕ ਨੂੰ ਪਤਾ ਹੈ ਕਿ ਕੀ ਕੁਝ ਵਾਪਰਿਆ। ਇਸ ਦੇਸ਼ ਦੇ ਅੰਦਰ ਜਿਹੜੇ ਵੀ ਲੋਕ ਜਿਹੜੇ ਥੋੜ੍ਹਾ ਬਹੁਤਾ ਨਿਆਂ 'ਚ ਵਿਸ਼ਵਾਸ ਰੱਖਦੇ ਹੈ, ਆਪਣੀਆਂ ਧੀਆਂ ਭੈਣਾਂ ਦੀ ਇੱਜ਼ਤ ਦੇ ਨਾਲ ਖੜੇ ਹੋਣ ਵਾਲੇ ਹੈ, ਉਹਨਾਂ ਨੂੰ ਸਾਰਿਆਂ ਨੂੰ ਇਸ ਗੱਲ ਦਾ ਪਤਾ ਹੈ ਕਿ ਬ੍ਰਿਜ ਭੂਸ਼ਣ ਨੇ ਕੀ ਹਰਕਤਾਂ ਕੀਤੀਆਂ, ਕਿੱਦਾਂ ਕਿੰਨੇ ਦਿਨਾਂ ਤੋਂ ਕੁੜੀਆਂ ਲੜਾਈ ਲੜ ਰਹੀਆਂ, ਕਿਸ ਤਰੀਕੇ ਨਾਲ ਉਹਨਾਂ ਦੀ ਸੁਣਵਾਈ ਨਹੀਂ।
ਬਲਕਿ ਪੁਲਿਸ ਵੱਲੋਂ ਵੀ ਕਿਸ ਤਰ੍ਹਾਂ ਉਹਨਾਂ ਨੂੰ ਖਦੇੜਨ ਦੀ। ਔਰ ਫਿਰ ਜੇ ਕਿਤੇ ਨਿਆਂ ਤੇ ਇਨਸਾਫ ਦੀ ਗੱਲ ਦੇਖੋ ਪੰਦੇਰ ਸਾਹਿਬ, ਕਿਆ ਕਮਾਲ ਦਾ ਮਾਮਲਾ ਹੈ ਕਿ ਜਿਸ ਦਿਨ ਨਵੀਂ ਪਾਰਲੀਮੈਂਟ ਨਵੀਂ ਸੰਸਦ ਦਾ ਉਦਘਾਟਨ ਹੋਣ ਜਾ ਰਿਹਾ ਸੀ, ਇੱਕ ਪਾਸੇ ਦਾ ਸਾਡਾ ਮੁਲਕ ਬੜੇ ਦਮਗਜ਼ੇ ਮਾਰ ਰਿਹਾ ਹੈ ਕਿ ਜਮਹੂਰੀਅਤ ਦੇ ਤੌਰ 'ਤੇ ਸਾਡਾ ਮੁਲਕ ਜਿਹੜਾ ਕੌਮਾਂਤਰੀ ਪੱਧਰ 'ਤੇ ਬਹੁਤ ਹੀ ਮਜ਼ਬੂਤ ਮੁਲਕ ਹੈ, ਇੱਕ ਇਤਿਹਾਸ ਸਿਰਜਿਆ ਗਿਆ। ਨਵੀਂ ਇਮਾਰਤ ਨਵੀਂ ਸੰਸਦ ਬਣਨ ਦੇ ਨਾਲ ਸਾਡੇ ਸੱਭਿਆਚਾਰ ਦੀ ਗੱਲ, ਸਾਡੀ ਪੋਲੀਟਿਕਸ ਦੀ ਗੱਲ, ਸਾਡੇ ਪਿਛੋਕੜ ਦੀ ਗੱਲ, ਬਹੁਤ ਕੁਝ ਉਹਦੇ ਨਾਲ ਜੋੜ ਕੇ ਵੱਡੇ ਵੱਡੇ ਦਾਅਵੇ ਤੇ ਮੰਥਨ। ਉਸ ਤੋਂ ਥੋੜ੍ਹੀ ਦੂਰੀ ਦੇ ਉੱਤੇ ਹੀ ਜਿਹੜੀਆਂ ਮਹਿਲਾ ਪਹਿਲਵਾਨ ਹੈਗੀਆਂ ਉਹਨਾਂ ਨੂੰ ਪੁਲਿਸ ਵੱਲੋਂ ਬੁਰੀ ਤਰ੍ਹਾਂ ਘਸੀਟਿਆ ਜਾ ਰਿਹਾ, ਕੁੱਟਿਆ ਜਾ ਰਿਹਾ, ਖਿੱਚਿਆ ਜਾ ਰਿਹਾ। ਇਹ ਦਰਿੰਦਗੀ ਦਾ ਜਿਹੜਾ ਨੰਗਾ ਨਾਚ ਹੈ, ਕੀ ਇਹ ਜਮਹੂਰੀਅਤ ਦੀ ਨਿਸ਼ਾਨੀ ਹੈ? ਜੇ ਅਸੀਂ ਆਪਣੀ ਡੈਮੋਕ੍ਰੇਸੀ ਦੀ ਗੱਲ ਕਰਦੇ ਹਾਂ, ਜਿਸ ਨਵੇਂ ਸੰਸਦ ਭਵਨ ਦੀ ਗੱਲ ਕਰਦੇ ਹਾਂ, ਜੰਮ ਕੇ ਜਿਹੜੇ ਚੁਣ ਕੇ ਜਾਂਦੇ ਨਵੇਂ ਸੰਸਦ ਭਵਨ 'ਚ ਬੈਠਣ, ਪਰ ਜਮਹੂਰੀਅਤ ਦੀ ਰਾਖੀ ਇਸ ਤਰੀਕੇ ਨਾਲ ਨਹੀਂ ਨਾ ਹੋ ਸਕਦੀ। ਠੀਕ ਹੈ, ਕਿਸੇ ਨੇਤਾ ਨੇ ਕਿਹਾ ਕਿ ਬਿਲਡਿੰਗ ਬਣਨ ਦੇ ਨਾਲ ਜਮਹੂਰੀਅਤ ਮਜ਼ਬੂਤ ਨਹੀਂ ਹੁੰਦੀ। ਜਮਹੂਰੀਅਤ ਤਾਂ ਇੱਥੋਂ ਦੇ ਲੋਕਾਂ ਦੇ ਨਾਲ ਹੀ ਮਜ਼ਬੂਤ ਹੋਏਗੀ ਜਿਸ ਦੇਸ਼ ਦੀਆਂ ਧੀਆਂ, ਜਿਸ ਦੇਸ਼ ਦੀਆਂ ਭੈਣਾਂ ਸੜਕਾਂ 'ਤੇ ਪੁਲਿਸ ਉਹਨਾਂ ਨੂੰ ਖਿੱਚੇਗੀ। ਕੇਵਲ ਇਸ ਗੱਲ ਲਈ ਕਿਉਂ ਕੋਈ ਇਹ ਨਹੀਂ ਕਿ ਨੌਕਰੀਆਂ ਮੰਗਦੀਆਂ, ਨਾ ਕੋਈ ਕਹਿੰਦੀਆਂ ਕਿ ਅਸੀਂ ਪੋਲੀਟਿਕਸ ਆਉਣਾ, ਕੋਈ ਮੰਤਰੀ ਦਾ ਅਹੁਦਾ ਚਾਹੀਦਾ, ਚੇਅਰਮੈਨ ਦਾ ਅਹੁਦਾ ਚਾਹੀਦਾ। ਇਸ ਗੱਲ ਲਈ ਕਿ ਜਿਨਸੀ ਸ਼ੋਸ਼ਣ ਜਿਹੜਾ ਉਹਨਾਂ ਦਾ ਹੋਇਆ 6-7 ਲੜਕੀਆਂ ਵੱਲੋਂ, ਜਿਸ ਤਰ੍ਹਾਂ ਦੇ ਐਲੀਗੇਸ਼ਨ ਲਾਏ ਗਏ ਹੈ, ਜਿੱਦਾਂ ਪੰਦੇਰ ਸਾਹਿਬ ਨੇ ਜ਼ਿਕਰ ਕੀਤਾ ਹੈ ਕਿ FIR ਦੇ ਵਿੱਚ ਵੀ ਦਰਜ ਹੈ, ਅਤੇ ਇਹਦੇ ਬਾਵਜੂਦ ਵੀ ਸਾਡੀ ਜਿਹੜੀ ਸਰਕਾਰ ਹੈ ਉਸ ਨੂੰ ਸਮਝ ਨਹੀਂ ਲੱਗ ਰਹੀ। ਬਾਕੀ ਸਾਰੇ ਮੁਲਕ ਨੂੰ ਸਮਝ ਲੱਗ ਗਈ ਹੈ। ਕਿਧਰੇ ਪੰਦੇਰ ਸਾਹਿਬ ਇਹ ਵੀ ਲੱਗਦਾ ਕਿ ਦੇਸ਼ 'ਚ ਪੋਲੀਟਿਕਸ ਇਸ ਕਦਰ ਹਾਵੀ ਹੋ ਗਈ ਹੈ, ਜਾਣੀ ਕਿਉਂਕਿ ਇੱਕ ਰਾਜਸੀ ਨੇਤਾ ਹੈ, ਉਸ ਨੂੰ ਬਚਾਉਣ ਦੇ ਲਈ ਉਹ ਕੁੜੀਆਂ ਦਾ ਜਿਹੜਾ ਸੱਚ ਹੈ, ਉਹਨਾਂ ਦੇ ਜਿਹੜੇ ਅਥਰੂ ਹੈ, ਉਹਦੀ ਵੀ ਪਰਵਾਹ ਨਹੀਂ ਕੀਤੀ ਜਾ ਰਹੀ, ਪਰ ਉਸ ਬੰਦੇ ਨੂੰ ਹੱਥ ਨਹੀਂ ਪਾਇਆ ਜਾ ਰਿਹਾ ਜਿਹਦੇ ਤਰ੍ਹਾਂ ਤਰ੍ਹਾਂ ਦੇ ਐਲੀਗੇਸ਼ਨ ਲੱਗ ਰਹੇ ਹੈ, ਤਰ੍ਹਾਂ ਤਰ੍ਹਾਂ ਦੇ ਜਿਹਦੇ 'ਤੇ ਇਲਜ਼ਾਮ ਲੱਗ ਰਹੇ ਹੈ, ਜਿਹਨੇ ਸਾਰੇ ਦੇਸ਼ ਦਾ ਮੈਂ ਕਹੂੰਗਾ ਨਾ ਤਾਂ ਕੌਮਾਂਤਰੀ ਪੱਧਰ 'ਤੇ ਜਿਹੜੀਆਂ ਕੁੜੀਆਂ ਨੇ ਤਾਂ ਸੋਨ ਤਗਮਾ ਜਿੱਤ ਕੇ ਪੰਦੇਰ ਜੀ ਨਾਂ ਉੱਚਾ ਕੀਤਾ ਹੋਏਗਾ ਨਾ। ਇਸ ਬ੍ਰਿਜ ਭੂਸ਼ਣ ਨੇ ਜੋ ਕਰਤੂਤ ਕੀਤੀ ਹੈ, ਉਹਨੇ ਇਸ ਮੁਲਕ ਨੂੰ ਦੁਨੀਆ ਭਰ 'ਚ ਸ਼ਰਮਸਾਰ ਕੀਤਾ ਹੈ। ਪਰ ਕਿਉਂ ਹੈ ਕਿ ਇਸ ਦੇਸ਼ ਦੀ ਸਰਕਾਰ ਜਿਹੜੀ ਉਹਨੂੰ ਅਜੇ ਸ਼ਾਇਦ ਜਿੱਦਾਂ ਆਪਾਂ ਮੰਤਰੀ ਦੀ ਗੱਲ ਕਰਦੇ ਹਾਂ, ਅਜੇ ਹੋਰ ਜਾਂਚ ਦੀ ਲੋੜ ਹੈ। ਉਹ ਜਿਹੜਾ ਐਡਾ ਵੱਡਾ ਮਜ਼ਬੂਤ ਇੱਕ ਆਗੂ ਹੈ, ਉਸ ਨੂੰ ਫੜ ਕੇ ਅੰਦਰ ਵੀ ਨਹੀਂ ਸੁੱਟਿਆ ਜਾ ਰਿਹਾ। ਪੰਦੇਰ ਸਾਹਿਬ, ਕਿੱਦਾਂ ਦੀ, ਤੁਸੀਂ ਬਹੁਤ ਸੀਨੀਅਰ ਜਰਨਲਿਸਟ ਹੋ, ਕਿੱਦਾਂ ਇੱਕ ਨਿਰਪੱਖ ਜਾਂਚ ਹੋ ਸਕਦੀ ਹੈ? ਜਿਹੜੀਆਂ ਪੀੜਤ ਕੁੜੀਆਂ ਉਹਨਾਂ ਦਾ ਸੜਕਾਂ 'ਤੇ ਘਸੀਟਿਆ ਜਾ ਰਿਹਾ, ਜਿਹਦੇ ਖਿਲਾਫ ਦੋਸ਼ ਹੈ ਉਹ ਥਾਪੀਆਂ ਮਾਰਦਾ ਫਿਰਦਾ ਦੇਸ਼ ਦੇ ਅੰਦਰ ਕਿ ਆਓ ਮੇਰੇ ਨਾਲ ਗੱਲ ਕਰੋ, ਮੈਂ ਫਾਂਸੀ ਲਗਾ ਲਾਂਗਾ ਆਪਣੇ ਆਪ ਨੂੰ, ਮੈਂ ਇੱਦਾਂ ਕਰ ਲਾਂਗਾ, ਮੈਂ ਉੱਦਾਂ ਕਰ ਲਾਂਗਾ, ਕੁੜੀਆਂ ਬਾਰੇ ਤਰ੍ਹਾਂ ਤਰ੍ਹਾਂ ਦੀ ਭਾਸ਼ਾ। ਸੋ ਕਿੱਦਾਂ ਦੀ ਜਾਂਚ ਹੋਏਗੀ ਇਹ? ਸਿੱਧੂ ਸਾਹਿਬ, ਉਹਦਾ ਜਿਹੜੀ ਨਿਆਂ ਪ੍ਰਣਾਲੀ ਦਾ ਟੋਟਲ ਢਾਂਚਾ ਵਾ ਉਹਦਾ 'ਚ ਤਾਰ ਹੋਈ ਦਾ ਨਜ਼ਰ ਤਾਂ ਆਉਂਦਾ ਹੀ ਆ, ਕਿਉਂਕਿ ਕਿਸੇ ਨੂੰ ਵੀ ਇਨਸਾਫ ਚਾਹੀਦਾ, ਉਹਨਾਂ ਨੂੰ ਅੰਦੋਲਨ ਦਾ ਰਾਹ ਹੀ ਫੜਨਾ ਪੈਂਦਾ। ਤੁਸੀਂ ਆਪਾਂ ਪੰਜਾਬ 'ਚ ਦੇਖਿਆ ਜੀ, ਜਿਵੇਂ ਆਂਗਨਵਾੜੀ ਵਰਕਰਜ਼ ਨੇ, ਹੋਰ ਕੁੜੀਆਂ ਨੇ, ਇੱਥੇ ਜਿਹੜੀਆਂ ਲੇਡੀਜ਼ ਨੇ ਜਿਹੜੀਆਂ ਕੰਮ ਕਰਦੀਆਂ, ਉਹਨਾਂ ਨੂੰ ਕਿਵੇਂ ਅੰਦੋਲਨ ਕਰਨਾ ਪਿਆ, ਕਿਸਾਨਾਂ ਨੂੰ ਅੰਦੋਲਨ 1 ਸਾਲ ਤੋਂ ਉੱਤੇ ਕਰਨਾ ਪਿਆ। ਤਾਂ ਹੁਣ ਇਹਨਾਂ ਦੀ ਆਪਣੇ ਇਨਸਾਫ ਵਾਸਤੇ ਉਦੋਂ ਕਿਸਾਨਾਂ ਨੇ ਲੋਕਾਂ ਦੀ ਰੋਟੀ ਬਚਾਉਣ ਵਾਸਤੇ ਅੰਦੋਲਨ ਕੀਤਾ ਵੀ ਲੋਕਾਂ ਦੀ ਰੋਟੀ ਕਿਸ ਤਰ੍ਹਾਂ ਬਚਾਈ ਜਾਵੇ, ਉਹਦਾ ਉਹਨਾਂ ਨੇ ਪਹਿਰਾ ਦਿੱਤਾ। ਹੁਣ ਜਿਹੜੀਆਂ ਹੈਗੀਆਂ ਨੇ ਇਹ ਲੜਕੀਆਂ ਆਪਣੀ ਇੱਜ਼ਤ ਦੇ ਵਾਸਤੇ ਜਿਹੜੀ ਹੈਗੀ ਆ ਉਹ ਵੀ ਉਹਨਾਂ ਦੀ ਇੱਜ਼ਤ ਨੂੰ ਹੱਥ ਪਾਇਆ ਗਿਆ। ਉਂਝ ਤਾਂ ਅਸੀਂ ਬੜੀ ਦਮਗਜੇ ਮਾਰਦੇ ਹਾਂ ਜੀ ਕਿ ਬਰਦਾਸ਼ਤ ਨਹੀਂ ਕਰਦੇ, ਔਰ ਜਿਹੜੀ ਵੀ ਸਾਡੀ ਧੀ ਭੈਣ ਨੂੰ ਕੋਈ ਹੱਥ ਪਾਵੇ ਫਿਰ ਅਸੀਂ ਕਤਲ ਕਰਨ ਨੂੰ ਜਾਂਦੇ ਹਾਂ। ਸ਼ਰੇਆਮ ਉਹਨਾਂ ਦੀ ਪੱਤ ਰੋਲੀ ਗਈ, ਔਰ ਇਹਦਾ ਜਿਹੜਾ ਨੁਕਸਾਨ ਹੈ ਸਿੱਧੂ ਸਾਹਿਬ, ਉਹ ਆਉਣ ਵਾਲੀਆਂ ਕਈ ਪੀੜ੍ਹੀਆਂ ਨੂੰ ਕਰਨਾ ਪੈਣਾ, ਕਿਉਂਕਿ ਵਿਸ਼ਵਾਸ ਜਿਹੜਾ ਮਾਪਿਆਂ ਦਾ ਨਾ ਸਿਸਟਮ ਦੇ ਵਿੱਚ ਉਹ ਉੱਠ ਜਾਂਦਾ। ਕੱਲ੍ਹ ਨੂੰ ਕੋਈ ਵੀ ਆਪਣੀ ਬੇਟੀ ਨੂੰ ਕਿਸੇ ਸਪੋਰਟਸ ਵਾਸਤੇ ਭੇਜਣ ਨੂੰ ਤਿਆਰ ਨਹੀਂ ਹੋਊਗਾ, 20 ਵਾਰੀ ਸੋਚੂਗਾ ਕਿ ਕੱਲ੍ਹ ਨੂੰ ਮੇਰੀ ਉਹ ਰੱਖਣਗੇ ਜੀ ਕਿ ਕੱਲ੍ਹ ਨੂੰ ਸਾਡੀ ਬੇਟੀ ਨਾਲ ਵੀ ਹੋ ਸਕਦਾ। ਇਕੱਲਾ ਜਿਹੜੀ ਹੈਗੀ ਆ ਰੈਸਲਿੰਗ ਫੈਡਰੇਸ਼ਨ ਨਹੀਂ, ਹੋਰ ਵੀ ਸਪੋਰਟਸ ਫੈਡਰੇਸ਼ਨ 'ਚ ਹੋ ਸਕਦਾ। ਅਤੇ ਇਸ ਲਈ ਸਾਡਾ ਜਿਹੜਾ ਟੈਲੈਂਟ ਹੈ ਸਪੋਰਟਸ ਦਾ ਟੈਲੈਂਟ, ਜਿਹੜਾ ਜੈਨੂਅਨ ਸਪੋਰਟਸ ਟੈਲੈਂਟ ਸਾਨੂੰ ਮਿਲ ਸਕਦਾ, ਔਰ ਫਿਰ ਅਸੀਂ ਕਹਿੰਦੇ ਜੀ ਸਾਨੂੰ ਓਲੰਪਿਕਸ ਦੇ ਵਿੱਚ ਮੈਡਲ ਨਹੀਂ ਮਿਲਦੇ। ਜਿਨ੍ਹਾਂ ਨੂੰ ਮੈਡਲ ਮਿਲੇ ਆ ਉਹਨਾਂ ਦਾ ਆਹ ਬੁਰਾ ਹਾਲ ਹੈ, ਅਤੇ ਕਿਹੜਾ ਮਾਂ ਪਿਓ ਭੇਜੂਗਾ ਕਿ ਕੱਲ੍ਹ ਨੂੰ ਹੁਣ ਕਿਸੇ ਨੇ ਇਹ ਸੋਚਣਾ ਹੋਵੇ ਕਿ ਜੀ ਕੱਲ੍ਹ ਨੂੰ ਮੇਰੀ ਕੁੜੀ ਸਪੋਰਟਸ ਕਰ, ਸਿੱਧਾ ਜਿਹੜਾ ਹੈਗਾ ਲੋਕੀ ਕਹਿਣਗੇ ਕਿ ਸ਼ੋਸ਼ਣ ਹੋਣ ਵਾਸਤੇ ਅਸੀਂ ਤਾਂ ਤਿਆਰ ਹਾਂ ਜੀ, ਸਾਡੀ ਕੁੜੀ ਨੂੰ ਸ਼ੋਸ਼ਿਤ ਕਰ ਦਿਓ, ਤੁਸੀਂ ਚਾਹੇ ਜਿਵੇਂ ਮਰਜ਼ੀ ਕਰੋ, ਅਤੇ ਫਿਰ ਬਾਅਦ 'ਚੋਂ ਜਿਹੜਾ ਹੈਗਾ ਨਿਆਂ ਵੀ ਨਾ ਮਿਲੇ, ਨਿਆਂ ਜੇ ਮੰਗੋਗੇ ਫਿਰ ਅਸੀਂ ਕੁੱਟਾਂਗੇ ਤੁਹਾਨੂੰ। ਸੋ ਜਿਹੜਾ ਪੀੜਤ ਹੈ, ਬੜੀ ਅਜੀਬੋ ਗਰੀਬ ਸਿਚੁਏਸ਼ਨ ਹੈ ਕਿ ਜਿਹੜਾ ਪੀੜਤ ਹੈ ਉਹਨੂੰ ਕੁੱਟ ਪੈ ਰਹੀ ਹੈ।
ਵੀ ਤੂੰ ਨਿਆਂ ਕਿਉਂ ਮੰਗ ਰਿਹਾ ਔਰ ਜਿਹੜਾ ਸ਼ੋਸ਼ਣ ਕਰ ਰਿਹਾ ਉਹ ਇਸ ਵੇਲੇ ਬਿਲਕੁਲ ਤੁਸੀਂ ਠੀਕ ਹੈ, ਉਹ ਥਾਪੀਆਂ ਮਾਰਦਾ ਫਿਰਦਾ ਵੀ ਆਓ ਜੋ ਨਿਕਲੋ ਬਾਹਰ, ਕਿਹੜਾ ਆਉਂਦਾ ਵੀ ਮੇਰਾ ਕਿਹੜਾ, ਔਰ ਉਹ ਕੀ ਹੈ ਜੀ, ਇੱਕ ਨਾਰਮਲ ਮੈਂਬਰ ਪਾਰਲੀਮੈਂਟ ਹੈ। ਔਰ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਜਿਹੜੀ ਬੀਜੇਪੀ ਦੀ ਆ ਜਾਂ ਸੰਘ ਪਰਿਵਾਰ ਹੈ, ਔਰ ਉਹਨਾਂ ਨੂੰ ਵੀ ਜਿਹੜੇ ਉਹਨਾਂ ਦਾ ਸਭ ਤੋਂ ਮਜ਼ਬੂਤ ਨੇਤਾ ਵਾ ਉਹਦੇ ਉੱਤੇ ਵੀ ਧੱਬਾ ਲੱਗਦਾ ਵਾ ਕਿ ਉਹ ਇੱਕ ਇਹੋ ਜਿਹੇ ਬੰਦੇ ਨੂੰ ਵੀ ਨਹੀਂ ਪਰੇ ਕਰ ਸਕਦਾ ਜਿਹਦੇ ਉੱਤੇ ਇਹੋ ਜਿਹੇ ਜਿਹੜੇ ਹੈਗੇ ਆ ਸੰਗੀਨ ਇਲਜ਼ਾਮ ਲੱਗੇ ਹੋਏ ਆ, ਉਹਦੇ ਕੋਲ ਇੰਨੀ ਤਾਕਤ ਨਹੀਂ ਹੈ ਕਿ ਉਹਨੂੰ ਹਟਾ ਕੇ ਸਾਈਡ ਤੇ ਕਰ ਦਿਓ। ਫਿਰ 56 ਇੰਚ ਦੀ ਛਾਤੀ ਦਾ ਕਰਨਾ ਕੀ ਆ ਉਸਦਾ? ਫਿਰ ਜੇ ਤੁਸੀਂ ਇਹੋ ਜਿਹਾ ਨਿਆਂ ਨਹੀਂ ਦੇ ਸਕਦੇ, ਆਪਣੀ ਜਿਹੜੀ ਹੈਗੀ ਆ ਬੇਟੀ, ਉਹ ਅਸੀਂ ਕਹਿੰਦੇ ਜੀ ਦੇਸ਼ ਕੀ ਬੇਟੀ ਜਿਹੜੀ ਹੈਗੀ ਆ, ਉਹ ਖਾਸ ਨੇ, ਉਹ ਸਪੈਸ਼ਲ ਕੁੜੀਆਂ ਨੇ ਜਿਨ੍ਹਾਂ ਨੇ ਦੇਸ਼ ਦਾ ਨਾਮ ਰੌਸ਼ਨ ਕੀਤਾ ਔਰ ਦਿਖਾਇਆ, ਉਹਨਾਂ ਨੇ ਲੋਹਾ ਮਨਵਾਇਆ ਸਾਰਿਆਂ ਦੇ ਸਾਰੇ ਪਾਸੇ। ਜੇ ਤੁਸੀਂ ਉਹਨਾਂ ਨੂੰ ਇਨਸਾਫ ਨਹੀਂ ਦੇ ਸਕਦੇ, ਫਿਰ ਬਾਕੀ ਦੀ ਜਿਹੜੀਆਂ ਰੋਜ਼ ਜਿਹੜੀਆਂ ਕੁੜੀਆਂ ਨੇ ਜਿਨ੍ਹਾਂ ਦਾ ਦਿਨ ਦਿਹਾੜੇ ਦਫ਼ਤਰਾਂ ਦੇ ਵਿੱਚ ਕਿਤੇ ਨਾ ਕਿਤੇ ਜਿਨ੍ਹਾਂ ਦਾ ਸ਼ੋਸ਼ਣ ਹੁੰਦਾ, ਉਹਨਾਂ ਨੂੰ ਕੀ ਇਨਸਾਫ ਹੋਊਗਾ? ਉਹਨਾਂ ਨੂੰ ਉਹ ਜਿਹੜੇ ਅੰਦੋਲਨ, ਇਹ ਤਾਂ ਚਲੋ ਇਹ ਇਕੱਠੇ ਹੋ ਕੇ ਇਹਨਾਂ ਨੇ ਸੰਗਠਿਤ ਹੋ ਕੇ ਇਹਨਾਂ ਨੂੰ ਹੋਰ ਲੋਕਾਂ ਕੋਲੋਂ, ਚਾਹੇ ਕਿਸਾਨ ਜਥੇਬੰਦੀਆਂ ਕੋਲੋਂ, ਚਾਹੇ ਹੋਰਾਂ ਵੱਲੋਂ ਸਪੋਰਟ ਆ ਗਈ, ਉੱਥੋਂ ਇਹਨਾਂ ਨੇ ਆਪਣਾ ਅੰਦੋਲਨ ਸ਼ੁਰੂ ਕਰ ਲਿਆ। ਪਰ ਜਿਹੜਾ ਆਮ ਸਧਾਰਨ ਲੈਵਲ ਤੇ ਜਿਹਦਾ ਸ਼ੋਸ਼ਣ ਹੋ ਰਿਹਾ ਹੈ, ਜਿਹੜਾ ਦਫ਼ਤਰਾਂ 'ਚ ਸ਼ੋਸ਼ਣ ਹੋ ਰਿਹਾ ਸਰਕਾਰੀ, ਉਹ ਸੋਚ ਹੀ ਨਹੀਂ ਸਕਦਾ ਕਿ ਕੱਲ੍ਹ ਨੂੰ ਮੈਂ ਇਹੋ ਜਿਹਾ ਸੰਗਠਨ ਕਰੂੰਗਾ। ਫਿਰ ਜਿਹੜੀ ਹੈਗੀ ਆ, ਇੱਕ ਅਸੀਂ ਬੇਸ਼ੱਕ ਹੋਰ ਦੇਸ਼ਾਂ ਨੂੰ ਕੋਸਦੇ ਹਾਂ ਜੀ ਇਹ ਔਰਤਾਂ ਨੂੰ ਬਰਾਬਰ ਦਾ ਸਥਾਨ ਨਹੀਂ ਦਿੰਦੇ, ਇਕੱਲਾ ਕਹਿ ਕੇ ਜਿਹੜਾ ਹੈਗਾ ਕਹਿ ਦੇਣਾ ਕਿ ਅਸੀਂ ਬਰਾਬਰੀ ਦਾ ਸਥਾਨ ਦਿੱਤਾ, ਸਾਡੇ ਜਿਹੜਾ ਹੈਗਾ ਕੌਨਸਟੀਟਿਊਸ਼ਨ ਦੇ ਵਿੱਚ ਬਰਾਬਰੀ ਦਾ ਸਥਾਨ ਹੈ, ਸਾਡੇ ਧਰਮ 'ਚ ਬਰਾਬਰੀ ਦਾ ਸਥਾਨ ਹੈ। ਪਰ ਜਦੋਂ ਉਹ ਹੱਕ ਮੰਗਣ ਜਾਂ ਜਦੋਂ ਪਰਫਾਰਮ ਕਰਨ, ਉਹਨਾਂ ਦੇ ਨਾਲ ਅਨਿਆਂ ਹੋਵੇ, ਉਹਨਾਂ ਨੂੰ ਨਿਆਂ ਨਾ ਦਿੱਤਾ ਜਾਵੇ, ਫਿਰ ਇਹੋ ਜਿਹੀਆਂ ਗੱਲਾਂ ਜਿਹੜੀਆਂ ਹੈਗੀਆਂ ਬਿਲਕੁਲ ਖੋਖਲੀਆਂ ਬੇਬੁਨਿਆਦ ਨੇ ਜੀ। ਜਿਸ ਤਰ੍ਹਾਂ ਦੇਖੋ, ਜਦੋਂ ਆਪਾਂ ਇਹਨਾਂ ਮਾਮਲਿਆਂ ਦੇ ਵਾਅਦਿਆਂ ਦੀ ਗੱਲ ਕਰਦੇ ਹਾਂ, ਕਿਸ ਤਰ੍ਹਾਂ ਖੋਖਲੀਆਂ ਤੇ ਬੇਬੁਨਿਆਦ ਇਸ਼ੂਜ਼ ਜਿਨ੍ਹਾਂ ਨੂੰ ਲੈ ਕੇ ਚੁੱਕਦੇ ਆ, ਜਿੱਦਾਂ ਤੁਸੀਂ ਕੀਤੀ ਆ ਗੱਲ, ਦੇਖੋ ਇਸ ਮੁਲਕ ਦੀ ਮੈਂ ਕਹਾਂ ਕਿੱਡੀ ਵੱਡੀ ਤਰਾਸਦੀ ਹੈ, ਬਦਕਿਸਮਤੀ ਹੈ। ਕੋਈ ਜਿਹੜੇ ਲੋਕ ਕਿਸੇ ਤਰ੍ਹਾਂ ਦੀ ਆਸਥਾ ਰੱਖਦੇ ਹੈ, ਕਿਸੇ ਡੰਗਰ 'ਚ ਰੱਖਦੇ ਹੈ, ਕਿਸੇ ਪੰਛੀ 'ਚ ਰੱਖਦੇ ਹੈ, ਕਿਸੇ ਹੋਰ ਇਸ ਤਰ੍ਹਾਂ ਜਿਹੜੇ ਹੈਗੇ ਜਾਨਵਰ 'ਚ ਰੱਖਦੇ ਹੈ, ਜੇ ਉਹਨੂੰ ਹੱਥ ਪਾਇਆ ਜਾਵੇ ਤਾਂ ਇਸ ਮੁਲਕ ਦੇ ਅੰਦਰ ਇਹੋ ਜਿਹੇ ਲੋਕ ਵੀ ਹੈ ਕਿ ਲੋਕਾਂ ਨੂੰ ਜਿਉਂਦਿਆਂ ਨੂੰ ਗੱਡੀਆਂ 'ਚ ਸਾੜ ਦਿੱਤਾ ਜਾਂਦਾ ਹੈ। ਤੇ ਪਰ ਜੇ ਸਾਡੀਆਂ ਧੀਆਂ ਭੈਣਾਂ ਦੀ ਕੋਈ ਇੱਜ਼ਤ ਵੱਲ ਦੇਖਦਾ ਹੈ, ਉਹ ਨਿਆਂ ਤੇ ਇਨਸਾਫ ਲੈਣ ਲਈ ਸੜਕਾਂ 'ਤੇ ਰੁਲ ਰਿਹਾ। ਇਸ ਮੁਲਕ ਦੀ ਜਿਹੜੀ ਹੈਗੀ ਆਸਥਾ, ਇਸ ਮੁਲਕ ਦਾ ਨਿਆਂ ਤੇ ਕਿਸ ਤਰ੍ਹਾਂ ਦਾ ਇਨਸਾਫ ਹੋਏਗਾ, ਅੰਦਾਜ਼ਾ ਹੀ ਨਹੀਂ ਲਾਇਆ ਜਾ ਸਕਦਾ ਕਿ ਤੁਹਾਡੀਆਂ ਆਪਣੀਆਂ ਕੁੜੀਆਂ ਨਿਆਂ ਤੇ ਇਨਸਾਫ ਲੈਣ ਲਈ ਸੜਕਾਂ 'ਤੇ ਰੁਲ ਰਹੀਆਂ ਹਨ। ਉਹੀ ਮੁਲਕ ਹੈ, ਦੂਜੇ ਪਾਸੇ ਕੋਈ ਛੋਟੀ ਜਿਹੀ ਗੱਲ ਹੁੰਦੀ ਤਾਂ ਕਿਸੇ ਨੂੰ ਗੱਡੀ 'ਚ ਪੂਰੇ ਦਾ ਪੂਰਾ ਸਾੜ ਕੇ ਖੁਰਾਕ ਹੋ ਜੀ ਮਿਟਾ ਦਿੱਤਾ ਜਾਂਦਾ। ਪਰ ਫਿਰ ਵੀ ਇਸ ਮੁਲਕ 'ਚ ਉਹ ਲੋਕ ਹੈਗੇ ਆ ਪੰਦੇਰ ਸਾਹਿਬ ਜਿਹੜੇ ਲੜਾਈ ਤੇ ਨਿਆਂ ਦੇ ਲਈ ਅਜੇ ਹੀ ਭਰੋਸਾ ਰੱਖਦੇ ਆ। ਜਿੱਦਾਂ ਆਪਾਂ ਜ਼ਿਕਰ ਕਰ ਰਹੇ ਹਾਂ, ਕਿਸਾਨ ਜਥੇਬੰਦੀਆਂ ਨੇ ਹੁਣ ਵੀ ਕਿਹਾ, ਰਕੇਸ਼ ਡਕੈਤ ਜਿਹੜੇ ਕਦਾਵਰ ਕਿਸਾਨ ਆਗੂ ਹੈ, ਉਹ ਕੁੜੀਆਂ ਨਾਲ ਉਸ ਦਿਨ ਵੀ ਮਿਲੇ ਸੀ ਜਿਸ ਦਿਨ ਉਹ ਗੰਗਾ 'ਚ ਆਪਣੇ ਮੈਡਲ ਵਹਾਉਣ ਜਾ ਰਹੀਆਂ ਸੀ। ਉਹਨਾਂ ਨੇ ਕਿਹਾ ਸੀ ਕਿ ਕੁੜੀਓ ਤੁਸੀਂ ਇਹ ਨਾ ਕਰੋ, ਮੁਲਕ ਤੁਹਾਡੇ ਨਾਲ ਖੜਾ ਸੀ, ਤੁਹਾਡੀ ਲੜਾਈ ਲੜਾਂਗੇ। ਉਹਨਾਂ ਨੇ ਹੁਣ 9 ਜੂਨ ਤੱਕ ਦਾ ਸਮਾਂ ਦਿੱਤਾ ਸਰਕਾਰ ਨੂੰ ਕਿ 9 ਜੂਨ ਤੱਕ ਕੋਈ ਕਾਰਵਾਈ ਕਰ ਸਕਦੇ ਆ ਤਾਂ ਕਰ ਲਓ, ਇਸ ਮਾਮਲੇ 'ਤੇ ਫੈਸਲਾ ਲੈ ਲਓ। ਉਸ ਵਿਅਕਤੀ ਨੂੰ ਘੱਟੋ ਘੱਟ ਜੇਲ੍ਹ ਦੀਆਂ ਸਲਾਖਾਂ ਪਿੱਛੇ ਤਾਂ ਅੰਦਰ ਸੁੱਟੋ ਨਾ। ਜਿੱਦਾਂ ਪੰਦੇਰ ਸਾਹਿਬ ਤੁਸੀਂ ਕਹਿ ਰਹੇ ਹੋ ਕੋਈ ਜਾਂਚ ਦਾ ਮਾਮਲਾ ਬਾਅਦ 'ਚ ਆ ਕੇ ਕਿੰਨਾ ਦੋਸ਼ ਸਾਬਤ ਹੁੰਦਾ ਕਿੰਨਾ ਨਹੀਂ ਹੁੰਦਾ, ਜਿਹੜੇ ਐਲੀਗੇਸ਼ਨ ਲੱਗੇ ਹੈ ਉਹਨੂੰ ਜੇਲ੍ਹ 'ਚ ਤਾਂ ਦਿਓ ਫੜ ਕੇ, ਜਿਹੜਾ ਬਾਹਰ ਦੰਦਨ ਆਉਂਦਾ ਫਿਰਦਾ ਇਹ ਕਾਰਵਾਈ ਕਰਨ ਦੇ ਲਈ ਵੀ ਉਹਨਾਂ ਨੂੰ ਥ੍ਰੈਟ ਕਰਨੀ ਪੈ ਰਹੀ ਹੈ ਵੱਖ-ਵੱਖ ਕਿਸਾਨ ਜਥੇਬੰਦੀਆਂ ਨੂੰ ਕਿ 9 ਜੂਨ ਤੱਕ ਦਾ ਸਮਾਂ, ਜੇ ਕਰੋਗੇ ਤਾਂ ਠੀਕ ਹੈ, ਨਹੀਂ ਫਿਰ ਅਸੀਂ ਕੌਮੀ ਪੱਧਰ ਦੇ ਉੱਤੇ ਇੱਕ ਵੱਡਾ ਅੰਦੋਲਨ ਛੇੜਾਂਗੇ। ਪੰਦੇਰ ਸਾਹਿਬ ਇਹ ਵੀ ਗੱਲ ਹੈ, ਜਿੱਥੇ ਆਪਾਂ ਦੂਜੇ ਵਰਤਾਰੇ ਦੀ ਨੈਗੇਟਿਵ ਗੱਲ ਕਰਦੇ ਹਾਂ, ਦੂਜੇ ਪਾਸੇ ਪੋਜ਼ਿਟਿਵ ਵੀ ਦੇਖੋ। ਹਰਿਆਣਾ ਹੈ, ਸਾਡੇ ਮੁਲਕ 'ਚ ਬਹੁਤ ਸਾਰੇ ਇਹੋ ਜਿਹੇ ਮਾਮਲੇ ਵਾਪਰਦੇ ਹੈ ਜਿੱਥੇ ਲੋਕਾਂ ਨੂੰ ਤੋੜਨੇ, ਅਲੱਗ-ਅਲੱਗ ਕਰਨੇ, ਜਿੱਦਾਂ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਹੈ, ਵੱਖਵਾਦ ਦੇ ਹੋਰ ਇੱਦਾਂ ਦੇ ਨਾਅਰੇ ਰੰਗਤ ਦਿੱਤੀ ਜਾਂਦੀ ਹੈ। ਕਿਤੇ ਜਿਹੜਾ ਕੋਈ ਆਪਣਾ ਰੰਗ ਵਾਲਾ ਡੱਬਾ ਚੁੱਕ ਕੇ ਕੋਈ 4 ਨਾਅਰੇ ਲਿਖ ਦਿੰਦਾ ਅਤੇ ਸਾਡੇ ਵਰਗੇ ਮੀਡੀਆ ਵਾਲੇ ਲੋਕ ਉਹਨੂੰ ਸਾਰਾ ਦਿਨ ਦਿਖਾਉਂਦੇ ਰਹਿੰਦੇ ਆ ਕਿ ਆਹ ਦੇਖੋ ਮੁਲਕ ਨੂੰ ਤੋੜਨ ਦੀ ਗਹਿਰੀ ਸਾਜ਼ਿਸ਼। ਇਹ ਸਾਜ਼ਿਸ਼ ਦਾ ਵਰਤਾਰਾ ਨਹੀਂ ਦੱਸਿਆ ਜਾ ਰਿਹਾ ਕਿ ਸਾਡੀਆਂ ਕੁੜੀਆਂ ਅਤੇ ਧੀਆਂ ਦੇ ਭੈਣਾਂ ਨਾਲ ਨਿਆਂ ਲੈਣ ਲਈ ਕੌਣ ਲੜੇਗਾ। ਪਰ ਕਿਸਾਨ ਹੈਗੇ ਹੈ ਜਾਂ ਦੇਸ਼ ਦੇ ਹੋਰ ਵੀ ਨਿਆਂ ਪਸੰਦ ਲੋਕ ਹੈ ਜੇ ਇਸ ਮੁੱਦੇ 'ਤੇ ਲੜਾਈ ਲੜਦੇ ਹੈ। ਇਹ ਗੱਲ ਮੈਨੂੰ ਪੰਦੇਰ ਸਾਹਿਬ ਕਦੀ ਬੜੀ ਇਹ ਗੱਲ ਪਸੰਦ ਆਈ। ਉਹਨੇ ਕਿਹਾ ਕਿ ਮੁਲਕ ਦੇ ਪ੍ਰਧਾਨ ਮੰਤਰੀ ਕੋਲ ਅਜੇ ਵੀ ਸਮਾਂ ਹੈ, ਉਹਨੂੰ ਆਪਣੀ ਚੁੱਪ ਤੋੜਨੀ ਚਾਹੀਦੀ ਹੈ। ਇਸ ਮਾਮਲੇ ਦੇ ਵਿੱਚ ਹੈਂਕੜ ਨਹੀਂ ਹੋਣੀ ਚਾਹੀਦੀ ਕਿ ਨਹੀਂ ਅਸੀਂ ਗੱਲ ਹੀ ਨਹੀਂ ਕਰਨੀ।
ਜੇ ਆਪਾਂ ਧੀਆਂ ਤੇ ਆਪਣੀਆਂ ਭੈਣਾਂ ਦੇ ਨਿਆਂ ਤੇ ਇਨਸਾਫ ਲਈ, ਉਹ ਕੁੜੀਆਂ ਜਿਨ੍ਹਾਂ ਨੇ ਸੋਨ ਤਗਮੇ ਜਿੱਤੇ, ਜਿਨ੍ਹਾਂ ਨੇ ਪਤਾ ਨਹੀਂ ਕਿੰਨੀ ਵੱਡੀ ਜਦੋਜਹਿਦ ਚੋਂ ਨਿਕਲ ਕੇ ਇਹ ਤਗਮੇ ਹਾਸਲ ਕਰੇ, ਉਹਨਾਂ ਦੇ ਨਿਆਂ ਲਈ ਅਸੀਂ ਨਹੀਂ ਬੋਲ ਸਕਦੇ? ਇਹ ਕਿਹੋ ਜਿਹੀ ਹੈਂਕੜ ਹੈ ਬੰਦੇ ਸਾਹਿਬ? ਲੱਗਦਾ ਕਿ ਪ੍ਰਧਾਨ ਮੰਤਰੀ ਨੂੰ ਫੌਰੀ ਤੌਰ ਤੇ ਇਸ ਮਾਮਲੇ 'ਚ ਦਖਲ ਨਹੀਂ ਦੇਣਾ ਚਾਹੀਦਾ? ਪ੍ਰਧਾਨ ਮੰਤਰੀ ਦਾ ਮੈਂ ਪਹਿਲਾਂ ਹੀ ਕਿਹਾ ਸੀ ਕਿ 56 ਇੰਚ ਦੀ ਛਾਤੀ ਕੀ ਕਰਨੀ ਹੈ ਜੇ ਇੱਕ ਇਹੋ ਜਿਹੇ ਬੰਦੇ ਨੂੰ, ਜਿਹੜਾ ਦਾਗੀ ਬੰਦਾ ਹੈ, ਇਹੋ ਜਿਹਾ ਬੁਰਾ ਦਾਗ ਲੱਗਿਆ, ਉਹਨੂੰ ਪਰੇ ਕਰਕੇ ਆਪਣੇ ਆਸ-ਪਾਸ ਤੋਂ ਦੂਰ ਕਰ ਦੇਣਾ ਚਾਹੀਦਾ। ਦੂਸਰੇ ਪਾਸੇ ਮੈਂ ਬਾਕੀ ਸਿਆਸੀ ਪਾਰਟੀਆਂ ਨੂੰ ਵੀ ਕਹਿਣਾ, ਅਸੀਂ ਹੋਰ ਗੱਲਾਂ ਦੇ ਉੱਪਰ ਤਾਂ ਜੀ ਵੀ ਜਦੋਂ ਕਿਸੇ ਲੀਡਰ ਦਾ ਘਰ ਖੁੱਸ ਜਾਂਦਾ ਜਾਂ ਕਿਤੇ ਕੋਈ ਇਲਜ਼ਾਮ ਲੱਗਦਾ ਵਾ ਉਦੋਂ ਹੋ ਜਾਂਦਾ। ਹੁਣ ਇੱਥੇ ਸਿਰਫ ਜਾ ਕੇ ਜੀ ਇੱਕ ਵਾਰੀ ਜਾ ਕੇ ਫੋਟੋ ਖਿਚਾਈ, ਮੀਡੀਆ ਨੂੰ ਬੁਲਾ ਲਿਆ ਤੇ ਉੱਥੇ ਕਰ ਕੁਰ ਲਿਆ ਜੀ, ਉਦੋਂ ਬਾਅਦ 'ਚ ਕੋਈ ਐਕਸ਼ਨ ਨਹੀਂ। ਉਹਨਾਂ ਦੇ ਜਿਹੜੇ ਕਾਡਰ ਨੇ ਉਹ ਕਿੱਥੇ ਨੇ? ਉਹ ਕਿਉਂ ਨਹੀਂ ਉੱਥੇ ਜਾ ਕੇ ਉਹਨਾਂ ਨੂੰ ਸਪੋਰਟ ਕਰਦੇ? ਇਹ ਹੁਣ ਗੱਲ ਇਹ ਆ ਕਿ ਭਾਰਤ ਦੇ ਵਿੱਚ ਕੋਈ ਵੀ ਅੰਦੋਲਨ, ਕੋਈ ਵੀ ਸੰਘਰਸ਼ ਕਰਨਾ ਕੀ ਇਕੱਲੇ ਕਿਸਾਨਾਂ ਦੀ ਜ਼ਿੰਮੇਵਾਰੀ ਰਹੇਗੀ ਵੀ ਸਿਰਫ ਉਹੀ ਲੜਨਗੇ, ਬਾਕੀ ਦੇ ਕਿੱਥੇ ਨੇ? ਸੋ ਦੂਸਰੀ ਗੱਲ ਜਿਹੜੀ ਮੀਡੀਆ ਦੀ ਗੱਲ ਤੁਸੀਂ ਕੀਤੀ ਹੈ ਸਿੱਧੂ ਸਾਹਿਬ, ਹਾਲੇ ਤੱਕ ਖੁਸ਼ਕਿਸਮਤੀ ਹੈ ਕਿ ਇਹਨਾਂ ਜਿਹੜੀਆਂ ਲੜਕੀਆਂ ਨੇ, ਇਹ ਪਹਿਲਵਾਨ ਕੁੜੀਆਂ ਨੇ, ਇਹਨਾਂ ਨੇ ਹਾਲੇ ਤੱਕ ਨੈਕਸਲਾਈਟ, ਖਾਲਿਸਤਾਨੀ ਜਾਂ ISI ਦੇ ਏਜੰਟ ਇਹੋ ਜਿਹੇ ਕਰਕੇ ਨਹੀਂ ਪੇਸ਼ ਕੀਤਾ ਕਿਉਂਕਿ ਅੰਦੋਲਨ ਕਰ ਰਿਹਾ। ਕਿਉਂਕਿ ਜਿਹੜਾ ਇੱਕ ਸੈਕਸ਼ਨ ਆ ਮੀਡੀਆ ਦਾ ਜਿਹੜਾ ਕੇਂਦਰ ਦੇ ਵਿੱਚ ਹੈ, ਜਿਹੜਾ ਕੰਟਰੋਲ 'ਚ ਆ ਚੁੱਕਿਆ, ਜਿਹਨੂੰ ਹੋਰ ਵੀ ਨਾਵਾਂ ਦੇ ਨਾਲ ਬੁਲਾਇਆ ਜਾਂਦਾ, ਔਰ ਉਹਨਾਂ ਦਾ ਤਾਂ ਕੰਮ ਇਹੀ ਹੈ ਕਿ ਜਿਹੜਾ ਅੰਦੋਲਨ ਸਰਕਾਰ ਦੇ ਖਿਲਾਫ ਹੋ ਰਿਹਾ ਹੋਵੇ ਉਹਨੂੰ ਅਸੀਂ ਅੰਦੋਲਨ ਨੂੰ ਬਦਨਾਮ ਕਰਨਾ। ਤੁਸੀਂ ਇਹ ਦੇਖੋ ਕਿ ਸ਼ਾਇਦ ਉਹਨਾਂ ਦਾ ਜਿਹੜੀ ਹੈਗਾ ਜਿਹੜੇ ਇਲਜ਼ਾਮ ਲਗਾਏ ਨੇ ਇਹਨਾਂ ਲੜਕੀਆਂ ਨੇ, ਉਹ ਇੰਨੇ ਸੰਜੀਦਾ ਨੇ ਕਿ ਜਦੋਂ ਇਹ ਸਾਡੇ ਪ੍ਰੈਸ ਵਾਲੇ, ਜਿਹੜੀਆਂ ਪ੍ਰੈਸ ਕੰਪਨੀਆਂ ਦੇ ਜਿਹੜੇ ਮੀਡੀਆ ਹਾਊਸਿਸ ਨੇ, ਉਹਨਾਂ ਦੇ ਮਾਲਕ ਘਰੇ ਜਾਂਦੇ ਆ, ਉਹਨਾਂ ਦੇ ਐਂਕਰ ਘਰੇ ਜਾਂਦੇ ਨੇ, ਜਦੋਂ ਉਹ ਆਪਣੀ ਬੇਟੀ ਵੱਲ ਨੂੰ ਦੇਖਦੇ ਨੇ, ਸ਼ਾਇਦ ਉਹਨਾਂ ਨੂੰ ਉੱਥੇ ਜਾ ਕੇ ਉਹ ਲੜਕੀਆਂ ਨਜ਼ਰ ਆਉਂਦੀਆਂ ਹੁਣ, ਸ਼ਾਇਦ ਹੌਸਲਾ ਨਹੀਂ ਪਿਆ ਹਾਲੇ ਤੱਕ, ਪਰ ਜਿਹੜੀ ਜ਼ਮੀਰ ਹੈ ਉਹਨੂੰ ਗਲਾ ਘੁੱਟਣ ਦੇ ਵਿੱਚ ਉਹ ਬਾਹਲੀ ਦੇਰ ਨਹੀਂ ਲਾਉਂਦੇ। ਕਦੋਂ ਲਿਆ ਕੇ ਕਰਨਗੇ ਕਿ ਜਦੋਂ ਕਿਸਾਨ ਜਥੇਬੰਦੀਆਂ ਆ ਜਾਣਗੀਆਂ ਫਿਰ ਕਹਿ ਦੇਣਗੇ ਸ਼ਾਇਦ ਨੈਕਸਲਾਈਟਾਂ ਦੀ ਸਪੋਰਟ ਆ ਗਈ, ਆ ਫਲਾਨਾ ਆ ਗਈ। ਸੋ ਉਹ ਦੂਸਰੇ ਪਾਸੇ ਦੀ ਗੱਲ ਹੈ। ਬਿਲਕੁਲ ਤੁਹਾਡੀ ਗੱਲ ਇਹ ਠੀਕ ਹੈ ਕਿ ਪ੍ਰਧਾਨ ਮੰਤਰੀ ਨੂੰ ਇਸ ਦੇ ਵਿੱਚ ਪ੍ਰੋਐਕਟਿਵ ਹੋ ਕੇ, ਕਿਉਂਕਿ ਦੇਖੋ ਜਿਹੜੀ ਦੇਸ਼ ਦੀ 50% ਦੀ ਆਬਾਦੀ ਹੈ, ਉਹਦੇ ਕੌਨਫੀਡੈਂਸ ਦੀ ਗੱਲ ਕਿ ਜੇ ਉਹ ਜਿਹੜੀਆਂ ਸੋਨੇ ਦੀਆਂ ਤਗਮੇ ਜਾ ਕੇ ਓਲੰਪਿਕਸ, ਕਾਮਨਵੈਲਥ ਗੇਮਸ, ਏਸ਼ੀਅਨ ਗੇਮਸ ਵਰਗੇ ਪਲੇਟਫਾਰਮ ਤੇ ਜਾ ਕੇ ਜਿਹੜੀਆਂ ਹੈਗੀਆਂ ਉੱਥੇ ਮਹਿਫੂਜ਼ ਨਹੀਂ ਹੈਗੀ, ਤਾਂ ਫਿਰ ਉਹ ਸਾਡੀਆਂ ਗਲੀਆਂ ਮੁਹੱਲਿਆਂ ਦੇ ਵਿੱਚੋਂ ਕਿਵੇਂ ਮਹਿਫੂਜ਼ ਹੋਣਗੀਆਂ? ਜੀ ਪੰਦੇਰ ਸਾਹਿਬ, ਆਪਾਂ ਨੂੰ ਸਮਾਂ ਇਜਾਜ਼ਤ ਨਹੀਂ ਦਿੰਦਾ, ਪਰ ਜਿਹੜੀ ਤੁਸੀਂ ਗੱਲ ਕਹੀ ਹੈ, ਮੈਂ ਗੱਲ 'ਚ ਵਾਧਾ ਕਹਿ ਕੇ ਆਪਾਂ ਇਜਾਜ਼ਤ ਲਵਾਂਗੇ। ਦੇਸ਼ ਦੀਆਂ ਬਹੁਤੀਆਂ ਪੋਲੀਟੀਕਲ ਪਾਰਟੀਆਂ ਦੀ ਹਾਲਤ ਇਹ ਹੋ ਗਈ ਹੈ, ਮੈਂ ਅੱਗੇ ਵੀ ਅਕਸਰ ਕਈ ਵਾਰੀ ਗੱਲ ਕਹਿਣਾ, ਉਹ ਇਹ ਹੈ ਕਿ ਇਹਨਾਂ ਦਾ ਕੀ ਹੈ ਕਿ ਕੋਈ ਇਸ਼ੂ ਹੁੰਦਾ ਜਾ ਕੇ ਗਵਰਨਰ ਨੂੰ ਯਾਦ ਪੱਤਰ ਦਿਓ। ਸਾਡੇ ਵਰਗੇ ਮੀਡੀਆ ਵਾਲਿਆਂ ਨੂੰ ਸੱਦ ਲੈਂਦੇ ਆ, ਤਸਵੀਰਾਂ ਖਿਚਾਉਂਦੇ ਆ, ਇਲੈਕਟ੍ਰੋਨਿਕ ਮੀਡੀਆ, ਪ੍ਰਿੰਟ ਮੀਡੀਆ, ਅਗਲੇ ਦਿਨ ਆਪਣੀਆਂ ਤਸਵੀਰਾਂ ਦੇਖ ਕੇ ਆਪ ਹੀ ਖੁਸ਼ ਹੁੰਦੇ ਰਹਿੰਦੇ ਆ। ਪੋਲੀਟੀਕਲ ਪਾਰਟੀਆਂ ਦਾ ਪੰਦੇਰ ਸਾਹਿਬ ਤੁਸੀਂ ਦੇਖਿਆ, ਆਪਾਂ ਪੰਜਾਬ 'ਚ ਬੈਠੇ ਹਾਂ, ਲੰਮੇ ਸਮੇਂ ਤੋਂ ਕਿਸਾਨੀ ਨੂੰ ਛੱਡ ਦਿਓ, ਕਿਸੇ ਪੋਲੀਟੀਕਲ ਪਾਰਟੀ ਦੀ ਤੁਹਾਨੂੰ ਕੋਈ ਵੱਡੀ ਰੈਲੀ, ਕੋਈ ਵੱਡਾ ਅੰਦੋਲਨ ਚੇਤੇ ਹੋਵੇ, ਇਹ ਜ਼ਰੂਰ ਹੈ ਇੱਕ ਦੂਜੇ ਨੂੰ ਗਾਲੋ ਗਾਲੀ, ਮਿਹਣੋ ਮਿਹਣੀ, ਤੂੰ ਕਟਾਰੂ ਚੱਕ ਨੂੰ ਐਂ ਕਰਤਾ, ਤੂੰ ਧਰਮਸ਼ਾਲਾ ਚਲਿਆ ਗਿਆ, ਤੂੰ ਫਲਾਣੇ ਨੂੰ, ਮਤਲਬ ਉੱਦਾਂ ਦੇ ਬੇਹੂਦਾ ਮਸਲਿਆਂ ਦੇ ਉੱਤੇ ਕਾਟੋ ਕਲੇਸ਼ ਲੜਾਈਆਂ ਪਾ ਕੇ ਰੱਖਦੇ ਆ। ਨਹੀਂ ਹੁਣ ਤਾਂ ਜੱਫੀ ਵੀ ਪਾ ਲੈਂਦੇ, ਜੱਫੀ ਵੀ ਪਾ ਲੈਂਦੇ, ਚਲੋ, ਪਰ ਲੋਕਾਂ ਦੇ ਮੁੱਦਿਆਂ ਦੇ ਉੱਤੇ ਜੱਫੀ ਪਵੇ ਤਾਂ ਸ਼ਾਇਦ ਜਿਹੜਾ ਹੈਗਾ ਜ਼ਿਆਦਾ ਬਿਹਤਰ ਹੋ ਸਕਦੀ ਹੈ। ਸੋ ਕਿਧਰੇ ਇਹ ਵੀ ਹੈ ਕਿ ਪੋਲੀਟੀਕਲ ਪਾਰਟੀਆਂ ਇਸ ਕਦਰ ਨਾ ਹਿੱਲ ਹੋ ਗਈਆਂ ਹੈ ਕਿ ਆਪਣੀਆਂ ਫੋਟੋ ਸੈਸ਼ਨ ਤੱਕ ਹੀ ਸੀਮਤ ਰਹਿ ਗਈਆਂ। ਪਰ ਇਸ ਦੇਸ਼ ਦੇ ਲੋਕ ਆਪਾਂ ਤਵੱਕੋਂ ਕਰਦੇ ਹਾਂ ਇਨਸਾਫ ਤੇ ਨਿਆਂ ਦੀ ਲੜਾਈ ਆਪਣੀ ਜਾਰੀ ਵੀ ਰੱਖਣਗੇ। ਜਿੱਦਾਂ ਕਿਸਾਨਾਂ ਨੇ ਨਿਆਂ ਲਿਆ, ਇੱਦਾਂ ਹੀ ਮਹਿਲਾ ਕੁੜੀਆਂ ਜਿਹੜੀਆਂ ਹੈਗੀਆਂ, ਮਹਿਲਾ ਪਹਿਲਵਾਨ ਹੈਗੀਆਂ, ਉਹਨਾਂ ਨੂੰ ਵੀ ਨਿਆਂ ਤੇ ਇਨਸਾਫ ਜ਼ਰੂਰ ਮਿਲੇਗਾ। ਪੰਦੇਰ ਸਾਹਿਬ, ਸਮਾਂ ਆਪਾਂ ਨੂੰ ਇਜਾਜ਼ਤ ਨਹੀਂ ਦੇ ਰਿਹਾ, ਆਪਾਂ ਆਪਣੇ ਦਰਸ਼ਕਾਂ ਕੋਲੋਂ ਲੈਂਦੇ ਹਾਂ ਇਜਾਜ਼ਤ। ਸਤਿ ਸ੍ਰੀ ਅਕਾਲ।